ਸਰੂਪ ਪੰਖੀ ਸਾਧ ਸਭਾ ਵੱਲੋਂ ਸਭ ਸੱਜਣਾ ਮਿੱਤਰਾਂ ਨੂੰ ਜੀ ਆਇਆਂ ਨੂੰ ਆਖਦੇ, ਔਰ ਖਾਸ ਤੌਰ ਤੇ ਅੱਜ ਦੇ ਇਸ ਮੰਚ ਦੇ ਪ੍ਰਧਾਨ ਸਾਡੇ ਲਹਿੰਦੇ ਪੰਜਾਬ ਤੋਂ ਮੁਦੱਸਰ ਬਸ਼ੀਰ ਹਰੀ, ਉਹਨਾਂ ਨੂੰ ਅਸੀਂ ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੀ, ਉਹਨਾਂ ਨੇ ਬੜੇ ਮੁਖਤਸਰ ਟਾਈਮ ਤੇ ਤੁਸੀਂ ਲਿਆਏ ਹੋ ਸਾਡੇ ਨਾਲ ਜੁੜੇ। ਭੋਲਾ ਸਿੰਘ ਸਿੰਗੇੜਾ ਹਰੀ ਸਾਡੇ ਸੀਨੀਅਰ ਕਹਾਣੀਕਾਰ ਨੇ, ਔਰ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ, ਔਰ ਜਸਵੀਰ ਰਾਣਾ ਹਰੀ ਜੀ ਤੇ ਭੋਲਾ ਸਿੰਘ ਸਿੰਗੇੜਾ ਔਰ ਜਸਵੀਰ ਰਾਣਾ ਨੂੰ ਇੱਕ ਜੈਸਚਰ ਇੱਕ ਚੰਗਾ ਜਿਹੜਾ ਨਾ ਸੁਨੇਹਾ ਦੇਣਾ ਚਾਹੁੰਦਾ, ਸਵਾਗਤ ਕਰਦੇ ਆ ਇਹਨਾਂ ਦੀ ਇੱਛਾ ਸੀ ਕਿ ਚੂੰਕਿ ਜਿਹੜੇ ਲਹਿੰਦੇ ਪੰਜਾਬ ਚੋਂ ਆ ਰਹੇ ਨੇ ਸਾਡੇ ਮਹਿਮਾਨ, ਅਸੀਂ ਉਹਨਾਂ ਨੂੰ ਅੱਜ ਦੀ ਪ੍ਰਧਾਨਗੀ ਦਈਏ। ਇਹ ਪ੍ਰਧਾਨਗੀ ਬਹੁਤ ਸ਼ੁਕਰੀਆ ਪੰਜਾਬ ਦੇ ਲੋਕਾਂ ਵੱਲੋਂ ਤੁਸੀਂ ਕਬੂਲ ਕਰੋ ਮੁਦੱਸਰ ਭਾਈ। वैसे गल ही है कि भोला सिंह जैसे साडे बुजुर्ग सीनियर दी मौजूदगी च बिल्कुल ही गल आदाब दे खिलाफ है जी कि ते कोई वो साडे आदरवान बैठे ने, बुजुर्ग बैठे ने ते असी ते इहो जे सीनियर्स कोलों सारी उम्र सिक्ख्या है ते सजी प्रधानगी ते आदरवान सब कुछ इन्हां दे हत्थ ही है जी। इक्को ही शै है, केड़ी एडी गल है। ਇਹ ਮੁਦੱਸਰ ਬਸ਼ੀਰ ਨੇ ਇੱਕ ਰੀਤ ਹੋਰ ਜ਼ਿੰਦਾ ਕੀਤੀ ਪੰਜਾਬੀਆਂ ਦੀ ਕਿ ਜਿਹੜਾ ਬੰਦਾ ਪੱਗ ਰੱਖੇ ਨਾ ਕਿਸੇ ਦੇ ਸਿਰ ਤੇ, ਸਾਡੇ ਦਾਦਾ ਜੀ ਕਹਿੰਦੇ ਸੀ ਉਹ ਵਾਪਸ ਰੱਖੀ ਦੀ ਹੈ, ਤੇ ਇਹਨਾਂ ਨੇ ਅੱਜ ਉਹ ਵਾਪਸ ਭੋਲਾ ਸਿੰਘ ਸਿੰਗੜਾ ਦੇ ਰੱਖਤੇ ਦੀ ਰੱਖੀ ਹੈ। ਦੋਵਾਂ ਦਾ ਮੁਹੱਬਤ ਵੀ ਆਪਣ ਗਈ ਇੱਕ ਦੂਜੇ ਨੂੰ, ਔਰ ਇਹ ਕਿੰਨਾ ਸੋਹਣਾ ਮੰਚ ਦਾ ਸਟਾਰਟ ਹੋਇਆ ਅੱਜ ਕਿ ਤੁਸੀਂ ਇੱਕ ਦੂਜੇ ਨੂੰ ਇੱਜ਼ਤ ਦੇ ਰਹੇ ਹੋ, ਔਰ ਹਰ ਪੰਜਾਬੀ ਦਾ ਇਹ ਏਡਾ ਹੀ ਵੱਡਾ ਦਿਲ ਹੁੰਦਾ ਜਿੱਦਾਂ ਤੁਸੀਂ ਅੱਜ ਆਪਣਾ ਵਿਖਾਇਆ। ਤੇ ਹੁਣ ਭੋਲਾ ਸਿੰਘ ਸਿੰਗੜਾ ਜੀ ਚੁੱਕੇ ਪ੍ਰਧਾਨਗੀ ਕਰਨਗੇ ਮੁਦੱਸਰ ਬਸ਼ੀਰ ਦੀ ਇੱਛਾ ਤੇ ਔਰ ਬਿਨਤੀ ਤੇ ਬਿਲਕੁਲ ਜੀ ਬਿਲਕੁਲ ਕਹਾਣੀ ਦਰਬਾਰ ਹੈ, ਕਿਉਂਕਿ ਰਾਮ ਸਰੂਪ ਪੰਖੀ ਹਰਾਂ ਦੀ ਯਾਦ 'ਚ ਉਹਨਾਂ ਦੇ ਜਨਮ ਦਿਨ ਤੇ ਵੇ ਤੇ ਉਹਨਾਂ ਨੇ ਕਹਾਣੀ ਨੂੰ ਸਾਰੀ ਉਮਰ ਦਿੱਤੀ ਆਪਣੀ। ਪੰਜਾਬ ਕਹਾਣੀ ਦਾ 100ਵਾਂ ਨੰਬਰ ਛਪਿਆ, ਉਹਨਾਂ ਦੇ ਸਪੁੱਤਰ ਨੇ ਛਾਪਿਆ, ਔਰ 200 ਤੋਂ ਜ਼ਿਆਦਾ ਕਹਾਣੀਆਂ ਲਿਖੀਆਂ, ਸਾਰੇ ਦੋਸਤਾਂ ਨੂੰ ਪਤਾ ਹੈ। ਇਸ ਪੰਜਾਬ ਦੇ ਇੱਕ ਮਹਾਨ ਇੱਕ ਲਿਖਾਰੀ ਦੀ ਯਾਦ ਤਾਜ਼ਾ ਕਰਨ ਇਕੱਠੇ ਹੋਏ ਆ, ਕਿਉਂਕਿ ਕਹਾਣੀ ਦਰਬਾਰ ਦੇ ਕਹਿੰਦੇ ਨੇ ਕਹਾਣੀ ਸੁਣਨ ਦੀ ਸ਼ੈ ਨਹੀਂ ਹੁੰਦੀ, ਪੜ੍ਹਨ ਦੀ ਸ਼ੈ ਹੁੰਦੀ। ਲੇਕਿਨ ਮੈਂ ਕਹਿੰਦਾ ਅਗਰ ਕਹਾਣੀ ਕੋਈ ਛੋਟੀ ਹੋਵੇ ਤਾਂ ਸੁਣਨ ਦੀ ਸ਼ੈ ਵੀ ਹੁੰਦੀ। ਅਗਰ ਕਹਾਣੀ ਕੋਈ ਸ਼ੈ ਹੋਵੇ ਤਾਂ ਸੁਣਨ ਦਾ ਵੀ ਸਵਾਦ ਬੜਾ ਹੁੰਦਾ। ਜਿਵੇਂ ਕੱਲ ਅਸੀਂ ਆਪਣੇ ਦੋਸਤ ਦੀ ਕਹਾਣੀ ਸੁਣੀ, ਸਾਡੇ ਜਹਾਂ ਅਵਾਰਡ ਯਾਫਤਾ ਦੋਸਤ ਆਏ ਸਨ ਕੰਗਨਪੁਰ ਤੋਂ ਸਾਡੇ ਕੱਲ ਸਾਥੀ, ਤੇ ਉਹਨਾਂ ਦੀ ਕਹਾਣੀ ਬਹੁਤ ਪਸੰਦ ਕੀਤੀ ਗਈ ਅਲੀ ਅਨਵਰ ਸਾਹਿਬ ਦੀ ਨਾਲ, ਅਲੀ ਅਨਵਰ ਅਹਿਮਦ ਦੀ। ਤੇ ਅੱਜ ਬਸ਼ੀਰ ਨੂੰ ਇਸ ਤੋਂ ਅਸੀਂ ਜ਼ਹਿਮਤ ਦਿੱਤੀ ਕਿ ਆਖਰੀ ਦਿਨ ਇਸ ਤਕਰੀਬਾਤ ਦਾ, ਤੇ ਇਹਨਾਂ ਦਾ ਮੇਰੇ ਦਿਲ 'ਚ ਬਹੁਤ ਜ਼ਿਆਦਾ ਸਨਮਾਨ ਹੈ, ਮੇਰੇ ਦੋਸਤ ਵੀ ਨੇ। ਲੇਕਿਨ ਦੁਨੀਆ ਭਰ ਜਿਹੜਾ ਲਾਹੌਰ ਜਿਹੜਾ ਬੰਦਾ ਲਾਹੌਰ ਨੂੰ ਜਾਣਨਾ ਚਾਹੁੰਦਾ ਉਹ ਇਹਨਾਂ ਨੂੰ ਜ਼ਰੂਰ ਜਾਣਦਾ ਹੈ, ਕਿਉਂਕਿ ਇਤਿਹਾਸਿਕ ਲਾਹੌਰ ਤੇ ਬੜੀ ਨਜ਼ਰ ਇਹਨਾਂ ਦੀ। ਇਹ ਸਾਡੇ ਵਾਂਗਰ ਲਾਹੌਰ ਦੀਆਂ ਗਲੀਆਂ 'ਚ ਵਾਰਾ ਫਿਰੇ ਨਹੀਂ, ਇਹਨਾਂ ਨਾਲ ਤਾਰੀਖ ਵੀ ਲਿਖੀ ਹੈ, ਜਿਹੜਾ ਜ਼ਿਆਦਾ ਵੱਡਾ ਕੰਮ ਹੈ ਕਿ ਆਉਣ ਵਾਲੇ ਨੂੰ ਲਾਹੌਰ ਦੀਆਂ ਗਲੀਆਂ ਦਾ ਪਤਾ ਲੱਗ ਜਾਏ। ਤੇ ਇਹਨਾਂ ਦਾ ਹੋਣਾ ਸਾਡੀ ਬਹੁਤ ਮਾਣਯੋਗ ਹੈ। ਇੱਕ ਸਾਡੇ ਸਾਥੀ ਸੁਫੀਆ ਹਯਾਤ ਅਜੇ ਨਹੀਂ ਜੁੜ ਪਾ ਰਹੇ, ਲੇਕਿਨ ਮੈਂ ਚਾਹਾਂਗਾ ਕਿ ਜਸਵੀਰ ਰਾਣਾ ਹਰੀ ਪਹਿਲੇ ਆਪਣੀ ਕਹਾਣੀ ਪੇਸ਼ ਕਰਨ, ਫਿਰ ਅਸੀਂ ਗੱਲਬਾਤ ਇੱਕ ਕਹਾਣੀ ਪੜ੍ਹਨੇ ਆ ਜੀ, ਤੇ ਫਿਰ ਅਸੀਂ ਗੱਲਬਾਤ ਸਾਂਝੀ ਕਰਾਂਗੇ। ਸਾਡੇ ਕੋਲ 1 ਘੰਟਾ ਹੈ ਤੇ ਮੇਰੇ ਖਿਆਲ 3 ਕਹਾਣੀਆਂ ਔਰ ਗੱਲਬਾਤ ਸਾਂਝੀ ਹੋ ਸਕਦੀ ਹੈ ਖੁੱਲੀ ਡੁੱਲੀ ਹੈ ਜੀ। ਤੇ ਭੋਲਾ ਸਿੰਘ ਦੀ ਇਜਾਜ਼ਤ ਨਾਲ ਸ਼ੁਰੂ ਕਰੋ ਜੀ, ਤੁਸੀਂ ਇਹਨਾਂ ਨੂੰ ਇਜਾਜ਼ਤ ਲੈ ਕੇ ਪ੍ਰਧਾਨ ਸਾਹਿਬ ਕੋਲ। ਬਿਲਕੁਲ ਜੀ ਬਿਲकुल, ਰਾਣਾ ਸਾਹਿਬ ਕਰੋ ਸ਼ੁਰੂ, ਤੁਸੀਂ ਸ਼ੁਰੂਆਤ ਕਰੋ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਸਾਰੇ ਕਹਾਣੀਕਾਰ ਦੋਸਤੋ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ 2 ਲਾਈਨਾਂ ਆਪਣੇ ਪੰਜਾਬੀ ਗਲਪ ਦੇ ਬਾਦਸ਼ਾਹ ਸਾਡੇ ਬਾਪੂ ਸਾਡੇ ਗੁਰੂ ਰਾਮ ਸਰੂਪ ਪੰਖੀ ਦੇ ਨਾਂ, ਜਿਨ੍ਹਾਂ ਦਾ 89ਵਾਂ ਜਨਮ ਦਿਨ ਹੈ ਜਿਹੜਾ ਆਪਾਂ ਅੱਜ ਮਨਾ ਰਹੇ ਹਾਂ, ਕਹਾਣੀਆਂ ਦੇ ਰਾਹੀਂ ਮਨਾ ਰਹੇ ਹਾਂ। ਕਹਾਣੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ, ਔਰ ਸੁਣਨ ਵਾਲੇ ਦੋਨਾਂ ਪੰਜਾਬਾਂ ਦੇ ਲੋਕ, ਬਲਕਿ ਸਾਰੇ ਉਹ ਪੰਜਾਬੀ ਜਿਹੜੇ ਦੋਨਾਂ ਮੁਲਕਾਂ ਤੋਂ ਇਲਾਵਾ ਵਸਦੇ ਨੇ। ਸਭ ਤੋਂ ਪਹਿਲਾਂ ਮੈਂ ਬਾਪੂ ਰਾਮ ਸਰੂਪ ਪੰਖੀ ਉਹਨਾਂ ਨੂੰ ਜਨਮ ਦਿਨ ਮੁਬਾਰਕ ਆਖਦਾ, ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਆਪਾਂ ਕਹਾਣੀਆਂ ਪੜ੍ਹਾਂਗੇ ਔਰ ਕਹਾਣੀਆਂ ਸਾਡੀਆਂ ਸੁਣਨਗੇ ਸਭ ਤੋਂ ਜ਼ਿਆਦਾ, ਸਭ ਤੋਂ ਸਲੀਕੇ ਨਾਲ, ਜਿਨ੍ਹਾਂ ਨੇ ਸਾਨੂੰ ਸੁਣਨਾ ਵੀ ਸਿਖਾਇਆ, ਸਾਡੇ ਬਾਪੂ ਰਾਮ ਸਰੂਪ ਪੰਖੀ। ਸੋ ਦੋਸਤੋ, ਦੁਆ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਜਨਮ ਦਿਨਾਂ ਦੇ ਉੱਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਹਾਣੀਕਾਰਾਂ ਦੇ ਵਿਚਕਾਰ ਕਹਾਣੀਆਂ ਦਾ ਪੁਲ ਹੈ ਜਿਹੜਾ ਉਸਰਿਆ ਉਹ ਮਜ਼ਬੂਤ ਹੋਵੇ, ਉਸ ਪੁਲ ਉੱਤੋਂ ਦੀ ਕਹਾਣੀਆਂ ਇੱਧਰ ਉੱਧਰ ਆਉਂਦੀਆਂ ਜਾਂਦੀਆਂ ਰਹਿਣ। ਹੁਣ ਮੈਂ ਆਪਣੀ ਕਹਾਣੀ
ਮਲਿਕ ਸਾਹਿਬ ਪੇਸ਼ ਕਰਨ ਲੱਗਿਆ। ਜੀ ਜ਼ਰੂਰ। ਕਹਾਣੀ ਦਾ ਨਾਮ ਹੈ ਆਖਰੀ ਦ੍ਰਿਸ਼ ਤੋਂ ਪਹਿਲਾਂ। ਹਾਂਜੀ। ਪਿੰਡ ਵਿੱਚ ਅੱਜ ਮੌਤ ਵਰਗੀ ਚੁੱਪ ਹੈ। ਕੱਲ ਨੂੰ ਮੇਰਾ ਵਿਆਹ ਹੈ। ਮਾਂ ਔਰਤਾਂ ਨਾਲ ਸੁਹਾਗ ਦੇ ਗੀਤ ਗਾ ਰਹੀ ਹੈ। ਸਹੇਲੀਆਂ ਤਿਤਲੀਆਂ ਵਾਂਗ ਉੱਡਦੀਆਂ ਫਿਰਦੀਆਂ ਹਨ। ਮੇਰੇ ਵਿਦਿਆਰਥੀ ਕੰਮ ਕਰਦੇ ਭੱਜੇ ਫਿਰਦੇ ਨੇ। ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ, ਪਰ ਮੈਂ ਸ਼ਗਨਾਂ ਦੇ ਦਿਨ ਵੀ ਉਦਾਸ ਹਾਂ। ਰੀਵਾ ਮੇਰੀ ਸਹੇਲੀ ਥੋੜੀ ਦੇਰ ਬਾਅਦ ਆਉਂਦੀ ਹੈ। ਮੇਰੀ ਠੋਡੀ ਨੂੰ ਹੱਥ ਲਾ ਕੇ ਆਖ ਜਾਂਦੀ ਹੈ, ਪਲੀਜ਼ ਮੁਸਕਰਾ ਨੀਤੀ। ਮੈਂ ਮੁਸਕਰਾਉਣ ਦੀ ਬੜੀ ਕੋਸ਼ਿਸ਼ ਕਰਦੀ ਹਾਂ, ਪਰ ਰਾਮੂ ਦੀ ਮੌਤ ਮੇਰੀ ਖੁਸ਼ੀ ਚੁਰਾ ਕੇ ਲੈ ਗਈ ਹੈ। ਹਰਦੇਵ ਤਾਏ ਦੇ ਫਰਾਰ ਹੋਣ ਦੀ ਖਬਰ ਉਦਾਸ ਕਰ ਗਈ ਹੈ। ਮਾਂ ਕਈ ਵਾਰ ਕਹਿ ਚੁੱਕੀ ਹੈ, ਵੇਖ ਨੀਤੀ, ਬਾਬੇ ਨਾਨਕ ਨੇ 4 ਉਦਾਸੀਆਂ ਕੀਤੀਆਂ, ਪਰ ਉਹ ਕਦੇ ਵੀ ਉਦਾਸ ਨਹੀਂ ਹੋਇਆ। ਉਦਾਸੀ ਛੱਡ, ਸ਼ਗਨਾਂ ਦਾ ਦਿਨ ਹੈ, ਖੁਸ਼ੀ ਮਨਾ ਮੇਰੀ ਧੀ। ਉਹ ਮੇਰੇ ਮਨ ਦੀ ਹਾਲਤ ਸਮਝਦੀ ਹੈ, ਮੈਂ ਉਸ ਦੀ ਗੱਲ ਸਮਝਦੀ ਹਾਂ, ਪਰ ਪਿੰਡ ਵਿੱਚ ਗੱਲ ਹੀ ਐਸੀ ਵਾਪਰੀ ਹੈ, ਭੁੱਲਦੀ ਨਹੀਂ। ਜਿੰਨੀ ਭੁਲਾਉਣ ਦੀ ਕੋਸ਼ਿਸ਼ ਕਰਦੀ ਹਾਂ, ਉਨੀ ਹੀ ਯਾਦ ਆਉਂਦੀ ਹੈ। ਮੈਂ ਮੋਬਾਈਲ ਤੇ ਖੋਜੀ ਨੂੰ ਸਾਰੀ ਗੱਲ ਦੱਸ ਚੁੱਕੀ ਹਾਂ। ਉਹ ਆਪਣੀ ਖੋਜ ਲਈ ਨੋਟਿਸ ਵੀ ਲੈ ਚੁੱਕਿਆ। ਉਸ ਦੀ ਆਖੀ ਗੱਲ ਵਾਰ-ਵਾਰ ਯਾਦ ਆ ਰਹੀ ਹੈ। ਅਜੇ ਤਾਂ ਚੀਜ਼ਾਂ ਦੀ ਉਲਟ ਪੁਲਟ ਨੇ ਕਰਵਟ ਲਈ ਹੈ ਨੀਤੀ। ਅਜੇ ਤਾਂ ਆਪਾਂ ਇਤਿਹਾਸ ਤੋਂ ਲੈ ਕੇ ਮਨੁੱਖ ਦੇ ਗਾਇਬ ਹੋਣ ਤੱਕ ਦਾ ਦ੍ਰਿਸ਼ ਵੇਖਣਾ ਹੈ। ਵੇਖ ਨੀਤੀ, ਇਹਨਾਂ ਦੀਆਂ ਪਹਿਲਾਂ ਹੀ ਘੜੀਆਂ ਮਿਥੀਆਂ ਹੋਈਆਂ ਸੀ। ਨਹੀਂ ਘਰੇ ਭੈਣ ਦਾ ਵਿਆਹ ਹੋਵੇ, ਭਰਾ ਉਸੇ ਦਿਨ ਜਹਾਜ਼ ਚੜ੍ਹਨ ਜਾ ਰਿਹਾ ਹੋਵੇ, ਐਸੀ ਅਨਹੋਣੀ ਕਦੇ ਵੇਖੀ ਸੁਣੀ ਹੈ? ਮਾਂ ਦਿਲ ਵਿੱਚ ਖੂਬੀ ਗੱਲ ਦਾ ਜ਼ਖਮ ਛੇੜ ਕੇ ਫੇਰ ਗਾਉਣ ਲੱਗੀ ਹੈ। ਮੁਸਕਰਾਉਂਦੀ ਹੋਈ ਮੈਂ ਵਾਪਰੀ ਅਨਹੋਣੀ ਉੱਪਰ ਅਫਸੋਸ ਵਿੱਚ ਸਿਰ ਮਾਰਨ ਲੱਗੀ ਹਾਂ। ਅੱਗੇ 3 ਬਿੰਦੀਆਂ ਵਕਫਾ। ਕੱਲ ਨੂੰ ਘਰ ਵਿੱਚੋਂ 2 ਜਾਣਿਆਂ ਨੇ ਚਲੇ ਜਾਣਾ ਹੈ। ਮੈਂ ਡੋਲੀ ਵਾਲੀ ਕਾਰ ਵਿੱਚ ਬੈਠ ਜਾਣਾ ਹੈ, ਭਰਾ ਨੇ ਜਹਾਜ਼ ਚੜ੍ਹ ਜਾਣਾ ਹੈ। ਮੈਨੂੰ ਉਸਦੇ ਜਾਣ ਦਾ ਦੁੱਖ ਨਹੀਂ, ਦੁੱਖ ਇਸ ਗੱਲ ਦਾ ਹੈ ਕਿ ਉਸਨੇ ਭਾਬੀ ਪਿੱਛੇ ਲੱਗ ਕੇ ਜਾਣ ਵਾਸਤੇ ਵਿਆਹ ਵਾਲਾ ਦਿਨ ਚੁਣਿਆ। ਐਕਣ ਤਾਂ ਕੋਈ ਦੁਸ਼ਮਣ ਵੀ ਨਹੀਂ ਕਰਦਾ ਹੁੰਦਾ। ਮਾਂ ਗੀਤ ਗਾਉਂਦੀਆਂ ਔਰਤਾਂ ਨਾਲ ਦੁੱਖ ਸਾਂਝਾ ਕਰ ਰਹੀ ਹੈ। ਮੈਂ ਭਾਬੀ ਦੀ ਹਰਕਤ ਨਾਲ ਰਾਮੂ ਦੀ ਮੌਤ ਦਾ ਦੁੱਖ ਮਨਾ ਰਹੀ ਹਾਂ। ਜਿਸ ਗੱਲ ਲਈ ਜਿਸ ਤਰ੍ਹਾਂ ਉਹ ਮਰਿਆ, ਉਹ ਸੁੱਟ ਪਾਉਣ ਵਾਲੀ ਗੱਲ ਨਹੀਂ। ਉਸ ਦੀ ਮੌਤ ਤੋਂ ਬਾਅਦ ਹਰਦੇਵ ਤਾਏ ਨੇ ਜਿਹੜੀ ਗੱਲ ਆਖੀ, ਉਹ ਵੀ ਸੋਚਣ ਲਈ ਮਜਬੂਰ ਕਰਦੀ ਹੈ। ਮੈਂ ਰਾਤ ਦੀ ਸੋਚਾਂ ਵਿੱਚ ਡੁੱਬੀ ਹੋਈ ਹਾਂ। ਇੱਕ ਘਟਨਾ ਬਾਰੇ ਸੋਚਣ ਲੱਗਦੀ ਹਾਂ, ਦੂਜੀ ਘਟਨਾ ਘੇਰਾ ਪਾ ਲੈਂਦੀ ਹੈ। ਦੂਜੀ ਬਾਰੇ ਸੋਚਣ ਲੱਗਦੀ ਹਾਂ, ਪਹਿਲੀ ਘਟਨਾ ਦਿਸਣ ਲੱਗ ਪੈਂਦੀ ਹੈ। ਮੈਂ ਵਿਆਹ ਵਾਲੀ ਗੱਲ ਭੁਲਾ ਕੇ ਦੋਵਾਂ ਘਟਨਾਵਾਂ ਨੂੰ ਵੇਖਣ ਲੱਗਦੀ ਹਾਂ। ਘਟਨਾ ਪਹਿਲੀ, ਸੂਏ ਦੀ ਪੁਲੀ ਵਾਲੇ ਮੋੜ ਤੇ ਪਿੱਪਲ ਖੜਾ ਹੈ। ਉਸ ਹੇਠਾਂ ਅੰਗਰੇਜ਼ੀ ਸ਼ਰਾਬ ਦਾ ਠੇਕਾ ਹੈ। ਬੈਂਚਾਂ ਉੱਪਰ ਬੈਠੇ ਬੰਦੇ ਸ਼ਰਾਬ ਪੀ ਰਹੇ ਨੇ। ਜਦੋਂ ਪੈਗ ਅੰਦਰ ਜਾਂਦਾ ਹੈ, ਉਹ ਲਲਕਾਰਾ ਮਾਰਦੇ ਨੇ, ਹਾਚ ਅੰਗਰੇਜ਼ਾ ਸ਼ਰਾਬ ਠੇਕੀ। ਇਹਨਾਂ ਨੂੰ ਸ਼ਰਾਬ ਪੀ ਰਹੀ ਹੈ। ਉਹਨਾਂ ਦਾ ਲਲਕਾਰਾ ਸੁਣ ਖੇਤਾਂ ਵਿੱਚ ਫਿਰਦਾ ਰਾਮੂ ਮੱਥੇ ਤੇ ਹੱਥ ਮਾਰ ਰਿਹਾ ਹੈ। ਵਕਫਾ। ਅੰਗਰੇਜ਼ੀ ਸ਼ਰਾਬ ਦੀ ਮੰਗ ਵੱਧ ਗਈ ਹੈ। ਸ਼ਰਾਬ ਦੀ ਫੈਕਟਰੀ ਲੱਗ ਰਹੀ ਹੈ। ਉਸ ਲਈ ਜ਼ਮੀਨ ਖੋਹੀ ਜਾ ਰਹੀ ਹੈ। ਹਰਦੇਵ ਤਾਏ ਦੀ ਅੱਧੀ ਜ਼ਮੀਨ ਵਿੱਚ ਆ ਗਈ ਹੈ। ਉਹ ਠੇਕੇ ਵੱਲ ਨੂੰ ਜਾ ਰਿਹਾ ਹੈ। ਡਾਂਗ ਚੁੱਕੀ ਰਾਮੂ ਖੇਤ ਵਿੱਚ ਖੜਾ ਹੈ। ਆਓ ਕਿਹੜਾ ਆਉਂਦਾ ਜ਼ਮੀਨ ਖੋਹਣ। ਉਹ ਕਿੱਥੇ ਹਿੰਦੀ, ਕਿੱਥੇ ਪੰਜਾਬੀ, ਪਰੇ ਹੋ ਜਾ ਭਈਆ, ਜ਼ਮੀਨ ਛੱਡ ਦੇ। ਕਬਜ਼ਾ ਲੈਣ ਆਈ ਪੁਲਿਸ ਮਰਨ ਮਾਰਨ ਤੇ ਉਤਰ ਆਈ ਹੈ। ਇਹ ਖੇਤ ਮੇਰੇ ਸਰਦਾਰ ਦੇ ਨੇ, ਮੈਂ ਨਹੀਂ ਛੱਡਦਾ। ਜੇ ਹਿੰਮਤ ਹੈ ਤਾਂ ਆਜੋ ਛੁਡਾ ਲਓ। ਸਿਰ ਤੇ ਕੇਸਰੀ ਪਰਨਾ ਬੰਨੀ ਖੜਾ ਰਾਮੂ ਡਾਂਗ ਘਮਾਉਂਦਾ ਹੋਇਆ ਗੱਤਕਾ ਖੇਡਣ ਲੱਗਾ ਹੈ। ਫਾਇਰ ਦੀ ਆਵਾਜ਼ ਗੂੰਜੀ ਹੈ। ਗੋਲੀ ਰਾਮੂ ਦੀ ਹਿੱਕ ਵਿੱਚ ਵੱਜੀ ਹੈ, ਪਰ ਉਹ ਡਿੱਗਿਆ ਨਹੀਂ। ਸਿਰ ਤੋਂ ਪਰਨਾ ਲਾ ਲੱਕ ਨੂੰ ਬੰਨ ਲਿਆ। ਡਾਂਗ ਦਾ ਸਹਾਰਾ ਲੈ ਉਸਨੇ ਲਲਕਾਰਾ ਮਾਰਿਆ, ਪੁਰਜਾ ਪੁਰਜਾ ਕੱਠ ਮਰੇ, ਕਬੂ ਨਾ ਖਾਡੇ ਖੇਤ। ਇੱਕ ਹੋਰ ਗੋਲੀ ਚੱਲੀ ਹੈ। ਖੇਤ ਵਿੱਚ ਰਾਮੂ ਦੇ ਖੂਨ ਦਾ ਛੱਪੜ ਲੱਗ ਗਿਆ ਹੈ। ਘਟਨਾ ਦੂਜੀ, ਇਹ ਸਾਲਾ ਜ਼ਮੀਨ ਤੇ ਅੱਡ ਕਬਜ਼ਾ ਕਰੀ ਬੈਠਾ ਸੀ। ਅੱਛਾ ਹੁਆ ਰੇ ਮਰਦਵਾ, ਮਰ ਗਿਆ। ਸ਼ਰਾਬੀ ਹੋਇਆ ਹਰਦੇਵ ਤਾਇਆ ਖੇਤ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਗੱਡ ਰਿਹਾ ਹੈ। ਉਸ ਨੇ ਕਬਜ਼ਾ ਕਰੀ ਹੋਈ ਜ਼ਮੀਨ ਉੱਪਰ ਕਬਜ਼ਾ ਕਰ ਲਿਆ। ਫੈਕਟਰੀ ਵਾਲਿਆਂ ਦੇ ਝੰਡੇ ਪੁੱਟ ਕੇ ਪਰਾਂ ਸੁੱਟ ਦਿੱਤੇ ਹਨ।
ਇੱਟਾਂ ਰੋੜਿਆਂ ਦੀ ਢੇਰੀ ਲਾਈ ਖੜਾ ਉਹ ਲਲਕਾਰੇ ਮਾਰ ਰਿਹਾ ਹੈ, ਆਓ ਕਿਹੜਾ ਆਉਂਦਾ ਹੈ, ਸਾਲੇ ਨੂੰ ਵਿਚਾਲਿਓਂ ਪਾੜ ਦੂੰ। ਹਰਦੇਵ ਸਿਆਂ ਵਰਕਾ ਹੀ ਪਾੜ ਦੇ, ਹੁਣ ਤੂੰ ਇਹਨਾਂ ਤੋਂ ਜ਼ਮੀਨ ਨਹੀਂ ਬਚਾ ਸਕਦਾ। ਰੱਸੇ, ਪਰਨੇ, ਪੱਗਾਂ ਤੇ ਸਲਫਾਸ ਦੀਆਂ ਗੋਲੀਆਂ ਚੁੱਕੀ ਕਿਸਾਨਾਂ ਦੀ ਟੋਲੀ ਸੁੱਕੇ ਹੋਏ ਰੁੱਖਾਂ ਵੱਲ ਨੂੰ ਜਾ ਰਹੀ ਹੈ। ਇਹ ਰੁੱਖ ਹੁਣ ਤੁਹਾਡਾ ਭਾਰ ਨਹੀਂ ਝੱਲਦੇ, ਇਹਨਾਂ ਦੀ ਤਾਂ ਆਪ ਮਰਨ ਰੁੱਤ ਆਈ ਹੋਈ ਹੈ। ਝੰਡੇ ਵਿੱਚੋਂ ਡੰਡਾ ਕੱਢ ਤਾਏ ਨੇ ਹੱਥ ਵਿੱਚ ਫੜ ਲਿਆ। ਉਸ ਦੀ ਨਜ਼ਰ ਧੂੜ ਉਡਾਉਂਦੀਆਂ ਪੁਲਿਸ ਦੀਆਂ ਗੱਡੀਆਂ ਉੱਪਰ ਜਾ ਟਿਕੀ ਹੈ। ਲੈ ਭੱਜ ਲੈ ਫਿਰ। ਹਵਾ ਵਿੱਚ ਫਾਇਰ ਕਰ ਥਾਣੇਦਾਰ ਨੇ ਲਲਕਾਰਾ ਮਾਰਿਆ। ਹਰਦੇਵ ਤਾਏ ਨੇ ਵਗਾਵਾਂ ਡੰਡਾ ਮਾਰਿਆ। ਗੋਲੀ ਉਸ ਵੱਲ ਨੂੰ ਸਿੱਧੀ ਹੋ ਗਈ ਹੈ। ਹੱਥਾਂ ਵਿੱਚ ਇੱਟਾਂ ਰੋੜੇ ਚੁੱਕ ਉਹ ਭੱਜ ਲਿਆ ਹੈ। ਪੁਲਿਸ ਉਸ ਦੇ ਪਿੱਛੇ ਪੈ ਗਈ ਹੈ। ਉਹ ਖੇਤਾਂ ਦੀ ਜੂਹ ਤੋਂ ਦੂਰ ਨਿਕਲ ਗਿਆ ਹੈ। ਵਕਫਾ। ਸੂਰਜ ਛਿਪ ਰਿਹਾ ਹੈ। ਭਿੰਦਰ ਕਾਮਰੇਡ ਖੇਤਾਂ ਵਿੱਚ ਘੁੰਮ ਰਿਹਾ ਹੈ। ਦੂਰ ਦੂਰ ਤੱਕ ਫਿਰ ਸ਼ਰਾਬ ਦੀ ਫੈਕਟਰੀ ਦੇ ਝੰਡੇ ਲਹਿਰਾ ਰਹੇ ਹਨ। ਉਸਨੇ ਕਿਸਾਨ ਯੂਨੀਅਨ ਦਾ ਝੰਡਾ ਗੱਡ ਉਸ ਕੋਲ ਲਾਲ ਪਰਚਮ ਲਹਿਰਾ ਦਿੱਤਾ ਹੈ। ਹਰਦੇਵ ਤਾਏ ਦੀ ਜ਼ਮੀਨ ਵਿੱਚ ਰੋੜਿਆਂ ਦੀ ਢੇਰੀ ਉੱਪਰ ਇੱਕ ਸਾਬਤੀ ਇੱਟ ਰੱਖ ਉਹ ਸੁੱਕੇ ਰੁੱਖਾਂ ਨਾਲ ਲਟਕਦੀਆਂ ਲਾਸ਼ਾਂ ਵੱਲ ਵੇਖਣ ਲੱਗਾ ਹੈ। हम इनकी जमीन पर सोना बीजना चाहते हैं और ये गवार लोग अपनी मौत का सामान खरीद रहे हैं। मैनू शगन देन लग्या विकास जैन उल्लू वांग बोलिया है। उस दी अपशगनी वेख मां बोली है, इनू किने बुलाया है? इनू किसी ने बुलाया तो है नहीं ब्याह ते, ये शगन देन नहीं भरा दी तैयारी वेखण आया है। विकास कोल खड़ी भाबी दी हरकत वेख मैं खून दी घुट पीती है। मेरे ਵਿਆਹ ਦਾ ਕਾਰਡ ਪਾੜ ਕੇ ਹਵਾ ਵਿੱਚ ਉਛਾਲਦੀ ਹੋਈ ਉਹ ਡਰਾਇੰਗ ਰੂਮ ਵਿੱਚ ਜਾ ਵੜੀ ਹੈ। 3 ਨਮਰਦਾਂ ਦੀ ਟੋਲੀ ਉਹਦੇ ਪਿੱਛੇ ਜਾ ਵੜੀ ਹੈ। ਮੈਨੂੰ ਦੰਦੀਆਂ ਚੜਾ ਭਾਬੀ ਨੇ ਪਰਦਾ ਖਿੱਚ ਦਿੱਤਾ ਹੈ। ਪਰਦੇ ਪਿੱਛੇ ਪ੍ਰਦੀਪ ਦੀ ਆਵਾਜ਼ ਆ ਰਹੀ ਹੈ, ਯਾਰ ਤੁਸੀਂ ਮੇਰੀ ਪ੍ਰੋਬਲਮ ਕਿਉਂ ਨਹੀਂ ਸਮਝਦੇ? ਮੈਂ ਬਹੁਤ ਡਿਸਟਰਬ ਹਾਂ ਯਾਰ। ਕਦੇ ਰੁੱਖ, ਕਦੇ ਪੱਤੇ, ਕਦੇ ਕੁਹਾੜੀਆਂ, ਕਦੇ ਬਿੰਦੀਆਂ, ਕਦੇ ਮਿੱਟੀ, ਉਹ ਕਦੇ ਪਾਣੀ। ਸਾਰੀ ਰਾਤ ਮੈਨੂੰ ਅਜੀਬ ਅਜੀਬ ਚੀਜ਼ਾਂ ਡਰਾਉਂਦੀਆਂ ਰਹਿੰਦੀਆਂ ਨੇ। ਡਰੋ ਮਤ ਭਾਈ, ਡਰ ਕੇ ਆਗੇ ਜੀਤ ਹੈ। ਵਿਕਾਸ ਜੈਨ ਦੀ ਗੱਲ ਸੁਣ ਡਰਿਆ ਬੈਠਾ ਭਰਾ ਉੱਚੀ ਸਾਰੀ ਹੱਸਿਆ ਹੈ। ਜਿਉਂ-ਜਿਉਂ ਜਹਾਜ਼ ਚੜ੍ਹਨ ਦਾ ਵਕਤ ਨੇੜੇ ਆ ਰਿਹਾ ਹੈ, ਉਸ ਦੇ ਚਿਹਰੇ ਉੱਪਰ ਡਰ ਦੀ ਪਰਤ ਸੰਘਣੀ ਹੁੰਦੀ ਜਾ ਰਹੀ ਹੈ। ਅੱਧੀ ਰਾਤ ਬੀਤ ਚੁੱਕੀ ਹੈ। ਬਾਹਰ ਸੰਘਣਾ ਹਨੇਰਾ ਹੈ। ਸਾਰੇ ਸੌਂ ਚੁੱਕੇ ਨੇ। ਮਾਂ ਜਾਗਦੀ ਹੈ। ਮੈਂ ਜਦੋਂ ਵੀ ਉਸ ਵੱਲ ਵੇਖਦੀ ਹਾਂ ਉਹ ਬੋਲਣ ਲੱਗ ਪੈਂਦੀ ਹੈ, ਵੇਖੀ ਕਿੰਨਾ ਸੰਘਣਾ ਹਨੇਰਾ ਹੈ। ਜੇ ਜਾਣਾ ਹੀ ਤੀ ਸਵੇਰੇ ਚਲਿਆ ਜਾਂਦਾ। ਚਲੋ ਕਰਤਾਰ ਦੀ ਮਰਜ਼ੀ। ਭਰਾ ਨਾਲ ਘਰ ਦੀ ਰੌਣਕ ਚਲੀ ਗਈ ਹੈ। ਉਸ ਦੀ ਸਾਨੂੰ ਨਾ ਬੁਲਾਉਣ ਵਾਲੀ ਗੱਲ ਭੁੱਲਦੀ ਜਾ ਰਹੀ ਹੈ। ਉਸ ਦੀ ਪੈੜ ਚਾਲ ਯਾਦ ਆ ਰਹੀ ਹੈ। ਮਾਂ ਸੁੰਨੇ ਘਰ ਵੱਲ ਅੱਖਾਂ ਪਾੜ-ਪਾੜ ਝਾਕ ਰਹੀ ਹੈ। ਜਦੋਂ ਸੁੰਨ ਉਹਦੇ ਦਿਮਾਗ ਨੂੰ ਚੜ੍ਹਨ ਲੱਗਦੀ ਹੈ, ਉਹ ਹਵਾ ਨਾਲ ਗੱਲਾਂ ਕਰਨ ਲੱਗਦੀ ਹੈ। ਕਦੇ ਅੱਗੇ ਨਾ ਪਿੱਛੇ ਜਾਣ ਲੱਗਿਆ ਉਹ ਮੇਰੇ ਪੈਰੀਂ ਹੱਥ ਲਾਉਣ ਲੱਗ ਪਿਆ। ਮੈਂ ਜਦੋਂ ਛਾਤੀ ਨਾਲ ਲਾਇਆ ਉਹ ਮੇਰੇ ਮੱਥੇ ਦੀ ਬਿੰਦੀ ਵਾਲੀ ਥਾਂ ਚੁੰਮ ਰੋਣ ਲੱਗ ਪਿਆ। ਮੈਨੂੰ ਤਾਂ ਐਂ ਲੱਗਦਾ ਜਿਵੇਂ ਉਹਨੂੰ ਕੁਝ ਹੋ ਗਿਆ ਹੋਵੇ। ਮੈਂ ਅੱਖਾਂ ਬੰਦ ਕਰੀ ਮਾਂ ਦੀਆਂ ਗੱਲਾਂ ਸੁਣ ਰਹੀ ਹਾਂ। ਉਹ ਸੱਚ ਕਹਿ ਰਹੀ ਹੈ। ਭਾਬੀ ਤੋਂ ਚੋਰੀ ਉਹ ਮੇਰੇ ਵੀ ਗਲ ਲੱਗ ਰੋਇਆ। ਜਾਣ ਲੱਗਿਆ ਉਹ ਮੈਨੂੰ ਇੱਕ ਨੋਟਾਂ ਦੀ ਗੱਠੀ ਨਾਲ ਸੋਨੇ ਦੀ ਬਿੰਦੀ ਫੜਾ ਗਿਆ ਹੈ। ਮੈਂ ਉਹ ਬਿੰਦੀ ਵਾਲੀ ਡੱਬੀ ਸਰਾਣੇ ਹੇਠਾਂ ਰੱਖ ਲਈ ਹੈ। ਰਾਤ ਹੌਲੀ ਹੌਲੀ ਸਰਕ ਰਹੀ ਹੈ। ਮੇਰੀਆਂ ਅੱਖਾਂ ਵਿਚਲੀ ਨੀਂਦ ਉੱਡਦੀ ਜਾ ਰਹੀ ਹੈ। ਵਕਫਾ। ਖੇਤਾਂ ਵਿੱਚ ਡੁੱਲਿਆ ਖੂਨ, ਰਾਮੂ ਦੀ ਲਾਸ਼, ਭੱਜਿਆ ਜਾਂਦਾ ਤਾਇਆ, ਖੇਤਾਂ ਵਿੱਚ ਝੰਡਾ ਲਹਿਰਾਉਂਦਾ ਕਾਮਰੇਡ, ਰੋੜਿਆਂ ਦੀ ਢੇਰੀ ਉੱਪਰ ਪਈ ਸਾਬਤੀ ਇੱਟ ਤੇ ਸੁੱਕੇ ਰੁੱਖਾਂ ਨਾਲ ਲਟਕਦੀਆਂ ਲਾਸ਼ਾਂ। ਮੇਰੀਆਂ ਅੱਖਾਂ ਵਿੱਚ ਕਿੰਨਾ ਹੀ ਕੁਝ ਤੈਰ ਰਿਹਾ ਹੈ। ਬਸ ਨੀਤੀ, ਬਸ ਸੌਂ ਜਾ ਹੁਣ। ਮੈਨੂੰ ਸਲਾਉਣ ਵਾਲੀ ਮਾਂ ਆਪ ਜਾਗ ਰਹੀ ਹੈ। ਮੈਂ ਅੱਧ ਸੁੱਤੀ ਪਈ ਹਾਂ। ਅੱਖ ਖੁੱਲਦੀ ਹੈ। ਮਹਿੰਦੀ ਵਾਲੇ ਹੱਥਾਂ ਵੱਲ ਵੇਖਣ ਲੱਗਦੀ ਹਾਂ। ਅੱਖ ਲੱਗਦੀ ਹੈ। ਇੱਕ ਸੁਪਨਾ ਦਿਸਣ ਲੱਗਦਾ ਹੈ। ਸੁਪਨਾ। सावधान। हवा, पानी, वृक्ष, धरती, कल्चर और भाषा। हम इस गांव की हर जमीन को पेटेंट करने जा रहे हैं। आपको कीमत जरा ज्यादा चुकानी होगी, मगर याद रखना शुद्ध चीज की कोई कीमत नहीं होती। कस्बा बने पिंड नूं शहर बनाउण दा ऐलान करदी आवाज
ਸੁਣ ਕੇ ਛੋਟੀਆਂ-ਛੋਟੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਹਨ। ਦੇਬੂ ਦੀ ਦੁਕਾਨ ਤੋਂ ਰੰਗ ਵਾਲਾ ਡੱਬਾ ਤੇ ਬਰਸ਼ ਖਰੀਦ ਕੇ ਹਰਦੇਵ ਤਾਇਆ ਦੁਕਾਨਾਂ ਦੇ ਮਿਟ ਰਹੇ ਬੋਰਡ ਲਿਖਣ ਲੱਗ ਪਿਆ ਹੈ। ਜੇ ਕੁਝ ਕਰਨਾ ਹੀ ਹੈ ਤਾਂ ਬਲੈਕ ਵਰਲਡ ਸ਼ਾਪਿੰਗ ਮਾਲ ਦਾ ਬੋਰਡ ਮੇਟ ਤੇ। ਦੁਕਾਨਦਾਰ ਉਸ ਵੱਲ ਵੇਖ ਰੋਣ ਲੱਗੇ ਹਨ। ਹੱਥ ਵਿੱਚ ਰੰਗ ਵਾਲਾ ਬੁਰਸ਼ ਫੜੀ ਤਾਇਆ ਨਵੇਂ ਖੁੱਲੇ ਮਾਲ ਵੱਲ ਨੂੰ ਭੱਜ ਲਿਆ, ਪਰ ਥੋੜੀ ਦੂਰ ਜਾ ਕੇ ਉਹਦਾ ਛਾਹ ਉਖੜ ਗਿਆ। ਅੰਕਲ ਪਾਣੀ। ਬਿਸਲਰੀ ਵਾਟਰ ਦੀ ਬੋਤਲ ਸਿੱਟ ਦਲੇਰ ਦੀ ਕਾਲਜ ਪੜ੍ਹਦੀ ਕੁੜੀ ਅਗਾਂਹ ਲੰਘ ਗਈ ਹੈ। ਖੂਨ ਖੂਨ। ਇੱਕ ਘੁੱਟ ਭਰ ਕੇ ਤਾਏ ਨੇ ਬੋਤਲ ਪਰਾਂ ਭਗਾ ਮਾਰੀ ਹੈ। ਉਸ ਦਾ ਮੂੰਹ ਖਾਰਾ ਹੋ ਗਿਆ। ਖੂਨ ਥੁੱਕਦਾ ਹੋਇਆ ਉਹ ਪਿੰਡ ਵੱਲ ਨੂੰ ਭੱਜ ਲਿਆ। ਪਿੰਡ ਵਿੱਚ ਘਰਾਂ ਉੱਪਰ ਲਾਲ ਰੰਗ ਦੀਆਂ ਕਾਟੀਆਂ ਦੇ ਨਿਸ਼ਾਨ ਲੱਗ ਰਹੇ ਨੇ। ਲਾਲ ਰੰਗ ਦੀ ਕਾਟੀ ਦਾ ਨਿਸ਼ਾਨ ਕਾਹਦਾ ਹੁੰਦਾ ਹੈ, ਤੁਸੀਂ ਆਪ ਸਿਆਣੇ ਹੋ। ਰੰਗ ਵਾਲਾ ਡੱਬਾ ਤੇ ਬੁਰਸ਼ ਚੁੱਕੀ ਹਰਦੇਵ ਤਾਇਆ ਸੁੱਕ ਰਹੇ ਬੁੱਲਾਂ ਤੇ ਜੀ ਫੇਰ ਰਿਹਾ ਹੈ। ਉਸ ਦੀ ਨਜ਼ਰ ਨਲਕਿਆਂ, ਟੂਟੀਆਂ ਤੇ ਬੋਰਾਂ ਉੱਪਰ ਟਿਕੀ ਹੋਈ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਖੇਤ ਸਮਰਸੀਬਲ ਬੋਰ ਕੋਲ ਖਵਾਜਾ ਪੀਰ ਦਾ ਚਿਰਾਗ ਬਾਲਦੀ ਹੋਈ ਮੇਰੀ ਮਾਂ ਬਾਣੀ ਪੜ੍ਹ ਰਹੀ ਹੈ। ਉਸ ਦੀ ਆਵਾਜ਼ ਸੁਣ ਮੇਰੀ ਅੱਖ ਖੁੱਲ ਗਈ ਹੈ। ਉਹ ਪਾਣੀ ਮੰਗ ਰਹੀ ਹੈ। ਉਸ ਦਾ ਮੂੰਹ ਇੰਨਾ ਕਿਉਂ ਸੁੱਕ ਰਿਹਾ ਹੈ? ਉਹ ਇੱਕ ਰਾਤ ਵਿੱਚ 5ਵੀਂ ਵਾਰ ਪਾਣੀ ਮੰਗ ਰਹੀ ਹੈ। ਮੈਂ ਪਾਣੀ ਬਾਰੇ, ਮੈਂ ਬਿੰਦੀ ਬਾਰੇ ਸੋਚਦੀ ਹੋਈ ਆਖਰੀ ਦ੍ਰਿਸ਼ ਬਾਰੇ ਸੋਚਣ ਲੱਗੀ ਹਾਂ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਇਹ ਇੰਨੀ ਹੀ ਕਹਾਣੀ ਸੀ ਜੀ। ਬਹੁਤ ਸੋਹਣੀ ਤੁਸੀਂ ਕਹਾਣੀ ਪੜ੍ਹੀ ਜਸਵੀਰ ਰਾਣਾ ਸਾਹਿਬ, ਔਰ ਬੜਾ ਅੱਛਾ ਸਟਾਰਟ। ਔਰ ਮੈਂ ਖੁਸ਼ ਹਾਂ ਕਿ ਦੁਨੀਆ ਭਰ ਦੇ ਪੰਜਾਬੀ ਬੜੀ ਦਿਲਚਸਪੀ ਨਾਲ ਕਹਾਣੀ ਸੁਣ ਰਹੇ ਨੇ। ਅੱਜ ਨੈਟਵਰਕ ਵੀ ਸਾਡਾ ਸਾਥ ਦੇ ਰਿਹਾ ਹੈ। ਤੇ ਇਸ ਤੋਂ ਪਹਿਲੇ ਕਿ ਮੈਂ ਮੁਦੱਸਰ ਬਸ਼ੀਰ ਹੋਰਾਂ ਨੂੰ ਬੇਨਤੀ ਕਰਾਂ ਕਹਾਣੀ ਪੜ੍ਹਨ ਦੀ, ਮੈਂ ਜਿਹੜੇ ਦੋਸਤ ਹੁਣ ਤੱਕ ਜੁੜੇ ਨੇ, ਰਵਿੰਦਰ ਧਾਲੀਵਾਲ, ਰੋਬਿਨ ਸਿੰਘ ਰਟੋਲ, ਸਤੀਸ਼ ਥਿੰਦ ਔਰ ਅਸਵਿੰਦਾ ਧਾਲੀਵਾਲ, ਤ੍ਰਿਪਤਾ ਕੇ ਸਿੰਘ, ਗੁਰਚਰਨ ਐਸ ਜੋਗੀ ਔਰ ਗੁਰਪ੍ਰੀਤ ਸਿੰਘ ਥਿੰਦ ਸਾਡੇ ਦੋਸਤ ਅਜੇ ਸਾਡੇ ਨਾਲ ਨੇ। ਉਹ ਬਹੁਤ ਵਡਿਆ ਰਹੇ ਨੇ ਸੈਸ਼ਨ ਨੂੰ। ਔਰ ਸ਼੍ਰੀ ਰਾਮ ਸਰੂਪ ਅਨਖੀ ਹੋਰਾਂ ਨੂੰ ਵੀ ਜਿਹੜਾ ਉਹ ਧੰਨਵਾਦ ਕਹਿ ਰਹੇ ਨੇ, ਜਿਨ੍ਹਾਂ ਦੇ ਨਾਂ ਤੇ ਅੱਜ ਸਾਰੇ ਦੋਸਤ ਇਕੱਠੇ ਹੋਏ। ਤੇ ਮੁਦੱਸਰ ਬਸ਼ੀਰ ਨੂੰ ਮੈਂ ਦਰਖਾਸਤ ਕਰਾਂਗਾ ਜੀ ਉਹ ਕਹਾਣੀ ਆਪਣੀ ਜਿਹੜੀ ਹੈ ਉਹ ਸਾਂਝੀ ਕਰਨ। ਜੀ ਹੋ ਗਿਆ ਸਰ। हाँ जी, बड़ी मेहरबानी मलिक साहब ਤੁਹਾਡੀ। मैं पहले तो ਜਿਹੜੇ ਸਾਡੇ ਆਦਰਵਾਨ ਜਿਹੜੇ ਜਿਨ੍ਹਾਂ ਦੀ ਅਸੀਂ ਸਾਰੀ ਇਹਦੇ ਵਿੱਚ ਰਾਮ ਸਰੂਪ ਅਨਖੀ ਸਾਹਿਬ ਜਿਨ੍ਹਾਂ ਨੂੰ ਅਸੀਂ ਮੈਮੋਰਾਈਜ਼ਡ ਕਰ ਰਹੇ ਹੈਗੇ ਹਾਂ, ਉਹਨਾਂ ਨੂੰ ਮੈਂ ਪੂਰਾ ਟ੍ਰਿਬਿਊਟ ਦੇਣਾ ਚਾਹਾਂਗਾ ਕਿ ਇਹ ਉਹਨਾਂ ਦੇ ਕਾਰਨ ਹੈਗਾ ਕਿ ਅੱਜ ਅਸੀਂ ਸਾਰੇ ਲੋਕ ਅਰਾਊਂਡ ਦੀ ਵਰਲਡ ਜਿਹੜਾ ਹੈ, ਅਰਾਊਂਡ ਦੀ ਗਲੋਬ ਜਿਹੜਾ ਹੈਗਾ, ਅਸੀਂ ਲੋਕ ਇਕੱਠੇ ਹੋਏ ਹਾਂ ਤੇ ਇੱਕ ਦੂਸਰੇ ਨੂੰ ਸੁਣ ਰਹੇ ਹਾਂ। ਤੇ ਰਾਣਾ ਸਾਹਿਬ ਦੀ ਵੀ ਬਹੁਤ ਮਿਹਰਬਾਨੀ, ਉਹਨਾਂ ਨੇ ਸਾਨੂੰ ਇੱਕ ਪੂਰਾ ਕਹਾਣੀ ਦੇ ਇੱਕ ਥੀਏਟਰ ਸਾਨੂੰ ਸੁਣਾਇਆ ਪੂਰਾ। ਤੇ ਉਹ ਜੇ ਅਸੀਂ ਕਦੀ ਪੜਾਂਗੇ ਤੇ ਥੀਏਟਰ ਹੀ ਉਹਦੀ ਬਹੁਤ ਜ਼ਿਆਦਾ ਫਾਰਮੇਸ਼ਨ ਨਾਲ ਸਾਨੂੰ ਨਜ਼ਰ ਆਏਗੀ। ਅੱਛਾ ਮਲਿਕ ਸਾਹਿਬ, ਮੈਂ ਜਿਸ ਵੇਲੇ ਕੈਨੇਡਾ ਤੋਂ ਵਾਪਿਸ ਆਇਆ ਤੇ ਜ਼ਾਰੀ ਗੱਲ ਹੈ ਕਿ ਅਸੀਂ ਕੁਛ ਸ਼ੈਵਾਂ ਸਿੱਖ ਕੇ ਆਉਂਦੇ ਹਾਂ ਕਰਕੇ, ਤੇ ਮੈਨੂੰ ਐਸੀ ਕਿ ਮੇਰੇ ਜਿਹੜੇ ਇੱਧਰ ਦੇ ਲੋਕਲ ਸਾਡੇ ਜਿਹੜੇ ਦੋਸਤ ਹੈਗੇ ਨੇ ਤੇ ਕੁਛ ਉਹਨਾਂ ਦੀ ਸੇਵਾ ਦੇ ਵਿੱਚ ਕੀ ਪੇਸ਼ ਕਰੀਏ। ਤੇ ਫਿਰ ਮੈਂ ਵੈਨਕੂਵਰ ਦੇ ਲੋਕੇਲ ਦੇ ਉੱਤੇ, ਜਿੱਥੇ ਰਿਵਰ ਫਰੇਜ਼ਰ ਹੈਗਾ, ਉਹਦੇ ਲੋਕੇਲ ਦੇ ਉੱਤੇ ਇੱਕ ਕਹਾਣੀ ਲਿਖੀ ਤੇ ਉਸ ਕਹਾਣੀ ਦਾ ਨਾਂ ਹੈ ਨਿਸ਼ਾ। ਨਿਸ਼ਾ ਉਸ ਕਹਾਣੀ ਦਾ ਮੇਨ ਕੈਰੈਕਟਰ ਹੈ ਜੀ। ਤੇ ਉਹ ਅਸੀਂ ਪੇਸ਼ ਕਰਨੇ ਆ, ਛੋਟੀ ਜਿਹੀ ਕਹਾਣੀ ਹੈ ਤੇ ਤੁਸੀਂ ਸੁਣੋ ਜੀ। ਜੀ, ਨਿਸ਼ਾ ਫਰੇਜ਼ਰ ਦਰਿਆ ਦੀ ਮਨਸਜਰੀ ਸਵੇਰੇ ਇੱਕ ਬੈਂਚ ਉੱਤੇ ਆਣ ਬੈਠੀ ਸੀ। ਕਿੰਨਾ ਚਿਰੋਂ ਵਗਦੀ ਹਵਾ ਨਾਲ ਪਹਿਲਾ ਪਾਉਂਦੇ ਪਾਣੀ ਨੂੰ ਇੱਕ ਟੁਕ ਵਹਿੰਦੀ ਰਹੀ। ਉਂਝ ਤਾਂ ਵੈਨਕੂਵਰ ਵਿੱਚ ਨਵੰਬਰ ਮਹੀਨਾ ਰਸਿਆ ਹੀ ਹੁੰਦਾ ਹੈ, ਪਰ ਉਸ ਦਿਹਾੜੀ ਸੂਰਜ ਦੂਰੋਂ ਪਹਾੜਾਂ ਦੀ ਕੁੱਖ ਚੋਂ ਇੰਜ ਦਾ ਜਨਮਿਆ ਕਿ ਉਹ ਆਪਣੇ ਪੂਰੇ ਜ਼ੋਰ ਨਾਲ ਧਰਤੀ ਦੇ ਸੀਨੇ ਦੇ ਉੱਤੇ ਆਪਣੀਆਂ ਨਿੱਘ ਭਰੀਆਂ ਰਿਸ਼ਮਾਂ ਬਖੇਰਨ ਲੱਗ ਪਿਆ, ਜਿਹਦੇ ਤੋਂ ਰਾਤ ਨੂੰ ਪਈ ਮੋਤੀਆਂ ਵਾਂਗ ਦੀ ਬਰਫ਼ ਪਾਣੀ ਨਾਲ ਪਾਣੀ ਹੁੰਦੀ ਜਾ ਰਹੀ ਸੀ। ਲੱਕੜੀ ਦੇ ਉਸ ਪੁਰਾਣੇ ਬੈਂਚ ਦੇ ਖੱਬੇ ਹੱਥ ਵੱਡੇ ਵੱਡੇ ਗੋਲ ਚਕੋਰ ਪੱਥਰ ਪਏ ਹੋਏ ਸਨ, ਵਰਿਆਂ ਪੁਰਾਣੇ
ਸਾਗ ਤੇ ਪਾਣੀ ਦਾ ਮੁਖ ਚੁੰਮਦਿਆਂ ਇਹਨਾਂ ਚੋਂ ਕਈਆਂ ਉੱਤੇ ਹਰੇ ਰੰਗ ਦੀਆਂ ਤਹਿਾਂ ਵਿੱਚ ਛਿਬਲ ਜੰਮੀ ਪਈ ਸੀ। ਉਹਨਾਂ ਤੋਂ ਕੁਝ ਪੰਧ ਉੱਤੇ ਰੁੱਖਾਂ ਤੋਂ ਟੁੱਟੇ 3-4 ਟਹਿਣੇ ਮਿੱਟੀ ਪਾਣੀ ਨਾਲ ਰਲੇ ਮਿਲੇ ਲੰਮੇ ਪਏ ਹੋਏ ਸਨ, ਜਿਨ੍ਹਾਂ ਦੇ ਨਾਲ ਇੱਕ ਸੰਗਲ ਭੋਏ ਉੱਤੇ ਗੱਡਿਆ ਪਿਆ ਸੀ, ਜਿਹੜਾ ਅਜੇ ਤਾਈਂ ਕਿਸ਼ਤੀਆਂ ਖਿੱਚਣ ਪਾਰੋਂ ਵਰਤਿਆ ਜਾਂਦਾ ਸੀ। ਤੇ ਉਹਦੇ ਮਗਰ ਸਿੱਧੀ ਭੌਂਦੀ ਆਂਦੀ ਗਲੀ ਦੇ ਮੋਹਰੇ ਕੁਝ ਵੱਡੇ ਭਾਰੀ ਸੰਗਲਾਂ ਦੇ ਨਾਲ ਇੱਕ ਮੋਟਰ ਸਟੈਂਡ ਸੀ, ਜਿਹੜਾ ਭਾਰੀਆਂ ਕਿਸ਼ਤੀਆਂ ਨੂੰ ਕੰਢੇ ਲਿਆਉਣ ਪਾਰੋਂ ਵਰਤਿਆ ਜਾਂਦਾ ਸੀ। ਪਰ ਹੁਣ ਉਹਦੀ ਵਰਤੋਂ ਬਹੁਤ ਘੱਟ ਸੀ, ਕਿਉਂ ਜੋ ਫਰੇਜ਼ਰ ਰਾਵੀ ਇੱਕ ਇਹੋ ਜਿਹੇ ਟਾਣੀ ਤੇ ਕਿਉਂਕਿ ਫਰੇਜ਼ਰ ਦਰਿਆ ਇੱਕ ਇਹੋ ਜਿਹੀ ਟਾਣੀ ਸੀ ਜਿਹਦੇ ਆਲੇ ਦੁਆਲੇ ਬਸਤੀਆਂ ਉਸਰ ਗਈਆਂ ਸਨ। ਨਿਸ਼ਾ ਜਿਸ ਬੈਂਚ ਉੱਤੇ ਬੈਠੀ ਸੀ ਉਹਦੇ ਮਗਰ 3 ਤਖਤਿਆਂ ਨੂੰ ਭਰਿਆ ਖਾਲੀ ਛੱਡ ਕੇ ਇੱਕ ਕੰਧੀ ਜੀ ਨਾਲ ਜੀ ਉਸਾਰੀ ਗਈ ਸੀ, ਜਿਹੜੀ ਉਸ ਬਸਤੀ ਦੇ ਦਰਿਆ ਦੇ ਵਿਚਕਾਰ ਗਲੀਆਂ ਦੇ ਨਾਲ ਸੀ। ਉਹਦੇ ਨਾਲ ਕਈਆਂ ਰੰਗਾਂ ਦੀਆਂ ਵੇਲਾਂ ਆਪਣੇ ਆਪ ਫੁੱਟੀਆਂ ਪਈਆਂ ਸਨ, ਜਿਨ੍ਹਾਂ ਵਿੱਚੋਂ ਕੁਝ ਸੁੱਕੀਆਂ ਤੇ ਕੁਝ ਹਰੀਆਂ ਜਲ ਭਰੀਆਂ ਸਨ। ਉਹਨਾਂ ਦੇ ਨਾਲ ਹੀ ਗਲੀ ਦੇ ਮੁੜ ਤੋਂ ਅਖੀਰ ਤਿਕਰ ਜ਼ਰਦ ਨੀਲੇ ਪੱਤੇ ਸਾਵੇ ਪੱਤਿਆਂ ਦਾ ਢੇਰ ਲੱਗਿਆ ਪਿਆ ਸੀ। ਗਰਮੀਆਂ ਵਿੱਚ ਫਰੇਜ਼ਰ ਦਾ ਪਾਣੀ ਗਲੀਆਂ ਤਿਕਰ ਉਛੱਲਾ ਮਾਰਦਾ ਉੱਪਰਲੇ ਕਾਰਨ ਪੱਤਿਆਂ ਨਾਲ ਆਪਣੀ ਇੱਕ ਬਸਤੀ ਵਸਾਈ ਬੈਠਿਆ ਸੀ। ਬੈਂਚ ਉੱਤੇ ਉਹ ਟਿਮ ਹਾਰਟਨ ਦੇ ਨਾਲ ਕਾਫੀ ਦੇ ਨਾਲ ਮਗ ਭਰੇ ਰਾਹੀਂ ਹੱਥਾਂ ਨੂੰ ਨਿੱਘ ਦਿੰਦੀ ਕੁਝ ਘੁੱਟ ਭਰ ਲੈਂਦੀ। ਬੈਂਚ ਨਾਲ ਬੈਂਚ ਹੋਏ ਉਹ ਕਦੇ ਕਦੇ ਮੁੜ ਕੇ ਸਿੱਧੀ ਭੌਂਦੀ ਆਂਦੀ ਗਲੀ ਨੂੰ ਆਪਣੇ ਵੀਗਿਆਂ ਦੇ ਪਸਾਰ ਵਿੱਚ ਬਣੇ ਬੰਗਲੇ ਨੂੰ ਤੱਕ ਲਵੇ, ਜਿਹਦੇ ਆਲੇ ਦੁਆਲੇ ਬਹੁਤੇ ਬੰਗਲੇ ਅੰਗਰੇਜ਼ਾਂ ਦੇ ਸਨ। ਉਹ ਅੰਗਰੇਜ਼ ਜਿਨ੍ਹਾਂ ਦੇ ਵਟਕੇ ਕੋਈ 1.25 ਸਦੀ ਪਹਿਲੇ ਆਇਰਲੈਂਡ ਤੇ ਸਕਾਟਲੈਂਡ ਤੋਂ ਇੱਥੇ ਆਣ ਵਸੇ ਸਨ। ਕਾਨੂੰਨੀ ਗੈਰ ਅੰਗਰੇਜ਼ਾਂ ਸਰਕਾਰਾਂ ਨੇ ਉਹਨਾਂ ਨੂੰ ਚੌਕੀਆਂ ਜ਼ਮੀਨਾਂ ਦਿੱਤੀਆਂ ਤੇ ਅਗਲੀਆਂ ਪੀੜ੍ਹੀਆਂ ਉੱਥੇ ਐਡੇ ਵੱਡੇ ਫਾਰਮ ਉਸਾਰੇ ਕਿ ਤਬੇਲਿਆਂ ਵਿੱਚ ਘੋੜੇ ਵੀ ਦਰਜਨਾਂ ਦੀ ਗਿਣਤੀ ਵਿੱਚ ਸਨ। ਉਹਨਾਂ ਚੋਂ 2-4 ਫਾਰਮ ਹਾਊਸਿਸ ਪੰਜਾਬੋਂ ਆਏ ਪਰਦੇਸੀਆਂ ਦੇ ਵਟਕਿਆਂ ਦੇ ਵੀ ਸਨ। ਨਿਸ਼ਾ ਦੇ ਦਾਦੇ ਤੇ ਉਹਦੇ ਤਾਏ ਦਾਦੇ ਨੇ ਚੌਖੀ ਮਿਹਨਤ ਕੀਤੀ ਸੀ, ਪਰ ਕੁਝ ਵਰਿਆਂ ਮਗਰੋਂ ਤਾਇਆ ਦਾਦਾ ਗਦਰੀਆਂ ਨਾਲ ਜਾ ਹਿੰਦੁਸਤਾਨ ਰਲਿਆ। ਫਿਰ ਮਗਰੋਂ ਉਹਦੇ ਪਿਓ ਤੇ ਭਰਾਵਾਂ ਨੇ ਵੀ ਚੌਖੀ ਮਿਹਨਤ ਕੀਤੀ, ਪਰ ਸਾਰੀ ਕੀਤੀ ਕਰਾਈ ਤਾਏ ਦਾਦੇ ਦੀ ਉਹਨਾਂ ਦੇ ਹੱਥ ਹੀ ਲੱਗੀ। ਪਰ ਹੁਣ ਉਹ ਆਪ ਵੀ ਤੇ ਕਿੰਨੀ ਦਿਹਾੜੀ ਚ ਕਿੰਨੀ ਦੇਰ ਸਟਾਕ ਮਾਰਕੀਟ ਵਿੱਚ ਵਪਾਰ ਪਰ ਰੁੱਝੀ ਰਹਿੰਦੀ ਹੈ। ਉਸ ਦਿਨ ਤਹਿਮੀ ਦੇ ਤਾਰੇ ਦੇ ਨਾਲ ਹੀ ਦਰਿਆ ਦੇ ਕੰਢੇ ਉੱਤੇ ਆਣ ਬੈਠੀ, ਜਦੋਂ ਕਦੇ ਜਲੰਧਰ ਆਪਣੀ ਮਾਂ ਨਾਲ ਬਾਲਪਨ ਵਿੱਚ ਸਰਗੀ ਨੂੰ ਉੱਠ ਖਲੋਂਦੀ ਤੇ ਉਸ ਵੇਲੇ ਕੰਨਾਂ ਵਿੱਚ ਕੁਕੜਾਂ ਦੇ ਨਾਲੋਂ ਨਾਲ ਮਸੀਤਾਂ ਤੋਂ ਆਂਦੀਆਂ ਬਾਂਗਾਂ ਵੀ ਕੰਨਾਂ ਵਿੱਚ ਪੈਂਦੀਆਂ। ਪਰ ਹੁਣ ਤਾਂ ਬਸ ਉਹ ਚੁੱਪ ਬੈਠੀ ਸਾਫ਼ ਨਿਤਰੇ ਪਾਣੀ ਦੀਆਂ ਆਵਾਜ਼ਾਂ ਸੁਣਦੀ ਪਈ ਸੀ। ਹਰ ਮਿੰਟ 2 ਮਿੰਟ ਮਗਰੋਂ ਕੋਈ ਬਗਲਾ ਉੱਥੇ ਆਣ ਲੱਗਾ ਤੇ ਪਾਣੀ ਦੀਆਂ ਲਹਿਰਾਂ ਵਖੇਦੀਆਂ ਜਾਂਦੀਆਂ। ਇਹਨਾਂ ਦੇ ਨਾਲ ਉਹ ਚਿੜੀਆਂ ਤੇ ਜੰਗਲੀ ਕਬੂਤਰ ਵੀ ਦਿਸਣ, ਜਿਹੜੇ ਉਹ ਚਰੋਕਨੇ ਪੰਜਾਬ ਛੱਡ ਆਈ ਸੀ। ਫਿਰ ਹਮੇਸ਼ ਸੋਚਦੀ ਰਹੀ ਕਿ ਖਬਰੇ ਉਹ ਉਹਨਾਂ ਚਿੜੀਆਂ ਕਬੂਤਰਾਂ ਦੇ ਪਿੱਛੇ ਇੱਥੇ ਟੁਰ ਆਈ ਸੀ ਜਾਂ ਉਹ ਪੱਖੂ ਉਹਦੇ ਮਗਰ ਇੱਥੇ ਆਣ ਵਸੇ ਸਨ। 40 ਤੋਂ 45 ਵੱਲ ਵਧੀ ਜਾ ਰਹੀ ਸੀ। 10 ਵਰ੍ਹਿਆਂ ਦੀ ਸੀ ਜਦੋਂ ਪਿਓ ਨੇ ਮਾਂ ਦੇ ਨਾਲ ਵੀਜ਼ਾ ਕਰਕੇ ਉੱਥੇ ਸੱਦ ਲਿਆ। ਆਂਦੇ ਵੇਲੇ ਹੀ ਦਾਦੀ ਨੇ ਸਰੋਂ ਦਾ ਤੇਲ ਮਲ ਕੇ 2 ਲੰਮੀਆਂ ਗੁੱਤਾਂ ਕਰਕੇ ਪਰਾਂਦੇ ਪਾਏ ਸਨ, ਪਰ ਹੁਣ ਤਾਂ ਕਾਲੇ ਵਾਲਾਂ ਦੀ ਥਾਂ ਉੱਤੇ ਭੂਰੇ ਚਿੱਟੇ ਖਿਲਰੇ ਵਾਲ ਸਨ। ਫਿਰ ਕਦੇ ਵੀ ਉਹ ਉਂਝ ਕਾਲੇ ਨਾ ਹੋ ਸਕੇ ਜਿਹੜੇ ਕਦੇ ਜਲੰਧਰ ਸਨ। ਕੰਢੇ ਤੋਂ ਪਾਣੀ ਨੂੰ ਵੇਂਦਿਆਂ ਦੂਰੋਂ ਇੱਕ ਮੋਟਰ ਬੋਟ ਟੁੱਟਦੀ ਦਿਸੀ। ਇੱਕ ਸਾਹ ਵਿੱਚ ਮਨ ਘਬਰਿਆ ਕਿ ਹਵਰੇ ਉਹ ਆਪ ਇੱਕ ਮੋਟਰ ਬੋਟ ਸੀ। ਨਸਦੀ ਭਜਦੀ ਦੌੜੀ ਜਾ ਰਹੀ ਸੀ, ਬਿਨਾਂ ਕਿਸੇ ਦਿਸ਼ਾ ਤੇ ਬਿਨਾਂ ਕਿਸੇ ਉਦਮ ਤੋਂ। ਕਿੱਥੇ ਜਾ ਖਲੋਣਾ ਹੈ, ਕਿਵੇਂ, ਕਿਹਦੇ ਲਈ ਖਲੋਣਾ ਹੈ, ਕਿੱਥੇ ਜਾ ਕਸ਼ਤੀ ਪਾਣੀ ਹੈ। ਮਨ ਕਦੇ ਖੁੱਲ ਕੇ ਚਾਂਗੜਾ ਮਾਰੇ, ਜਿਨ੍ਹਾਂ ਦੀਆਂ ਆਵਾਜ਼ਾਂ ਨਾਲ ਚੁੱਪ ਦੇ ਲਗੇ ਜੰਦਰੇ ਖੁੱਲਦੇ ਜਾਣ। ਆਪਣੇ ਅੰਦਰ ਦਾ ਹੁਮ ਜਿਹੜਾ ਲੱਗਿਆ ਪਿਆ ਸੀ ਤੋੜ ਪਾਉਂਦੇ ਵੇ ਰਗਾਂ ਨੂੰ ਲੀਰੋ ਲੀਰ ਕਰ ਛੱਡੇ, ਸਭੇ ਨੀਰ ਵਗਾ ਛੱਡੇ, ਜਿਹੜੇ ਫਰੇਜ਼ਰ ਦੇ ਪਾਣੀ ਨਾਲ ਵਿੱਚ ਜਾ ਰਲਣ। ਕੋਈ ਆਤਮਾ ਦਾ ਆਮਣਾ ਸਾਹਮਣਾ ਤੇ ਹੋਵੇ, ਸ਼ਾਂਤੀ ਸਾਹ ਨਾਲ ਭਰ ਜਾਵੇ, ਪਰ ਕਿਉਂ, ਕਾਦੇ ਲਈ? ਆਕਾਸ਼ ਤੋਂ ਵਰਿਆ ਮੀਂਹ ਉਹਦਾ ਇੱਕ ਤੁਰਪਕਾ ਫਰੇਜ਼ਰ ਦੇ ਦਰਿਆ ਦੇ ਪਾਣੀ ਵਿੱਚ ਜਾ ਰਲਦਾ ਸੀ। ਉਹਨੇ ਆਪਣਾ ਮੋਬਾਈਲ ਫੋਨ ਵੀ ਆਫ ਕਰਕੇ ਨਾਲ ਰੱਖਿਆ ਹੋਇਆ ਸੀ, ਜਿਹਨੂੰ ਆਦਤ ਪਾਰੋਂ ਹਰ 2-4 ਮਿੰਟ ਮਗਰੋਂ ਚਾਹ ਲੈਂਦੀ, ਫੜ ਕੇ ਪੁੱਠਿਆਂ ਸਿੱਧਿਆਂ ਕਰਕੇ ਟੋਂਦੀ, ਕਦੇ ਔਨ ਵੀ ਕਰਨ ਲੱਗਦੀ ਤੇ ਫਿਰ ਆਪਣੇ ਆਪ ਨਾਲ ਕੀਤਾ ਵਚਨ ਦੁਹਰਾਉਂਦੀ ਕਿ ਅੱਜ ਦੀ ਦਿਹਾੜੀ ਮੋਬਾਈਲ ਔਨ ਨਹੀਂ ਕਰਨਾ, ਜਿਹੜਾ ਵੱਖਰਾ ਉਹਦੀ ਜਾਨ ਦਾ ਦੁਸ਼ਮਣ ਬਣਿਆ ਪਿਆ ਸੀ। ਪਰ ਉਸੇ ਮੋਬਾਈਲ ਨੂੰ ਵਰਤਦਿਆਂ ਦੁਨੀਆ ਵੀ ਫੇਰ ਆਈ ਸੀ। ਬਾਲਪਨ ਵਿੱਚ ਦਾਦੀ ਨੇ ਇੱਕ ਵਾਰੀ ਦੱਸਿਆ ਕਿ ਉਹਦੇ ਨਾਨਕੇ ਦਾਦਕੇ ਲਾਹੌਰੋਂ ਕਸੂਰੋਂ ਸਨ। ਕੁਝ ਵਰੇ ਹੋਏ ਲਾਹੌਰ ਕਸੂਰ ਦਾ ਫੇਰਾ ਪਾਈ ਸੀ। ਸੁੱਕੀ ਗੰਨ ਨਾਲ ਭਰੀ ਰਾਵੀ ਤੱਕੀ, ਪਰ ਫੇਰ ਵੀ ਉਹਨੂੰ ਇੰਝ ਲੱਗੇ ਕਿ ਜਿਵੇਂ ਉਹਦੇ ਵਟਕੇ ਇੱਥੋਂ ਹੀ ਆਰ ਪਾਰ ਆਂਦੇ ਜਾਂਦੇ ਹੋਣਗੇ। ਜੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਇੱਥੇ ਰਹਿੰਦੀਆਂ ਤੇ ਇੰਜ ਦੇ ਕੁੜੀਆਂ ਮੁੰਡੇ ਹੁੰਦੇ ਹੋਣਗੇ ਜਿਹੜੇ ਉਸ ਵੇਲੇ ਉਹ ਤੱਕਦੀ ਪਈ ਸੀ। ਲਾਹੌਰ ਹੀ ਉਹਨੂੰ ਚੰਨ ਮਿਲਿਆ, ਜਿਹਦਾ ਅਸਲ ਨਾਂ ਤਾਂ ਕੁਝ ਹੋਰ ਸੀ, ਪਰ ਯਾਰ ਬੇਲੀ ਸਭੇ ਚੰਨ ਆ ਕੇ ਸੱਦਦੇ ਸਨ। ਉਹਨੂੰ ਮਿਲੇ ਤੇ ਕੁਝ ਵਰੇ ਹੋਏ ਸਨ, ਪਰ ਉਹਨੂੰ ਇੰਝ ਜਾਪੇ ਜਿਵੇਂ ਕਈਆਂ ਪੀੜ੍ਹੀਆਂ ਦਾ ਸਾਕ ਹੋਏ। ਉਹਦੇ ਨਾਲ ਉਹ ਗੱਲਾਂ ਵੀ ਸਾਂਝੀਆਂ ਕਰ ਲੈਂਦੀ ਜਿਹੜੀ ਕਦੇ ਕਿਸ਼ੋਰ ਨਾਲ ਵੀ ਨਹੀਂ ਕਰ ਸਕਦੀ ਸੀ। ਕੁਝ ਦਿਨ ਹੋਏ ਉਹ ਆਪਣੇ ਕਿਸੇ ਕੰਮ ਪਾਰੋਂ ਇੱਥੇ ਆਇਆ ਹੋਇਆ ਸੀ। ਆਪਣੇ ਕਿਸੇ ਬੇਲੀ ਦੇ ਘਰ ਜਾ ਟੁਕਿਆ। ਉਹਨੂੰ ਆਪ ਏਅਰਪੋਰਟ ਤੋਂ ਲੈਣ ਗਈ। ਉਹਦਾ ਮੁੱਖ ਉਹਨੂੰ ਆਪਣਾ ਹੀ ਜਾਪੇ, ਜਿਹੜਾ ਉਹ ਕਦੇ ਕਿਸੇ
ਸ਼ੀਸ਼ੇ ਵਿੱਚ ਬਾਲਪਨੇ ਦੇ ਜਲੰਧਰ ਛੱਡ ਆਈ ਸੀ। ਹਵਾ ਕੁਝ ਤੇਜ਼ ਹੀ ਹੋ ਗਈ ਸੀ, ਜਿਸ ਤੋਂ ਪਾਣੀ ਦੀਆਂ ਉਛਲਾਂ ਵੀ ਤੇਜ਼ ਹੁੰਦੀਆਂ ਗਈਆਂ। ਇਸ ਵਿੱਚ ਘੋੜੇ ਦੇ ਸੁਮਾਂ ਦੀ ਆਵਾਜ਼ ਆਉਣ ਲੱਗ ਪਈ। ਮਗਰੋਂ ਉਹਦੇ ਬੰਗਲੇ ਤੋਂ ਇੱਕ ਉੱਚੀ ਲੰਮੀ ਅੰਗਰੇਜ਼ ਕੁੜੀ ਆਪਣਾ ਅਰਬੀ ਘੋੜਾ ਹੌਲੀ ਹੌਲੀ ਤੋਰਦਿਆਂ ਉਹਦੇ ਕੋਲੋਂ ਲੰਘੀ ਤੇ ਉਹਨੂੰ ਇੱਕ ਹਾਸਾ ਦਾਨ ਕਰਦਿਆਂ ਅਗਾਂਹ ਟੁਰ ਗਈ। ਘੋੜਾ ਕੁਝ ਪੰਦੇ ਉੱਤੇ ਹੋਇਆ ਤੇ ਇੱਕ ਰੁੱਖ ਤੋਂ ਮੋਟੀ ਤਾਜ਼ੀ ਗਾਲੜ ਛਾਲਾਂ ਮਾਰਦੀ ਦਰਿਆ ਦੇ ਕੰਢੇ ਉੱਤੇ ਫਿਰੀ ਜਾਵੇ ਤੇ ਪੋਏ ਉੱਤੇ ਡਿੱਗੇ ਛੋਲਿਆਂ ਦੇ ਵਿੱਚ ਮੂੰਹ ਮਾਰੀ ਜਾਵੇ। ਫਿਰ ਨਿਸ਼ਾ ਨੂੰ ਇੰਝ ਲੱਗਿਆ ਕਿ ਜਿਵੇਂ ਗਾਲੜ ਉਹਨੂੰ ਵੇਖ ਕੇ ਹੱਸੀ ਜਾ ਰਹੀ ਹੈ। ਕਦੇ ਨਸਦਿਆਂ ਨੇੜੇ ਦੀਆਂ ਝਾੜੀਆਂ ਵਿੱਚ ਰੁਕ ਜਾਵੇ ਤੇ ਕਦੇ ਪੁੱਛਲ ਉੱਤੇ ਜਾ ਖਲੋਵੇ। ਫਿਰ ਇੱਕ ਵਾਰੀ ਛਾਲ ਮਾਰ ਕੇ ਜ਼ਰਦ ਪੀਲੇ ਹਰੇ ਪੱਤਿਆਂ ਵਿੱਚ ਵੜੀ ਤੇ ਕੁਝ ਪੱਤੇ ਹਵਾ ਵਿੱਚ ਉੱਡਦੇ ਗਏ। ਪਵਨ ਵਿੱਚ ਰੰਗੀਨ ਪੱਤੇ ਨਜ਼ਰੀ ਪਏ ਤੇ ਕਈ ਰੰਗਾਂ ਦੀਆਂ ਤਿਤਲੀਆਂ ਸਾਹਮਣੇ ਆਣ ਖਲੋਤੀਆਂ, ਜਿਨ੍ਹਾਂ ਦੇ ਮਗਰੇ ਉਹ ਨੱਸੀ ਜਾ ਰਹੀ ਸੀ। ਇੱਕ ਵਾਰੀ ਐਵੇਂ ਤਿਤਲੀਆਂ ਫੜਦੀ ਉਹਦੀ ਸਹੇਲੀ ਪ੍ਰੀਤਪਾਲ ਪੁੰਨੀ ਦਾ ਅੰਗੂਠਾ ਉਹਦੇ ਨਾਲ ਉਂਗਲ ਜੋੜ ਕੇ ਨੱਸੀ ਜਾਵੇ। ਦੋਵੇਂ ਇੱਕ ਦੂਜੇ ਨੂੰ ਵੇਂਦੀਆਂ ਹੱਸ ਰਹੀਆਂ ਸਨ ਕਿ ਉਹ ਖਾਲੇ ਵਿੱਚ ਡਿੱਗ ਪਈ ਤੇ ਉਹਨੂੰ ਪਿੰਡ ਦੇ ਬੁੱਢੇ ਚੌਕੀਦਾਰ ਨੇ ਚਾਹਿਆ। ਜਦੋਂ ਝੁਰੀਆਂ ਭਰਿਆ ਲਾਲ ਮੁੱਖ ਵਾਲਾ ਕਰਮੂ ਅੱਖੀਆਂ ਦੇ ਸਾਹਮਣੇ ਆਇਆ ਤੇ ਉਹਨੂੰ ਵੈਨਕੂਵਰ ਤੇ ਸਰੀ ਦੇ ਰੈੱਡ ਚੇਤੇ ਆ ਗਏ, ਜਿਨ੍ਹਾਂ ਨੂੰ ਹੁਣ ਤਾਂ ਰੈੱਡ ਆਖਣਾ ਉਲਾਮਾ ਸੀ। ਪਹਿਲਾਂ ਨੇਟਿਵ ਆਖਿਆ ਗਿਆ, ਫਿਰ ਫਸਟ ਨੇਸ਼ਨ ਸੱਦਿਆ ਗਿਆ। ਇੱਕ ਵਾਰੀ ਉਹਨਾਂ ਦੇ ਮੇਲੇ ਟੁਰ ਗਈ, ਜਿੱਥੇ ਲਾਲ ਭੂਰੇ ਲੋਕਾਂ ਨੂੰ ਆਪਣੀਆਂ ਬੋਲੀਆਂ ਵਿੱਚ ਗੱਲਾਂ ਕਰਦਿਆਂ ਸੁਣਿਆ, ਜਿਸ ਵਿੱਚ ਉਹਨਾਂ ਨੂੰ ਆਪਣੀ ਧਰਤੀ ਬੋਲੀ ਅਣਖ ਖੁੱਸ ਜਾਣ ਦਾ ਚੌਖਾ ਹਰਕ ਸੀ। ਆਪਣੇ ਚੌੜੇ ਉਗਰਵੇਂ ਮੁੱਖ ਗੰਦੇ ਲੀੜਿਆਂ ਨਾਲ ਸਾਫ਼ ਕਰਦੇ ਤੇ ਵਿੱਚ ਕਦੇ ਸ਼ਰਾਬ ਦੇ ਘੁੱਟ ਭਰਨ ਤੇ ਕਦੇ ਹੈਸ਼ ਦੇ ਕਸ਼ ਲਾਉਂਦੇ। ਇੰਜ ਦੇ ਕੁੜੀਆਂ ਮੁੰਡੇ ਡਾਊਨਟਾਊਨ ਵਿੱਚ ਥਾਂ ਥਾਂ ਤੱਕਦੀ ਰਹੀ। ਕਿਸ਼ੋਰ ਵੀ ਇੰਜ ਸਿਗਰਟ ਤੋਂ ਧੂਆ ਛੱਡਦਾ ਸੀ ਜਿਵੇਂ ਉਹ ਕਸ਼ ਭਰਦੇ ਸਨ। ਯੂਨੀਵਰਸਿਟੀ ਮਗਰੋਂ ਕਿਸ਼ੋਰ ਨਾਲ ਚੰਗੀ ਗੱਲਬਾਤ ਹੋਈ ਤੇ ਮਾਪਿਆਂ ਵਿਆਹ ਕਰ ਛੱਡਿਆ। ਜਿਹੜਾ ਹੁਣ ਕਦੇ ਨਿਊਯਾਰਕ ਹੁੰਦਾ ਸੀ, ਕਦੇ ਵਾਸ਼ਿੰਗਟਨ, ਵੈਨਕੂਵਰ, ਰੋਜ਼ ਫੋਨ ਉੱਤੇ ਗੱਲ ਵੀ ਹੁੰਦੀ। ਹਰ ਸੁੱਖ ਦੁੱਖ ਵਿੱਚ ਇੱਕ ਦੂਜੇ ਨਾਲ ਵੀ ਹੁੰਦੇ, ਪਰ ਅੰਦਰੋਂ ਅੰਦਰ ਕਦਰ ਧੁਰਨੀਆਂ ਤੋਂ ਕੱਲੀ ਸੀ। ਕੁਝ ਗੱਲਾਂ ਚੰਨ ਨਾਲ ਸਾਂਝੀਆਂ ਕਰ ਲੈਂਦੀ, ਜਿਹੜਾ ਕਦੇ ਕਦੇ ਉਹਨੂੰ ਆਪਣੀ ਕੁੱਖ ਤੋਂ ਹੀ ਜੰਮਿਆ ਜਾਪਦਾ। ਵੈਨਕੂਵਰ ਆਇਆ ਤੇ ਐਡਾ ਥੱਕਿਆ ਹੋਇਆ ਸੀ ਕਿ ਨਿਸ਼ਾ ਦੀ ਚੋਲੀ ਵਿੱਚ ਸਿਰ ਰੱਖਦੇ ਹੀ ਸੌਂ ਗਿਆ। ਫਿਰ ਕਿੰਨਾ ਚਿਰ ਉਹਦੇ ਮੁਖ ਨੂੰ ਵੇਂਦੀ ਰਹੀ ਕਿ ਕਿਸੇ ਦੁੱਧ ਪੀਂਦੇ ਬਾਲ ਵਾਂਗੂ ਸ਼ਾਂਤ ਆਕਾਸ਼ ਤੋਂ ਲੱਥੀ ਹੋਈ ਕਿਸੇ ਆਤਮਾ ਦੀ ਕੋਮਲਤਾ ਲਈ ਉਹ ਜਿਹੜਾ ਸੁੱਤੇ ਸੁੱਤੇ ਕਿਸੇ ਦੀ ਨਾ ਸਮਝ ਆਉਣ ਵਾਲੀ ਗੱਲ ਤੋਂ ਹੌਲੀ ਹੌਲੀ ਜਾਂ ਬੁੱਲੀਆਂ ਖੋਲ ਕੇ ਹੱਸਦਾ ਰਹਿੰਦਾ। ਸਵੇਰ ਤੋਂ ਇਹ ਸਾਰੀਆਂ ਗੱਲਾਂ ਫਰੇਜ਼ਰ ਦਰਿਆ ਦੇ ਪਾਣੀ ਨਾਲ ਕਰੀ ਜਾ ਰਹੀ ਸੀ, ਬਿਨਾਂ ਕੁਝ ਬੋਲੇ, ਅੱਖੀਆਂ ਦੇ ਰਾਹੀਂ, ਦਰਸ ਦੇ ਸ਼ਬਦਾਂ ਦੇ ਨਾਲ। ਕਿਸ਼ੋਰ ਨਾਲ ਹਿਆਤੀ ਵਿੱਚ ਚੰਗੀ ਖੁੱਲ ਸੀ, ਪਰ ਕਿਧਰੇ ਕੋਈ ਬਾਂਧ ਵੀ ਤੇ ਹੋਣੀ ਚਾਹੀਦੀ ਸੀ, ਜਿਹੜੀ ਨਹੀਂ ਸੀ, ਜਿਸ ਤੋਂ ਆਪਣਾ ਆਪ ਕਿਧਰੇ ਗੁਆਚਿਆ ਪਿਆ ਸੀ। ਇਸ਼ਰਾ ਨੂੰ ਇੱਕ ਬਗਲੇ ਨੇ ਫਿਰ ਪਾਣੀ ਵਿੱਚ ਟੁੱਬੀ ਮਾਰੀ ਤੇ ਉਸ ਤੋਂ ਦਰਿਆ ਦੇ ਕੰਢੇ ਤੀਕਰ ਬੁਲਬੁਲੇ ਬਣਦੇ ਗਏ, ਬੇਰੰਗ ਬਾਰੀਕ ਕੋਮਲ ਬੁਲਬੁਲੇ ਜਿਨ੍ਹਾਂ ਤੋਂ ਆਰ ਪਾਰ ਤੱਕਿਆ ਜਾ ਸਕਦਾ ਸੀ। ਨਿਸ਼ਾ ਦਾ ਆਪਣਾ ਆਪ ਵੀ ਇੱਕ ਬੁਲਬੁਲੇ ਵਿੱਚ ਆਣ ਸਮਾਇਆ ਤੇ ਉਹ ਪਾਣੀ ਦੇ ਉੱਤੇ ਬਿਨਾਂ ਕਿਸੇ ਪਾਰ ਤੋਂ ਤਰੀ ਜਾਵੇ। ਆਪਣਾ ਸਾਰਾ ਸਵੇਰ, ਸਰੀਰ, ਵਜੂਦ, ਆਤਮਾ ਤੇ ਸਾਰੀ ਬੇਵਜੂਦੀ ਉਸੇ ਬੁਲਬੁਲੇ ਦੇ ਹਵਾਲੇ ਸੀ। ਉਹ ਜਿੱਥੇ ਵੀ ਲਈ ਜਾਵੇ। ਪਾਣੀ ਆਪਣੀ ਖਾਸ ਸਹਿਜ ਵਿੱਚ ਸੀ। ਕੁਝ ਤੇਜ਼ ਚੱਕਰ ਵੀ ਚੱਲੇ, ਪਰ ਪਾਣੀ ਆਪਣੀ ਸਹਿਜ ਨਾਲ ਹੀ ਸੀ। ਇੱਕ ਬੁਲਬੁਲੇ ਦੇ ਨਾਲ ਕੋਈ ਦੂਜਾ ਬੁਲਬੁਲਾ ਵਿੱਚ ਆਣ ਸਮਾਂਦਾ ਤੇ ਦੋਵੇਂ ਆਪਸ ਵਿੱਚ ਹੱਸੀ ਜਾਵਣ, ਖੇਡਣ, ਮੀਤ ਪ੍ਰੀਤ ਸਾਂਝੇ ਕਰਨ। ਜੇ ਇੱਕ ਬੁਲਬੁਲਾ ਖਿੜੇ ਤੇ ਉਹ ਕਿਸੇ ਦੂਜੇ ਵਿੱਚ ਜਾ ਸਮਾਵੇ ਤੇ ਕੋਈ ਇੱਕ ਨਵਾਂ ਤੇ ਵੱਡਾ ਬੁਲਬੁਲਾ ਜੇ ਵੱਖਰਾ ਹੋਵੇ ਤੇ ਇੱਕ ਹੋਰ ਨਿੱਕਾ ਕੋਮਲ ਬੁਲਬੁਲਾ ਕਿਸੇ ਵੀ ਸਟਾਰ ਫਿਸ਼ ਵਾਂਗੂ। ਸੂਰਜ ਦੀਆਂ ਗਰਮ ਰਿਸ਼ਮਾਂ ਨਾਲ ਬੁਲਬੁਲੇ ਦੇ ਰੰਗ ਕਦੇ ਹਲਕੇ ਨੀਲੇ ਅਸਮਾਨੀ ਹੋਣ ਤੇ ਕਦੇ ਗੂੜੇ ਨੀਲੇ ਹਰੇ। ਉਹਦਾ ਆਪਣਾ ਆਪ ਨਚਿੰਤ ਤਰੀ ਜਾ ਰਿਹਾ ਸੀ। ਵਰਿਆਂ ਦੇ ਪੰਧ ਵਿੱਚ ਗਵਾਚੀ ਕੋਈ ਸੱਧਰ ਪਾਣੀ ਦੀ ਪੱਧਰ ਉੱਤੇ ਸੀ, ਹਵਾ ਦੇ ਆਸਰੇ ਨਾਲ ਟੁਰਦਿਆਂ, ਜਿਹਦੇ ਹੇਠਾਂ ਕਈ ਰੰਗਾਂ ਦੀਆਂ ਨਿੱਕੀਆਂ ਵੱਡੀਆਂ ਮੱਛੀਆਂ ਇੱਕ ਦੂਜੇ ਨਾਲ ਹੱਸਦੀਆਂ, ਖੇਡਦੀਆਂ, ਗਾਉਂਦੀਆਂ ਅਗਲੀਆਂ ਰਾਵਾਂ ਤੇ ਹੇਠੀਆਂ ਨੀਹਾਂ ਦੀਆਂ ਤਹਿਵਾਂ ਵਿੱਚ ਸਨ। ਉਹਨਾਂ ਦੇ ਕੋਮਲ ਪੱਖਾਂ ਨਾਲ ਬੁਲਬੁਲਿਆਂ ਦੇ ਨਾਲ ਰੰਗ ਚਾਂਦੀ ਰੰਗ ਦੀਆਂ ਸੁੰਦਰ ਸ਼ਕਲਾਂ ਵੀ ਹੋਰ ਤੋਂ ਹੋਰ ਹੋਈਆਂ ਜਾ ਰਹੀਆਂ ਸਨ। ਉਹਨਾਂ ਦੀਆਂ ਪੱਖਾਂ ਦੀ ਆਵਾਜ਼ ਨਾਲ ਉਹਨਾਂ ਦੇ ਆਪਣੇ ਕੰਨਾਂ ਵਿੱਚ ਉਹਦੀ ਆਵਾਜ਼ ਗੇੜੇ ਮਾਰਦੀ, ਕਦੇ ਦਾਦੀ ਨੂੰ ਸੱਦੇ ਤੇ ਕਦੇ ਕਿਸ਼ੋਰ ਨੂੰ। ਤੇ ਨਾਲ ਹੀ ਤਰਦੇ ਬੁਲਬੁਲੇ ਵਿੱਚ ਚੰਦ ਦਾ ਮੁਸਕਾਂਦਾ ਮੁਖ ਵੀ ਦਿਸੇ। ਦੋਵੇਂ ਬੁਲਬੁਲੇ ਆਪਣੀਆਂ ਗੱਲਾਂ ਕਰੀ ਜਾ ਰਹੇ ਸਨ। ਦਰਿਆ ਆਪਣੀ ਟੋਰ ਵਿੱਚ ਸੀ, ਜਿਵੇਂ ਵੇਲੇ ਦੀ ਨਾ ਖਲੋਣ ਵਾਲੀ ਬੇਅੰਤ ਟੋਰ ਹੋਵੇ ਤੇ ਉਹਦੇ ਪਸਾਰ ਵਿੱਚ ਆਈ ਹਰ ਸ਼ੈ ਜਿਹਦੇ ਨਾਲ ਤਰੀ ਜਾਵੇ। ਸਵੇਰ ਤੋਂ ਦੁਪਹਿਰ, ਫਿਰ ਲੋਡਾ ਵੇਲਾ ਹੋ ਗਿਆ, ਮਗਰੋਂ ਸ਼ਾਮਾਂ ਪੈਂਦੀਆਂ ਗਈਆਂ। ਆਕਾਸ਼ ਉੱਤੇ ਸ਼ਾਮ ਦੀ ਚੱਦਰ ਵਿਛੀ ਤੇ ਕੈਨਵਸ ਉੱਤੇ ਕਈਆਂ ਰੰਗਾਂ ਦੇ ਬ੍ਰਸ਼ ਫਿਰਦੇ ਗਏ। ਕੁਦਰਤ ਦੇ ਆਪਣੇ ਰੰਗ ਆਣ ਖਲੋਤੇ ਸਨ। ਪਾਣੀ ਹਵਾ ਦੇ ਜ਼ੋਰ ਤੋਂ ਹੋਰ ਤੇਜ਼ ਹੋ ਗਿਆ ਤੇ ਨਾਲ ਹੀ ਹੌਲੀ ਹੌਲੀ ਕਣੀਆਂ ਵੀ ਪੈਣ ਲੱਗ ਪਈਆਂ। ਉਹਨੇ ਆਪਣਾ ਮੋਬਾਈਲ ਚੁੱਕਿਆ ਤੇ ਟਿਮ ਹਾਰਟਨ ਦੇ ਮੱਗ ਤੋਂ ਕਾਫੀ ਚਿਰੋਕਣੀ ਮੁੱਕ ਗਈ ਸੀ। ਮੱਗ ਦੇ ਕੰਢੇ ਦੇ ਉੱਤੇ ਪਿਆ ਇੱਕ ਡਸਟਬਿਨ ਵਿੱਚ ਸੁੱਟਿਆ। ਸਿੱਧੀ ਗਲੀ ਭੋਈ ਜ਼ਰਦ ਨੀਲੇ ਪੀਲੇ ਹਰੇ ਪੱਤਿਆਂ ਦਾ ਢੇਰ ਉਹਦੇ ਪੈਰਾਂ ਹੇਠ ਸੀ। ਉਹਦੀ ਕੰਢ ਉੱਤੇ ਫਰੇਜ਼ਰ ਦਰਿਆ ਦਾ ਪਾਣੀ ਆਪਣੀਆਂ ਨੀਹਾਂ ਦੇ ਨਾਲ ਸੂਰਜ ਦੀ ਕੁੱਖ ਵਿੱਚ ਜਾ ਸੁੱਤਾ ਸੀ।
ਆਕਾਸ਼ ਉਤੇ ਬਰਫ਼ ਦੀ ਚਾਨਣੀ ਵਾਲਾ ਚੰਨ ਆਣ ਖਲੋਤਾ ਸੀ ਤੇ ਹੁਣ ਨਿਸ਼ਾ ਪਾਣੀ ਤੋਂ ਨਿਕਲ ਕੇ ਕਿਸੇ ਹਵਾ ਦੇ ਬੁਲਬੁਲੇ ਵਿੱਚ ਸੀ। ਜੀ ਆਦਮ। ਵਾਹ ਵਾਹ, ਬਹੁਤ ਸੋਹਣੀ ਬੜਾ ਕਹਾਣੀ ਜੀ। ਤੁਸੀਂ ਬੜੀ ਸੋਹਣੀ ਅਦਾਇਗੀ ਵੀ, ਬੜਾ ਮਜ਼ਾ ਆ ਰਿਹਾ ਸੀ ਸੁਣਨ ਦਾ। ਔਰ ਇਹ ਫੀਲ ਹੋਇਆ ਕਿ ਉਹ ਸੁੰਦਰਪ੍ਰੀਤ ਕਣੀਆਂ ਸਾਹਿਬ ਮਰੂਫ ਚੜ੍ਹਦੇ ਪੰਜਾਬ ਦੇ ਸ਼ਾਇਰ ਅਦੀਬ ਨੇ, ਉਹ ਕਹਿ ਰਹੇ ਨੇ ਕਿ ਇਹਨਾਂ ਦੀ ਕਹਾਣੀ ਦੇ ਵਿੱਚ ਪੰਜਾਬ ਵਾਲੀ ਮੁੜਕ ਤੇ ਗਰਗ ਹੈ ਜੀ, ਐਮ ਮਾਰ ਕੇ ਮਰਗ ਤੇ ਗਰਗ ਹੈ ਜੀ। ਮਰਗ ਦਾ ਮੈਨੂੰ ਨਹੀਂ ਪਤਾ ਇਹ ਕੀ ਹੈ, ਲੇਕਿਨ ਉਹ ਦੱਸਣਗੇ ਮਕਾਮੀ ਦੋਸਤ। ਲੇਕਿਨ ਬਹੁਤ ਵਡਿਆ ਰਹੇ ਨੇ ਉਹ। ਪ੍ਰੀਤਮ ਕੌਰ ਕਹਿੰਦੇ ਨੇ ਕਿ ਮੁਦੱਸਰ ਬਸ਼ੀਰ ਜੀ ਬਹੁਤ ਖੂਬਸੂਰਤ ਕਹਾਣੀ ਤੁਸੀਂ ਪੜ੍ਹੀ। ਔਰ ਮੁਸਤਫਾ ਅਨਵਰ ਲਹਿੰਦੇ ਪੰਜਾਬ ਤੋਂ ਬੜੇ ਸ਼ਾਇਰ ਸਾਡੇ ਵੱਡੇ, ਉਹ ਵੀ ਬੜੇ ਖੁਸ਼ ਹੋ ਰਹੇ ਨੇ। ਤੇ ਇਬਰਾਹਿਮ ਵਿਰਕ ਸ਼ੇਖੂਪੁਰਾ ਤੋਂ ਵੇਖ ਰਹੇ ਨੇ, ਉਹ ਵੀ ਬੜੇ ਖੁਸ਼ ਨੇ ਇਸ ਗੱਲ ਤੇ। ਚਲੋ ਸ਼ੁਕਰ ਹੈ ਨਵੀਂ ਨਸਲ ਦੀ, ਨਵੀਂ ਪੀੜ੍ਹੀ ਵੀ ਕਹਾਣੀ ਨੂੰ ਬੜੀ ਸੰਜੀਦਗੀ ਨਾਲ ਸੁਣ ਰਹੀ ਹੈ। ਜਤਿੰਦਰ ਹੰਸਰੀ, ਰਵਿੰਦਰ ਰੁਪਾਈ ਔਰ ਹੋਰ ਬਹੁਤ ਸਾਰੇ ਦੋਸਤ ਧਾਲੀਵਾਲ ਸਾਡੇ ਸੁਣ ਰਹੇ ਨੇ। ਤੇ ਮੈਂ ਅਗਲੀ ਕਹਾਣੀ ਤੋਂ ਪਹਿਲੇ ਇਸ ਤੋਂ ਨਾਂ ਲੈਤੇ ਕਿ ਇਹ ਸਾਡੇ ਬੜੇ ਅਹਿਮ ਲੋਕ ਨੇ ਜੀ। ਜਤਿੰਦਰ ਨੂੰ ਬੜਾ ਸਲਾਮ ਜੀ। ਜਤਿੰਦਰ ਸਾਡੇ ਨਾਲ ਉੱਥੇ ਸਨ ਵੈਨਕੂਵਰ ਦੇ ਵਿੱਚ ਜੀ। ਜਤਿੰਦਰ ਹਾਂਸ ਜੀ ਜੀ ਐਸ ਵਿਨਰ ਸਨ ਉੱਥੇ ਉਹਦੇ ਡਾਹਾਂ ਦੇ। ਇਹ ਵੀ ਡਾਹਾਂ ਅਵਾਰਡ ਵਿਨਰ ਨੇ ਜੀ। ਜਤਿੰਦਰ ਜਿਹੜੇ ਵੀ ਵਰ ਦਾ ਫਾਈਨਲਿਸਟ, ਮੈਂ ਤੇ ਰੁਪਾਣਾ ਸਾਹਿਬ, ਠੀਕ ਹੈ। ਹੀ ਵਾਸ ਅ ਵਿਨਰ ਫਰਮ ਦਾ ਗੁਰਮੁਖੀ। ਅੱਛਾ, ਵਾਹ ਵਾਹ। ਚਲੋ ਜੀ, ਇਹ ਵੀ ਬੜੀ ਗੱਲ ਹੈ। ਡਾਹਾਂ ਅਵਾਰਡ ਮਾਂ ਬੋਲੀ ਜਿਹੜੇ ਬੰਦੇ ਲੈ ਕੇ ਆਉਂਦੇ ਨੇ, ਉਹ ਮਾਂ ਬੋਲੀ ਦਾ ਸਿਰ ਉੱਚਾ ਕਰਦੇ ਨੇ ਦੁਨੀਆ ਭਰ ਦੇ ਵਿੱਚ। ਤੇ ਸਫੀਆ ਹਯਾਤ ਵੀ ਸਾਡੇ ਨਾਲ ਜੁੜ ਗਏ ਨੇ, ਲੇਕਿਨ ਉਹਨਾਂ ਦੀ ਸ਼ਾਇਦ ਨੈਟ 'ਚ ਕੋਈ ਮਸਲਾ ਹੈ ਕਿ ਉਹ ਤਸਵੀਰ ਨਹੀਂ ਆ ਰਹੀ, ਲੇਕਿਨ ਉਹ ਸੁਣਦੇ ਪਏ ਨੇ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਤੇ ਹੁਣ ਮੈਂ ਚਾਹਾਂਗਾ ਕਿ ਸਾਡੇ ਅੱਜ ਦੇ ਪ੍ਰਧਾਨ ਔਰ ਮਰੂਫ ਕਹਾਣੀਕਾਰ, ਇਹਨਾਂ ਦੀ ਕਹਾਣੀਆਂ ਦਾ ਪਰਾਗਾ ਰੇਤ ਦੀਆਂ ਕੰਧਾਂ, ਉੱਤੇ ਕਈ ਨਾਟਕ ਵੀ ਹੋ ਚੁੱਕੇ ਔਰ ਇਹਨਾਂ ਤੇ ਰੇਖਾ ਚਿੱਤਰ ਵੀ ਛਪ ਚੁੱਕੇ, ਬੜਾ ਵੱਡਾ ਨਾਂ ਹੈ। ਔਰ ਮੈਂ ਸਮਝਦਾ ਜਸਵੀਰ ਰਾਣਾ ਤੇ ਭੋਲਾ ਸਿੰਘ ਅਰਨ ਜਿਹੜੀ ਸਾਡੇ ਦੋਵਾਂ ਤੇ ਇਹਨਾਂ ਨੂੰ ਇੱਕ ਵਾਧਾ ਇਹਨਾਂ ਦਾ ਕਿ ਇਹਨਾਂ ਨੇ ਰਾਮ ਸਰੂਪ ਫੜਕੀਆਂ ਨੂੰ ਵੇਖਿਆ ਔਰ ਉਹਨਾਂ ਨਾਲ ਵਕਤ ਗੁਜ਼ਾਰਿਆ। ਤੇ ਅਸੀਂ ਉਹਨਾਂ ਦੀਆਂ ਲਿਖਤਾਂ 'ਚ ਉਹਨਾਂ ਨੂੰ ਵੇਖ ਰਹੇ ਹਾਂ ਔਰ ਉਹਨਾਂ ਦੇ ਜਿਹੜਾ ਦੇ ਗਏ ਨੇ ਸਾਥ ਸਾਨੂੰ, ਉਹਦੇ ਰਾਹੀਂ ਉਹਨਾਂ ਨੂੰ ਵੇਖ ਰਹੇ ਹਾਂ। ਲੇਕਿਨ ਸਾਹਮਣੇ ਵੇਖਣਾ ਵੀ ਇੱਕ ਆਜ਼ਾਦ ਹੈ ਜਿਹੜਾ ਤੁਹਾਨੂੰ ਦੋਵਾਂ ਨੂੰ ਹਾਸਲ ਹੈ। ਤੇ ਜਸਵੀਰ ਰਾਣਾ ਸਾਹਿਬ ਦੇ ਤੋਂ ਬੜਾ ਅਸਰ ਹੈ ਉਹਨਾਂ ਦਾ। ਔਰ ਉਸ ਦਿਨ ਵੀ ਇਹ ਤਸ਼ਰੀਫ ਲੈ ਇਹਨਾਂ ਦੀ ਕਹਾਣੀ ਦਾ ਬੜਾ ਮਜ਼ਾ ਆਇਆ। ਤੇ ਭੋਲਾ ਸਿੰਘ ਸਿੰਘੇੜਾ ਨੂੰ ਦਰਖਾਸਤ ਕਰਾਂਗਾ ਜੀ ਕਿ ਅੱਜ ਦੇ ਪ੍ਰਧਾਨ ਵੀ ਨੇ ਉਹ ਕਿ ਆਪਣੀ ਕਹਾਣੀ ਸਾਂਝੀ ਕਰਨ। ਉਸ ਤੋਂ ਬਾਅਦ ਜਦੋਂ ਸਾਡੇ ਕੋਲ ਵਕਤ ਹੋਏਗਾ, 32 ਮਿੰਟ ਹੋ ਗਏ ਨੇ, ਅਸੀਂ ਕੁਝ ਵਿਚਾਰ ਵੀ ਸਾਂਝੇ ਕਰਾਂਗੇ ਤੁਹਾਡੇ ਕੋਲ ਯਾਦਾਂ ਉਹਨਾਂ ਦੀਆਂ ਸੁਣਨਾ ਚਾਹਾਂਗੇ। ਮੈਂ ਤੇ ਮੁਦੱਸਰ ਬਸ਼ੀਰ ਹਰੀ ਕਿ ਜਿਹੜਾ ਤੁਸੀਂ ਵਕਤ ਗੁਜ਼ਾਰਿਆ ਐਡੇ ਵੱਡੇ ਮਹਾਨ ਲਿਖਾਰੀ ਨਾਲ, ਕੁਝ ਗੱਲਾਂ ਵੀ ਤੁਹਾਡੇ ਤੋਂ ਸੁਣੀਆਂ। ਤੇ ਜੀ ਭੋਲਾ ਸਿੰਘ ਜੀ, ਮੈਂ ਮਾਈਕ ਤੁਹਾਡਾ ਖੋਲਤਾ ਜੀ। ਬਹੁਤ 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 ਸ਼ੁਕਰੀਆ ਜੀ ਸਰ ਜੀ, ਧੰਨਵਾਦ ਤੁਹਾਡਾ। ਆਵਾਜ਼ ਆ ਰਹੀ ਹੈ ਸਰ? ਬੜੀ ਖੜਕੀ ਆਵਾਜ਼ ਜੀ। ਹੈਲੋ, ਅੱਛਾ ਅੱਛਾ ਅੱਛਾ, ਸ਼ੁਕਰੀਆ ਸਰ। ਅਣਖੀ ਸਾਹਿਬ ਬਾਰੇ ਆਪਾਂ ਬਾਅਦ ਦੇ ਵਿੱਚ ਗੱਲਾਂ ਕਰਾਂਗੇ ਖੁੱਲ ਕੇ, ਕਿਉਂਕਿ ਸਾਨੂੰ ਉਹਨਾਂ ਨਾਲ ਰਹਿਣ ਦਾ ਮੌਕਾ, ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਿਆ। ਗੱਲਾਂ ਕਰਨੀਆਂ ਵੀ ਚਾਹੀਦੀਆਂ ਨੇ, ਉਹ ਯਾਦਾਂ ਤਾਜ਼ੀਆਂ ਕਰਾਂਗੇ। ਰਾਣਾ ਸਾਹਿਬ ਹੈਗੇ ਨੇ ਜੀ ਜ਼ਰੂਰ। ਮੈਂ ਪਹਿਲਾਂ ਕਹਾਣੀ ਪੜ੍ਹਦਿਆਂ ਹਾਂਜੀ, ਕਹਾਣੀ ਦਾ ਨਾਮ ਹੈ ਜੀ ਆਪਣੀ ਸੁਗੰਧ। ਮੈਂ ਕਾਲ ਬੈਲ ਦਾ ਬਟਨ ਦਬਾਉਂਦਾ ਹਾਂ ਤੇ ਫਿਰ ਸਕੂਟਰੀ ਤੇ ਆ ਬੈਠਦਾ ਹਾਂ। ਸਟੈਂਡ ਨੂੰ ਉੱਪਰ ਕਰਕੇ ਸੈਲਫ ਸਟਾਰਟ ਵਾਲੀ ਸੁੱਚ ਤੇ ਅੰਗੂਠਾ ਰੱਖ ਲੈਂਦਾ ਹਾਂ। ਮੇਰੀ ਨਿਗਾਹ ਕਦੇ ਗੇਟ ਉੱਪਰਲੀ ਤੇ ਕਦੇ ਹੇਠਾਂ ਵਾਲੀ ਜਾਲੀ ਵੱਲ ਜਾਂਦੀ ਹੈ, ਪਰ ਅੰਦਰੋਂ ਕੋਈ ਵੀ ਗੇਟ ਨਹੀਂ ਖੋਲਦਾ। ਸਭ ਤੋਂ ਪਹਿਲਾਂ ਮੈਨੂੰ ਉਡੀਕ ਮੇਰੇ ਬੇਟੇ ਦੀ ਹੁੰਦੀ ਹੈ। ਉਹ ਭਾਵੇਂ 7ਵੀਂ ਵਿੱਚ ਪੜ੍ਹਦਾ ਹੈ, ਪਰ ਕੱਦ ਕਾਠ ਲੰਬਾ ਹੋਣ ਕਰਕੇ ਉੱਪਰਲੀ ਜਾਲੀ ਵਿੱਚ ਦੀ ਉਸਦਾ ਸਿਰ ਨਜ਼ਰ ਆ ਹੀ ਜਾਂਦਾ ਹੈ। ਜੇ ਸਿਰ ਨਜ਼ਰ ਨਾ ਆਏ ਤਾਂ ਮੈਨੂੰ ਘਰ ਦੇ ਕਿਸੇ ਹੋਰ ਜੀ ਦੇ ਗੇਟ ਖੋਲ੍ਹਣ ਦਾ ਇੰਤਜ਼ਾਰ ਰਹਿੰਦਾ ਹੈ। ਅੱਜ ਜੇ ਬੇਟਾ ਨਹੀਂ ਤਾਂ ਬੇਟੀ ਵੱਲੋਂ ਗੇਟ ਖੋਲ੍ਹਣ ਦਾ ਇੰਤਜ਼ਾਰ ਹੈ। ਅੱਜ ਉਹ ਦੋਵੇਂ ਜਣੇ ਘਰੇ ਹੀ ਹਨ। ਬੇਟੀ ਭਾਵੇਂ 4ਥੀ ਵਿੱਚ ਪੜ੍ਹਦੀ ਹੈ, ਪਰ ਫਿਰ ਵੀ ਅੱਡੀਆਂ ਚੁੱਕ ਕੇ ਅਰਲ ਨੂੰ ਹੌਲੀ ਹੌਲੀ ਖੋਲ੍ਹ ਹੀ ਲੈਂਦੀ ਹੈ। ਕੁਝ ਚਿਰ ਉਡੀਕਣ ਤੋਂ ਬਾਅਦ ਸੋਚਦਾ ਹਾਂ ਕਿ ਸ਼ਾਇਦ ਦੋਵੇਂ ਸੁੱਤੇ ਹੀ ਨਾ ਪਏ ਹੋਣ, ਜਾਂ ਫਿਰ ਅੰਦਰਲੇ ਕਮਰੇ ਵਿੱਚ ਬੈਠੇ ਉੱਚੀ ਆਵਾਜ਼ ਵਿੱਚ ਟੀਵੀ ਦੇਖ ਰਹੇ ਹੋਣ। ਹੋ ਸਕਦਾ ਹੈ ਬੇਟਾ ਆਪਣੇ ਕਮਰੇ ਵਿੱਚ ਕੰਪਿਊਟਰ ਤੇ ਬੈਠਾ ਹੈੱਡਫੋਨ ਲਾ ਕੇ ਸੰਗੀਤ ਸੁਣ ਰਿਹਾ ਹੋਵੇ ਤੇ ਬੇਟੀ ਟੀਵੀ ਦੇਖ ਰਹੀ ਹੋਵੇ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਬੈਲ ਦੀ ਆਵਾਜ਼ ਤਾਂ ਦੋਵਾਂ ਨੇ ਸੁਣ ਲਈ ਹੋਵੇ, ਪਰ ਅੱਡੋ ਅੱਡ ਕਮਰਿਆਂ 'ਚ ਬੈਠੇ ਗੇਟ ਖੋਲ੍ਹਣ ਦੀ ਜ਼ਿੰਮੇਵਾਰੀ ਇੱਕ ਦੂਜੇ ਤੇ ਸੁੱਟ ਬੈਠੇ ਹੋਣ। ਇੱਕ ਦੂਜੇ ਦੇ ਗੇਟ ਖੋਲ੍ਹਣ ਦੀ ਜ਼ਿੰਮੇਵਾਰੀ ਵਾਲੀ ਘਟਨਾ ਤਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀ ਹੈ।
ਫਿਰ ਅੱਜ ਕੱਲ ਹੋ ਰਹੀਆਂ ਚੋਰੀ, ਲੁੱਟ ਖੋਹ ਤੇ ਕਤਲੋਗਾਰਤ ਦੀਆਂ ਘਟਨਾਵਾਂ ਬਾਰੇ ਸੋਚ ਕੇ ਮੇਰੇ ਮਨ ਵਿੱਚ ਡਰ ਜਿਹਾ ਉੱਭਰ ਆਉਂਦਾ ਹੈ। ਮੈਂ ਝੱਟ ਸਕੂਟਰੀ ਤੋਂ ਉਤਰ ਕੇ ਦੁਬਾਰਾ ਬੈਲ ਦਾ ਬਟਨ ਦਬਾਉਂਦਾ ਹਾਂ। ਹੁਣ ਮੈਂ ਗੇਟ ਕੋਲ ਖੜਾ ਖੜਾ ਅੰਦਰ ਵੱਲ ਹੀ ਦੇਖ ਰਿਹਾ ਹਾਂ। ਅੱਜ ਥੋੜੇ ਕੁ ਚਿਰ ਬਾਅਦ ਪੋਰਚ ਵਾਲਾ ਗੇਟ ਖੋਲ ਕੇ ਬੇਟੀ ਆਉਂਦੀ ਦਿਖਾਈ ਦਿੰਦੀ ਹੈ। ਉਸਨੇ ਨੀਵੀਂ ਪਾਈ ਹੋਈ ਹੈ। ਮੈਂ ਝੱਟ ਸਕੂਟਰੀ ਤੇ ਬੈਠਦਿਆਂ ਹੀ ਸਟੈਂਡ ਉੱਪਰ ਕਰਕੇ ਸੈਲਫ ਮਾਰਦਾ ਹਾਂ। ਉਹ ਗੇਟ ਖੋਲ ਕੇ ਮੇਰੇ ਨਾਲ ਨਜ਼ਰ ਨਹੀਂ ਮਿਲਾਉਂਦੀ। ਨੀਵੀਂ ਪਾਈ ਫਿਰ ਉਸੇ ਤਰ੍ਹਾਂ ਅੰਦਰ ਜਾ ਵੜਦੀ ਹੈ। ਮੈਨੂੰ ਉਸਦਾ ਇਹ ਵਿਵਹਾਰ ਬੜਾ ਉਪਰਾ ਲੱਗਦਾ ਹੈ। ਪਹਿਲਾਂ ਉਹ ਇਸ ਤਰ੍ਹਾਂ ਨਹੀਂ ਸੀ ਕਰਦੀ ਹੁੰਦੀ। ਜਿਉਂ ਹੀ ਮੈਂ ਸਕੂਟਰੀ ਅੰਦਰ ਕਰਦਾ, ਉਹਦੀ ਨਿਗਾਹ ਪਹਿਲਾਂ ਹੁੱਕ ਵੱਲ, ਫਿਰ ਮੂਹਰਲੀ ਟੋਕਰੀ ਵੱਲ ਚਲੀ ਜਾਂਦੀ। ਜੇ ਲਿਫਾਫੇ ਟੰਗੇ ਹੁੰਦੇ ਤਾਂ ਉਹ ਟੋ ਕੇ ਵੇਖਦੀ ਤੇ ਫਿਰ ਆਪ ਹੀ ਅੰਦਾਜ਼ਾ ਲਾ ਕੇ ਫਲ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਬਾਰੇ ਪੁੱਛਦੀ ਰਹਿੰਦੀ। ਕਈ ਵਾਰ ਜੇ ਹੁੱਕ ਅਤੇ ਟੋਕਰੀ ਵਿੱਚ ਕੁਝ ਨਜ਼ਰ ਨਾ ਆਉਂਦਾ ਤਾਂ ਆਪ ਹੀ ਡਿੱਗੀ ਖੋਲ ਲੈਂਦੀ। ਜੇ ਮੈਂ ਉਸਦੇ ਖਾਣ ਲਈ ਕੁਝ ਨਾ ਲਿਆਉਂਦਾ ਤਾਂ ਨਾਰਾਜ਼ਗੀ ਦਾ ਇਜ਼ਹਾਰ ਵੀ ਕਰਦੀ ਰਹਿੰਦੀ। ਲਿਫਾਫਾ ਤਾਂ ਅੱਜ ਵੀ ਇੱਕ ਮੂਹਰਲੀ ਟੋਕਰੀ ਵਿੱਚ ਪਿਆ ਹੈ, ਪਰ ਉਹ ਤਾਂ ਗੇਟ ਖੋਲ ਕੇ ਪਿਛਲੇ ਪੈਰੀ ਹੀ ਮੁੜ ਗਈ ਹੈ। ਅੱਜ ਜਿਵੇਂ ਉਸਨੂੰ ਕਿਸੇ ਖਾਣ ਵਾਲੀ ਚੀਜ਼ ਵਿੱਚ ਦਿਲਚਸਪੀ ਹੀ ਨਾ ਹੋਵੇ। ਸੋਚਦਾ ਹਾਂ ਸ਼ਾਇਦ ਉਹ ਟੀਵੀ ਤੇ ਕੋਈ ਫਿਲਮ ਜਾਂ ਸੀਰੀਅਲ ਦੇਖਣ 'ਚ ਕਿਤੇ ਮਸਰੂਫ ਹੀ ਨਾ ਹੋਵੇ। ਇਹ ਵੀ ਹੋ ਸਕਦਾ ਹੈ ਕੋਈ ਨਾ ਕੋਈ ਚੀਜ਼ ਖਾਂਦੀ ਵਿਚਾਲੇ ਛੱਡ ਕੇ ਬਾਹਰ ਨਾ ਆ ਗਈ ਹੋਵੇ। ਸ਼ਾਇਦ ਉਹ ਛੇਤੀ ਇਸ ਲਈ ਮੁੜ ਗਈ ਹੋਵੇ ਕਿ ਪਿੱਛੋਂ ਵੀਰਾ ਹੀ ਨਾ ਚੀਜ਼ ਨੂੰ ਰਗੜਾ ਲਾ ਜਾਏ। ਉਸਨੇ ਤਾਂ ਮੇਰੇ ਨਾਲ ਅੱਜ ਇੱਕ ਵੀ ਸ਼ਬਦ ਸਾਂਝਾ ਨਹੀਂ ਸੀ ਕੀਤਾ। ਉਹ ਜ਼ਰੂਰ ਕਿਸੇ ਨਾ ਕਿਸੇ ਗੱਲੋਂ ਨਾਰਾਜ਼ ਹੋਵੇਗੀ। ਸਕੂਟਰੀ ਖੜਾ ਕੇ ਜਿਉਂ ਹੀ ਮੈਂ ਗੇਟ ਬੰਦ ਕਰਨ ਲਈ ਔੜਿਆ ਤਾਂ ਮੈਨੂੰ ਫਰਸ਼ ਉੱਤੇ ਕੁਝ ਚਟਿਆਈ ਜਿਹੀ ਨਜ਼ਰ ਆਈ। ਗੌਰ ਨਾਲ ਦੇਖਣ ਤੇ ਪਤਾ ਲੱਗਿਆ ਕਿ ਇਹ ਚਟਿਆਈ ਦੇ ਅਜਿਹੇ ਨਿਸ਼ਾਨ ਤਾਂ ਕਈ ਜਗ੍ਹਾ ਹਨ। ਇਹ ਨਿਸ਼ਾਨ ਅੰਦਰ ਵੱਲੋਂ ਬਾਹਰ ਵੱਲ ਨੂੰ ਜਾਂਦੇ ਪ੍ਰਤੀਤ ਹੁੰਦੇ ਸਨ। ਮੈਂ ਹੇਠਾਂ ਝੁੱਕ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਆਟਾ ਸੀ, ਆਟਾ ਵੀ ਛੋਲਿਆਂ ਦਾ। ਸੋਚਿਆ ਅੱਜ ਫਿਰ ਉਹਨਾਂ ਦੋਵਾਂ ਨੇ ਪਕੌੜੇ ਬਣਾਉਣ ਦਾ ਯਤਨ ਕੀਤਾ ਹੋਵੇਗਾ। ਉਹਨਾਂ ਚੋਂ ਇੱਕ ਜਣਾ ਆਟੇ ਨਾਲ ਲਿਬੜੇ ਹੱਥ ਲੈ ਕੇ ਬਾਹਰ ਆਇਆ ਹੋਵੇਗਾ। ਇੱਕ ਵਾਰੀ ਪਹਿਲਾਂ ਵੀ ਉਹ ਦੋਵੇਂ ਜਣੇ ਪਕੌੜੇ ਬਣਾਉਣ ਲੱਗੇ ਸਨ ਤਾਂ ਉਦੋਂ ਉਹਨਾਂ ਸਾਰਾ ਬੇਸਣ ਖਰਾਬ ਕਰਕੇ ਰੱਖ ਦਿੱਤਾ ਸੀ। ਸਾਰੀ ਰਸੋਈ ਵਿੱਚ ਥਾਂ ਆਟਾ ਖਿਲਾਰ ਦਿੱਤਾ ਸੀ, ਭਾਂਡੇ ਲਿਬੇੜ ਦਿੱਤੇ ਸਨ। ਮੈਂ ਤੇ ਮੇਰੀ ਪਤਨੀ ਨੇ ਉਹਨਾਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਹੋਈ ਸੀ। ਸਾਡੀ ਗੱਲ ਨੂੰ ਅਣਗੌਲਿਆ ਕਰ ਉਹ ਫਿਰ ਵੀ ਇੱਕ ਵਾਰ ਪਕੌੜੇ ਬਣਾਉਣ ਵਿੱਚ ਸਫਲ ਹੋ ਗਏ ਸਨ। ਉਦੋਂ ਉਹਨਾਂ ਆਪਣੀ ਚੋਰੀ ਦਾ ਕੋਈ ਵੀ ਨਿਸ਼ਾਨ ਪਿੱਛੇ ਨਹੀਂ ਸੀ ਛੱਡਿਆ। ਡੁੱਲੇ ਆਟੇ ਨੂੰ ਦੇਖ ਕੇ ਮੈਨੂੰ ਮੇਰੀ ਮਾਂ ਯਾਦ ਆਈ, ਜਿਸ ਨੂੰ ਅਸੀਂ ਸਾਰੇ ਬੇਬੇ ਕਹਿ ਕੇ ਬੁਲਾਉਂਦੇ ਸਾਂ। ਸਾਡੀ ਰੀਸੇ ਸਾਡੇ ਬੱਚੇ ਵੀ ਉਸਨੂੰ ਬੇਬੇ ਕਹਿ ਕੇ ਬੁਲਾਉਂਦੇ ਸਨ। ਜੇ ਕਿਤੇ ਬਚਪਨ ਵਿੱਚ ਮੇਰੇ ਭੈਣ ਭਰਾਵਾਂ ਚੋਂ ਆਟਾ ਡੁੱਲ ਜਾਂਦਾ ਤਾਂ ਬਸ ਸਾਡੀ ਖੈਰ ਨਹੀਂ ਸੀ ਹੁੰਦੀ। ਅੰਦਰ ਦਾਖਲ ਹੁੰਦਿਆਂ ਹੀ ਸਾਹਮਣੀ ਕੰਧ ਤੇ ਟੰਗੀ ਬੇਬੇ ਦੀ ਤਸਵੀਰ ਨਜ਼ਰ ਆਉਂਦੀ ਹੈ। ਮੇਰਾ ਅੰਦਾਜ਼ਾ ਠੀਕ ਨਿਕਲਿਆ। ਬੇਟਾ ਸੱਚੀ ਹੀ ਕੰਪਿਊਟਰ ਤੇ ਬੈਠਾ ਸੰਗੀਤ ਸੁਣ ਰਿਹਾ ਸੀ। ਬੇਟੀ ਆਪਣੀ ਕਾਪੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਲਿਖ ਰਹੀ ਸੀ। ਜਦੋਂ ਉਹ ਲਿਖਦੀ ਬਾਹਰ ਆਈ ਸੀ, ਉਸ ਵਕਤ ਉਹ ਬਾਬੇ ਨਾਨਕ ਵੱਲੋਂ ਕੀਤੇ ਸੱਚੇ ਸੌਦੇ ਦੀ ਕਹਾਣੀ ਬਿਆਨ ਕਰ ਰਹੀ ਸੀ। ਮੈਂ ਰਸੋਈ ਵਿੱਚ ਜਾ ਕੇ ਦੇਖਿਆ, ਨਾ ਤਾਂ ਕੜਾਹੀ ਵਿੱਚ ਤੇਲ ਸੀ ਤੇ ਨਾ ਹੀ ਕਿਸੇ ਭਾਂਡੇ ਵਿੱਚ ਆਟਾ ਡੁੱਲਿਆ ਹੋਇਆ। ਜਦੋਂ ਮੈਂ ਬੇਸਣ ਵਾਲੀ ਪੀਪੀ ਦੇਖੀ, ਉਸ ਵਿੱਚੋਂ ਅੱਧਾ ਬੇਸਣ ਗਾਇਬ ਸੀ। ਅਜੇ ਕੱਲ ਹੀ ਮੈਂ 1 ਕਿਲੋ ਬੇਸਣ ਦੁਕਾਨ ਤੋਂ ਲੈ ਕੇ ਆਇਆ ਸਾਂ। ਸੋਚਿਆ ਕਿ ਅੱਧੇ ਕਿਲੋ ਬੇਸਣ ਦੇ ਉਹ ਪਕੌੜੇ ਹੀ ਬਣਾ ਕੇ ਖਾ ਗਏ। ਇਹ ਗੱਲ ਮੈਨੂੰ ਹਜਮ ਨਹੀਂ ਸੀ ਹੋ ਰਹੀ ਕਿ ਅੱਧਾ ਕਿਲੋ ਬੇਸਣ ਦੇ ਪਕੌੜੇ ਬਣਾ ਕੇ ਖਾ ਗਏ ਹੋਣਗੇ। ਮੈਨੂੰ ਦੇਖ ਕੇ ਬੇਟਾ ਵੀ ਕੁਰਸੀ ਤੋਂ ਉੱਠ ਕੇ ਸਾਡੇ ਕੋਲ ਆ ਖੜਿਆ ਹੈ। ਮੈਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਆਖਰ ਉਹ ਮੇਰੇ ਨਾਲ ਕਿਉਂ ਨਹੀਂ ਸੀ ਅੱਖ ਮਿਲਾ ਰਹੀ। ਉਸਨੇ ਅਜਿਹੀ ਕਿਹੜੀ ਗਲਤੀ ਕੀਤੀ ਹੈ ਜਿਸ ਕਰਕੇ ਉਹ ਇਸ ਤਰ੍ਹਾਂ ਕਰ ਰਹੀ ਹੈ। ਸ਼ਾਇਦ ਅੱਜ ਉਹ ਕੱਲੀ ਹੀ ਪਕੌੜੇ ਬਣਾਉਣ ਲੱਗ ਗਈ ਹੋਵੇ ਤੇ ਜਦੋਂ ਨਾ ਬਣੇ ਹੋਣ ਤਾਂ ਘੋਲਿਆ ਹੋਇਆ ਸਾਰਾ ਸਮਾਨ ਨਾਲੀ ਵਿੱਚ ਡੋਲ ਦਿੱਤਾ ਹੋਵੇ। ਮੈਂ ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਗੱਲ ਉਧੇੜਨੀ ਚਾਹੁੰਦਾ ਹਾਂ। ਉਂਝ ਮੈਨੂੰ ਪਤਾ ਹੈ ਕਿ ਜਦੋਂ ਉਸ ਨੂੰ ਯਕੀਨ ਹੋ ਜਾਵੇਗਾ ਕਿ ਮੈਂ ਕੋਈ ਘੂਰ ਘੱਪ ਨਹੀਂ ਕਰਾਂਗਾ ਤਾਂ ਆਪੇ ਹੀ ਸਾਰੀ ਗੱਲ ਦੱਸ ਦੇਵੇਗੀ। ਤਾਂ ਫਿਰ ਕੱਲਾ ਹੀ ਖਾ ਗਿਆ ਪਕੌੜੇ ਮੇਰਾ ਗੁੱਗੂ। ਮੈਂ ਉਸਦੇ ਨੇੜੇ ਹੁੰਦਾ ਆਖਦਾ ਹਾਂ, ਬੜੇ ਸਵਾਦ ਸੀ ਡੈਡੀ, ਮੈਨੂੰ ਵੀ ਨਹੀਂ ਦਿੱਤੇ। ਬੇਟਾ ਮੁਸਕਰਾਉਂਦਾ ਹੈ। ਮੈਂ ਬੇਟੇ ਵੱਲ ਦੇਖਦਾ ਹਾਂ, ਉਸਦੀਆਂ ਅੱਖਾਂ ਵਿੱਚ ਸ਼ਰਾਰਤ ਚਮਕ ਰਹੀ ਹੈ। ਚੁੱਪ ਓਏ, ਮੈਂ ਉਸਨੂੰ ਉੱਚੀ ਆਵਾਜ਼ ਵਿੱਚ ਸੰਬੋਧਿਤ ਹੁੰਦਾ ਹਾਂ ਤਾਂ ਜੋ ਬੇਟੀ ਇਹ ਨਾ ਸਮਝੇ ਕਿ ਮੈਂ ਮੁੰਡੇ ਦਾ ਪੱਖ ਪੂਰ ਰਿਹਾ ਹਾਂ। ਮੈਨੂੰ ਤਾਂ ਰੱਖ ਦਿੰਦੇ 4 ਪੁੱਤ। ਮੇਰੀ ਗੱਲ ਸੁਣ ਕੇ ਉਹ ਨਜ਼ਰ ਮਿਲਾ ਕੇ ਫਿਰ ਨੀਵੀਂ ਪਾ ਲੈਂਦੀ ਹੈ। ਅੱਜ ਵਰਗੇ ਪਕੌੜੇ ਤਾਂ ਡੈਡੀ ਕਦੇ ਬਣੇ ਹੀ ਨਹੀਂ। ਬੇਟਾ ਹੱਥ ਤੇ ਹੱਥ ਮਾਰ ਕੇ ਹੱਸਦਾ ਹੈ। ਮੈਂ ਉਸ ਵੱਲ ਫਿਰ ਕੁਨੱਖਾ ਝਾਕਦਾ ਹਾਂ।
ਉਹ ਝੱਟ ਹੱਥਲਾ ਪੈਨ ਸੁੱਟ ਕੇ ਉਸ ਵੱਲ ਅਹੁਲਦੀ ਹੈ ਤੇ ਬੇਟੀ ਦੀ ਢੂਹੀ ਵਿੱਚ 2-3 ਹੁੱਡੂ ਜੜ ਦਿੰਦੀ ਹੈ। ਫਿਰ ਦੁਬਾਰਾ ਆਪਣੀ ਥਾਂ ਤੇ ਆ ਕੇ ਬੈਠ ਜਾਂਦੀ ਹੈ। ਬੇਟਾ ਉਸਦੇ ਹੁੱਡੂਆਂ ਦਾ ਕੋਈ ਗੁੱਸਾ ਨਹੀਂ ਮਨਾਉਂਦਾ, ਸਗੋਂ ਵਿਅੰਗ ਕੱਸਦਾ ਆਖਦਾ ਹੈ, ਕਿਉਂ ਡੈਡੀ, ਦੇਖ ਲਈ ਪਕੌੜਿਆਂ ਦੀ ਤਾਕਤ, ਐ ਕੰਮ, ਜੇ ਮੈਂ ਖਾਧੇ ਹੁੰਦੇ ਤਾਂ ਐਂ ਮਾਰ ਜਾਂਦੀ। ਮੈਂ ਕਦੀ ਬੇਟੀ ਦੇ ਮੂੰਹ ਵੱਲ ਤੇ ਕਦੇ ਬੇਟੇ ਦੇ ਮੂੰਹ ਵੱਲ ਦੇਖਦਾ ਹਾਂ। ਬੇਟਾ ਹੌਲੀ ਜਿਹੇ ਬੋਲਦਾ ਹੈ, ਦੱਸ ਤਾਂ ਦੇਵਾਂ ਡੈਡੀ ਬਈ ਪਕੌੜੇ ਕਿੱਥੇ ਗਏ, ਪਰ ਫਿਰ ਮੇਰੀ ਜਾਨ ਨੂੰ ਖਤਰਾ ਹੋ ਜਾਣਾ। ਉਹ ਉਸ ਵੱਲ ਕਨੱਖਾ ਕਨੱਖਾ ਝਾਕਦੀ ਹੈ। ਇੱਕ ਗੱਲ ਦਾ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਪਤਾ ਬੇਟੇ ਨੂੰ ਵੀ ਸਾਰੀ ਗੱਲ ਦਾ ਹੈ। ਅੱਜ ਮੈਨੂੰ ਬੇਟੇ ਦਾ ਹੱਥ ਉੱਪਰ ਲੱਗ ਰਿਹਾ ਸੀ, ਇਸ ਲਈ ਤਾਂ ਉਹ ਚਾਂਬੜਾ ਪਾ ਕੇ ਬੋਲ ਰਿਹਾ ਸੀ। ਨਹੀਂ ਤਾਂ ਜੇ ਪਹਿਲਾਂ ਕਦੇ ਦੋਵੇਂ ਜਣੇ ਦੁਕਾਨ ਤੋਂ ਕੋਈ ਖਾਣ ਵਾਲੀ ਚੀਜ਼ ਖਾ ਲੈਂਦੇ ਤਾਂ ਇੱਕ ਦੂਜੇ ਦੇ ਪਾਜ ਨਹੀਂ ਸਨ ਉਧੇੜਦੇ। ਅੱਜ ਬੇਟਾ ਦੱਸਣਾ ਤਾਂ ਚਾਹ ਰਿਹਾ ਸੀ, ਪਰ ਕਿਸੇ ਕਾਰਨ ਕਰਕੇ ਚੁੱਪ ਸੀ। ਹੋ ਸਕਦਾ ਹੈ ਬੇਟੀ ਨੇ ਉਸਨੂੰ ਇਸ ਵੱਲੋਂ ਕੀਤੀ ਕਿਸੇ ਗਲਤੀ ਬਾਰੇ ਯਾਦ ਕਰਾ ਰੱਖਿਆ ਹੋਵੇ ਤੇ ਉਹ ਇਸੇ ਕਰਕੇ ਦੱਸਣਾ ਚਾਹੁੰਦਾ ਹੋਵੇ ਵੀ ਨਾ ਦੱਸ ਰਿਹਾ ਹੋਵੇ। ਮੈਂ ਦੇਖਿਆ ਬੇਟੀ ਕੁਝ ਜ਼ਿਆਦਾ ਹੀ ਸਹਿਮ ਗਈ ਹੈ। ਇਸ ਸਹਿਮ ਦਾ ਅਹਿਸਾਸ ਮੇਰੇ ਤੋਂ ਬਿਨਾਂ ਬੇਟੇ ਨੂੰ ਵੀ ਹੁੰਦਾ ਲੱਗਦਾ ਹੈ। ਸਾਡੇ ਦੇਖਦਿਆਂ ਦੇਖਦਿਆਂ ਉਹ ਡੁਸਕਣ ਲੱਗਦੀ ਹੈ। ਡੈਡੀ ਜੀ, ਦੱਸ ਤਾਂ ਮੈਂ ਦਿੰਦਾ ਹਾਂ, ਪਰ ਪਹਿਲਾਂ ਇੱਕ ਵਾਅਦਾ ਦਿਓ ਕਿ ਮੇਰੀ ਭੈਣ ਨੂੰ ਕੁਝ ਨਹੀਂ ਕਹੋਗੇ। ਬੇਟੀ ਦੀ ਗੱਲ ਸੁਣ ਕੇ ਉਸਨੂੰ ਵੀ ਕੁਝ ਹੌਸਲਾ ਹੋਇਆ ਲੱਗਦਾ ਹੈ। ਉਹ ਅੱਖਾਂ ਪੂੰਝਦੀ ਹੋਈ ਚੁੱਪ ਹੋ ਜਾਂਦੀ ਹੈ। ਲੈ, ਮੈਂ ਕੀ ਕਹਿਣਾ ਮੇਰੀ ਧੀ ਰਾਣੀ ਨੂੰ, ਪਰ ਸੱਚ ਦੱਸਿਓ, ਮੈਂ ਉਹਨਾਂ ਨੂੰ ਦੁਲਾਰਦਾ ਹਾਂ। ਲਓ ਮੇਰੇ ਪਿਆਰੇ ਡੈਡੀ ਜੀ, ਆਪਣੀ ਧੀ ਦੀ ਕਰਤੂਤ, ਸੌਰੀ ਕੀਤੀ ਹੋਈ ਨੇਕ ਕਮਾਈ ਬਾਰੇ ਸੁਣੋ। ਬੇਟਾ ਬੋਲਣ ਲੱਗਦਾ ਹੈ। ਗੱਲ ਤਾਂ ਡੈਡੀ ਜੀ ਕੋਈ ਖਾਸ ਨਹੀਂ। ਇਹ ਗੱਲ ਹੋਈ ਵੀ ਆਪਣੇ ਘਰੇ ਉਹ ਮੰਗਤੀ ਆ ਗਈ। ਕਿਹੜੀ ਮੰਗਤੀ, ਮੈਂ ਪੁੱਛਦਾ ਹਾਂ। ਉਹ ਬੁੜੀ ਜਿਹੀ ਜਿਹੜੀ ਤੁਹਾਡੇ ਹੁੰਦੇ ਵੀ ਪਹਿਲਾਂ ਕਈ ਵਾਰੀ ਆਈ ਹੈ, ਜਿਹਦੇ ਹੱਥ ਵਿੱਚ ਖੁੰਡੀ ਹੁੰਦੀ ਹੈ ਤੇ ਐਨਕਾਂ ਵੀ ਲੱਗੀਆਂ ਹੁੰਦੀਆਂ ਹਨ। ਬਸ ਉਹਨੂੰ ਭਰ ਕੇ ਬਾਟਾ ਆਟੇ ਦਾ ਪਾ ਆਈਏ, ਮਰ ਜਾਣੀ। ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਵਾਪਸ ਆ ਗਈ। ਅੱਛਾ, ਬੇਟਾ ਫਿਰ ਬੋਲਿਆ। ਜਦੋਂ ਮੈਂ ਰਸੋਈ ਵਿੱਚ ਜਾ ਕੇ ਦੇਖਿਆ ਡੈਡੀ, ਮੈਂ ਕਿਹਾ ਮਰ ਜਾਣੀ ਏ, ਤੈਂ ਤਾਂ ਅੱਧਾ ਕਿਲੋ ਬੇਸਣ ਲਟਾਤਾ। ਮੈਨੂੰ ਕਹਿੰਦੀ ਪਾਉਂਗੀ, ਆਟਾ ਹੀ ਹੈ। ਮੈਂ ਕਿਹਾ ਇੰਨਾ ਕਿਉਂ ਪਾਇਆ ਫਿਰ? ਪਤਾ ਡੈਡੀ ਮੈਨੂੰ ਕੀ ਕਹਿੰਦੀ? ਮੈਂ ਉਸ ਵੱਲ ਝਾਕਦਿਆਂ ਪੁੱਛਿਆ। ਕਹਿੰਦੀ ਵੀਰੇ, ਮੈਨੂੰ ਤਾਂ ਅੱਜ ਉਹਦੀ ਸ਼ਕਲ ਬਿਲਕੁਲ ਹੀ ਆਪਣੀ ਬੇਬੇ ਵਰਗੀ ਲੱਗੀ। ਧੰਨਵਾਦ ਜੀ, ਸ਼ੁਕਰੀਆ। ਵਾਹ ਵਾਹ, ਬਹੁਤ ਖੂਬਸੂਰਤ ਭੋਲਾ ਸਿੰਘ ਜੀ, ਧੰਨਵਾਦ ਜੀ। ਤਿੰਨੇ ਹੀ ਕਹਾਣੀਆਂ ਬੜੀਆਂ ਕਮਾਲ ਔਰ ਬੜਾ ਇੱਕ ਸਮਾਂ ਬਣ ਗਿਆ ਜੀ। ਔਰ ਮੈਂ ਸਮਝਦਾ ਜਿਹੜੇ ਕਹਾਣੀ ਦਰਬਾਰ ਹੁੰਦੇ ਸੀ ਲੋਕ ਬੈਠੇ ਹੋਣ, ਇੰਨੀ ਖਾਮੋਸ਼ੀ ਨਹੀਂ ਹੁੰਦੀ। ਤੇ ਇਹ ਜਿਵੇਂ ਅੱਜ ਸਾਨੂੰ ਜ਼ਿਆਦਾ ਸਵਾਦ ਆਇਆ ਇਹਦਾ, ਔਰ ਇਹ YouTube ਤੇ ਪਈਆਂ ਵੀ ਰਹਿਣਗੀਆਂ ਕਹਾਣੀਆਂ, ਤੱਕ ਲੋਕ ਸੁਣਨਾ ਚਾਹਣ, ਇਹ ਮੌਜੂਦ ਰਹਿਣਗੀਆਂ। ਤੇ ਸੱਚੇ ਸੌਦੇ ਜ਼ਿਕਰ ਕੀਤਾ ਜੀ, ਮੇਰਾ ਜੋ ਪਿੰਡ ਵੀ ਸੱਚੇ ਸੌਦੇ ਬਿਲਕੁਲ ਨਾਲ ਹੈ, ਚੂੜਕਾਣਾ। ਤੇ ਲਓ ਜੀ, ਅਸੀਂ ਇਹ ਭੋਲਾ ਸਿੰਘ ਤੁਹਾਡੀ ਪ੍ਰਧਾਨਗੀ ਚ ਅੱਗੇ ਗੱਲਬਾਤ ਤੋਰ ਰਹੇ ਹਾਂ। ਤੇ ਮੁਦੱਸਰ ਵੀਰ ਰਾਣਾ ਕੋਲੋਂ ਵੀ, ਜਸਵੀਰ ਸਾਹਿਬ, ਤੁਸੀਂ ਇਹਨੂੰ ਖੋਲਣੇ ਆ ਮੰਚ ਨੂੰ, ਕਿ ਜਿਵੇਂ ਜਿਹੜਾ ਦੋਸਤ ਗੱਲ ਕਰਨਾ ਚਾਹਵੇ ਤੇ ਅਣਖੀ ਸਾਹਿਬ ਬਾਰੇ, ਉਹਨਾਂ ਦੇ ਕੰਮ ਬਾਰੇ, ਅਸੀਂ ਉਹਨਾਂ ਦੇ ਕਰਦੇ ਸਪੀਕਰ ਨਾਲ ਗੱਲ, ਕਿ ਸਾਡੀ ਇੱਛਾ ਹੈ ਕਿ ਜਿਵੇਂ ਉੱਥੇ 100 ਇਸ਼ੂ ਛਪੇ ਨੇ ਔਰ 25 ਵਰੇ ਹੋ ਗਏ ਪੰਜਾਬ ਕਹਾਣੀ ਨੂੰ ਛਪਦੇ ਆ, ਉਹਦੇ ਚ ਸ਼ਾਹ ਵੀ ਅਗਰ ਸ਼ਾਮਲ ਹੋ ਜਾਏ, ਜਾਂ ਉਹਦੇ ਚ ਕੋਈ ਸ਼ਾਹ ਮੁਖੀ ਦਾ ਅਸੀਂ ਐਸਾ ਕਰ ਸਕੀਏ ਆਉਣ ਵਾਲੇ ਵੇਲੇ ਚ ਕਿ ਉਹ ਦੋ ਪੰਜਾਬਾਂ ਚੋਂ ਛਪੇ। ਇਹ ਜਿਹੜੀ ਦੀਵਾ ਬਾਲਿਆ ਅਣਖੀ ਸਾਹਿਬ ਨੇ, ਉਹਦੀ ਲਾਟ ਜਿਹੜੀ ਦੋਵਾਂ ਪੰਜਾਬਾਂ ਤੱਕ ਪਹੁੰਚੇ। ਹਾਂਜੀ, ਬਹੁਤ ਸ਼ੁਕਰੀਆ ਜੀ। ਆਪਾਂ, ਮੇਰਾ ਖਿਆਲ ਹੈ ਵੀ ਅਣਖੀ ਸਾਹਿਬ ਬਾਰੇ ਰਾਣਾ ਸਾਹਿਬ ਗੱਲਾਂ ਬਾਤਾਂ ਸ਼ੁਰੂ ਕਰੀਏ। ਮੈਂ ਰਾਣਾ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਸ਼ੁਰੂ ਕਰ ਲਓ ਪਹਿਲਾਂ, ਫਿਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਕਰੀ ਚੱਲਾਂਗੇ। ਮੁਦੱਸਰ ਭਾਈ ਵੀ ਅਗਰ ਕਹਿਣਾ ਚਾਹਣ ਕੁਛ ਤੇ। ਇਹ ਤੁਸੀਂ ਖੋਲਣਾ ਉਧਰੋਂ ਮਾਈਕ, ਮੁਦੱਸਰ ਭਾਈ ਤੁਹਾਡੇ ਵੱਲੋਂ ਬੰਦ ਹੈ। ਹਾਂਜੀ, ਖੋਲ ਗਿਆ ਜੀ। ਮੈਂ ਮੈਂ ਕਿਉਂਕਿ ਪਤਾ ਕਿ ਮੈਂ ਮਲਿਕ ਸਾਹਿਬ ਉਸ ਵੇਲੇ ਵੀ, ਜਿਸ ਵੇਲੇ ਮੈਂ ਆਪਣੀ ਕਹਾਣੀ ਵੀ ਪੜ੍ਹ ਰਿਹਾ ਸੀ ਨਾ, ਤੇ ਮੇਰੇ ਆਲੇ ਦੁਆਲੇ ਮੇਰੇ ਦਫ਼ਤਰ ਦਾ ਵੀ ਕਾਫੀ ਸ਼ੋਰ ਸੀ, ਜਿਹੜਾ ਮੈਨੂੰ ਕੁਆਇਟ ਡਿਸਟਰਬ ਵੀ ਕਰ ਰਿਹਾ ਸੀ। ਮੈਂ ਉਸ ਤਰ੍ਹਾਂ ਫੋਕਸ ਵੀ ਨਹੀਂ ਕਰ ਪਾਇਆ। ਮੈਂ ਇੱਕ ਦੂਜੇ ਹੱਥ ਦੇ ਨਾਲ ਲੋਕਾਂ ਨੂੰ ਇਸ਼ਾਰਾ ਵੀ ਕਰ ਰਿਹਾ ਸੀ, ਭਾਈ ਯਾਰ ਮੈਂ ਲਾਈਵ ਚੱਲ ਰਿਹਾ, ਤੁਹਾਡੀ ਮਿਹਰਬਾਨੀ। ਤੇ ਚੂੰਕਿ ਰੋਜ਼ੀ ਰੋਟੀ ਦੇ ਮਾਮਲੇ ਨਾਲ ਹੀ ਚੱਲਦੇ ਰਹਿੰਦੇ ਨੇ, ਤੇ ਮੈਂ ਤੇ ਜੀ ਚੂੰਕਿ ਥੋੜਾ ਜਿਹਾ ਜਾਣਕਾਰੀ ਲਿੱਤੀ ਸੀ ਕਿ ਉਹਨਾਂ ਦੇ 5 ਨੋਵਲ ਆਏ ਨੇ ਅਣਖੀ ਸਾਹਿਬ ਦੇ, ਤੇ ਫਿਰ ਇੱਕ ਜਿਹੜਾ ਉਹਨਾਂ ਦਾ ਕੋਠੇ ਖੜਕ ਸਿੰਘ ਨੋਵਲ ਹੈਗਾ, ਉਹ ਕਾਫੀ ਉਹਦੇ ਉੱਤੇ ਗੱਲਬਾਤ ਵੀ ਹੋਈ ਹੈ।
मैं उन्होंने दी लिखत ते कोई नहीं पढ़ सकिया, लेकिन मैं चूंकि मेरा एक अपना है कि जिसले भी किसी बंदे दे नाल या किसी भी टॉपिक दे उत्ते गल कीती थोड़ी तैयारी करके आना चाहिए, फिर मैं कुछ बंदियां कोलों उन्हां दे बारे जानकारी लैके आया सां कि वाह बहुत ज्यादा उन्हां दा काम हैगा। ਤੇ ਫਿਰ ਫਿਕਸ਼ਨ ਮਲਿਕ ਸਾਹਿਬ ਜਿਹੜਾ ਹੈ ਕਿ ਫਿਕਸ਼ਨ ਦੇ ਨਾਲ ਤੁਸੀਂ ਕਿਵੇਂ ਸ਼ੈਵਾਂ ਨੂੰ ਐਕਸਪਲੇਨ ਕਰਦੇ ਹੋ, ਹਿਸਟਰੀ ਦੇ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਤੁਸੀਂ ਫਿਕਸ਼ਨ ਵਿੱਚ ਲਿਆਉਂਦੇ ਹੋ, ਸੋਸ਼ਲ ਕਿਹੜੇ ਮੁੱਦੇ ਜਿਹੜੇ ਲੈ ਕੇ ਆਉਂਦੇ ਹੋ, ਉਹ ਪੂਰੀ ਤੁਸੀਂ ਕਿਤਾਬ ਜਿਹੜੀ ਹੈਗੀ ਨਾ ਸੋਸ਼ੀਓਲੋਜੀ ਦੀ ਜਾਂ ਹਿਸਟਰੀ ਦੀ ਪੜ੍ਹ ਲਵੋ, ਉਹ ਉਸ ਤਰ੍ਹਾਂ ਲੋਕਾਂ ਨੂੰ ਕਨਵੇ ਨਹੀਂ ਹੁੰਦੀ ਜਿਵੇਂ ਤੁਸੀਂ ਸਿੰਪਲੀ ਇੱਕ ਸ਼ਾਰਟ ਸਟੋਰੀ ਦੇ ਵਿੱਚ ਕਰ ਦਿੰਦੇ ਹੋ ਜਾਂ ਕਿਸੇ ਨੋਵਲ ਦੇ ਇੱਕ ਚੈਪਟਰ ਦੇ ਵਿੱਚ ਕਰ ਦਿੰਦੇ ਹੋ, ਲੋਕਾਂ ਨੂੰ ਬਹੁਤ ਸਮਝ ਆ ਜਾਂਦੀ ਹੈ। ਬਹੁਤ ਸਾਰਾ ਰਾਮ ਸਰੂਪ ਅੰਕੀ ਜੀ ਨੂੰ ਸਲਾਮ। ਮੈਂ ਕੈਨੇਡਾ ਇੰਗਲੈਂਡ ਕੈਨੇਡਾ ਤੇ ਇੰਡੀਆ ਦੇ ਜਿਹੜੇ ਮੇਰੇ ਦੋਸਤ ਨੇ, ਮੈਂ ਉਹਨਾਂ ਨਾਲ ਸੁਬਾਹ ਫੋਨ ਦੇ ਉੱਤੇ ਗੱਲ ਕੀਤੀ, ਅਮਰੀਕਾ ਵਿੱਚ ਵੀ ਇੱਕ ਦੋ ਦੋਸਤਾਂ ਨਾਲ, ਤੇ ਮੋਸਟ ਆਫ ਪਰਸਨਸ ਜਿਹੜੇ ਸਨ ਉਹਨਾਂ ਦਾ ਵਨ ਆਫ ਦੀ ਜਿਹੜੇ ਉਹਨਾਂ ਦੀ ਲਿਸਟ ਵਿੱਚ ਜਿਹੜੇ ਫੇਵਰਟ ਤਰੀਨ ਜਿਹੜੇ ਹੈਗੇ ਸਨ ਰਾਈਟਰਸ, ਫਿਕਸ਼ਨ ਰਾਈਟਰਸ ਜਿਹੜੇ ਸਨ, ਤੇ ਉਹ ਅੰਕੀ ਜੀ ਜਿਹੜੇ ਨੇ ਉਹਨਾਂ ਦੇ ਵਿੱਚ ਟੌਪ ਆਫ ਦੀ ਲਿਸਟ ਹੈਗੇ ਸਨ। ਬਹੁਤ ਸਾਰੇ ਬੰਦਿਆਂ ਨੇ ਮੈਨੂੰ ਕਿਹਾ ਕਿ ਸਾਡੇ ਬਹੁਤ ਫੇਵਰਟ ਹੈਗੇ ਸਨ, ਸਾਡੇ ਬਹੁਤ ਫੇਵਰਟ ਸਨ, ਤੇ ਬੜਾ ਸਲਾਮ ਉਹਨਾਂ ਨੂੰ ਜੀ, ਬੜਾ ਆਦਰ ਉਹਨਾਂ ਨੂੰ। शुक्रिया मुसद्दे सर ਜਿਹੜਾ ਇਹ ਅਸੀਂ ਰਲਵਾ ਮੰਚ ਕੀਤਾ ਨਾ ਜੀ ਰਾਮ ਸਰੂਪ ਅੰਖੀ ਸਭਾ ਨੇ ਔਰ ਪੰਜਾਬੀ ਘਰ ਨੇ, ਉਹਦਾ ਮਕਸਦ ਵੀ ਇਹ ਸੀ ਕਿ ਜਿਨ੍ਹਾਂ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਉਹਨਾਂ ਦੱਸਣੇ ਆ ਉਹ ਪਹੁੰਚੇ, ਅੱਜ ਟੈਕਨੋਲੋਜੀ ਦਾ ਫਾਇਦਾ ਲਈਏ ਤੇ ਤੁਹਾਡੇ ਤੱਕ ਪਹੁੰਚਿਆ। ਤੁਸੀਂ ਜਿੱਦਾਂ ਲੋਕਾਂ ਨੂੰ ਪੁੱਛਿਆ, ਮੈਂ ਸਮਝਦਾ ਸਾਡਾ ਮਕਸਦ ਪੂਰਾ ਹੋ ਗਿਆ ਇਹਨਾਂ ਪ੍ਰੋਗਰਾਮਾਂ ਦਾ। ਔਰ ਮੈਂ ਲਹਿੰਦੇ ਪੰਜਾਬ ਦੇਖਿਆ ਕਿ ਅਲੀ ਅਨਵਰ ਅਹਿਮਦ ਸਾਹਿਬ ਵੱਡਾ ਨਾਂ ਹੈ ਕਹਾਣੀ ਦਾ, ਉਹ ਵੀ ਕੱਲ ਉਹਨਾਂ ਦੇ ਬਹੁਤ ਥੋੜਾ ਜਾਣਦੇ ਸੀ ਇਹਨਾਂ ਬਾਰੇ, ਤੇ ਇਹਦੇ ਮਕਸਦ ਇਹੀ ਸੀ ਕਿ ਉਹਨਾਂ ਦਾ ਜਿਹੜਾ ਸਾਰਾ ਇਲਮ ਹੈ ਉਹ ਪਹੁੰਚੇ ਸਭ ਦੋਸਤਾਂ ਤੱਕ। ਔਰ ਮੈਨੂੰ ਖੁਸ਼ੀ ਹੋਈ ਕਿ ਇਹਦੇ ਨਾਲ ਲੋਕਾਂ ਨੂੰ ਪਤਾ ਲੱਗ ਰਿਹਾ, ਖਾਸ ਤੌਰ ਤੇ ਲਹਿੰਦੇ ਪੰਜਾਬ 'ਚ ਬਹੁਤ ਲੋਕ ਖੁਸ਼ ਨੇ ਕਿ ਏਡਾ ਵੱਡਾ ਲਿਖਾਰੀ ਸਾਡੇ ਤੋਂ ਲੁਕਿਆ ਰਿਹਾ, ਹੁਣ ਉਹਨਾਂ ਦੀ ਚੀਜ਼ਾਂ ਸਾਡੇ ਕੋਲ ਪਹੁੰਚ ਰਹੀਆਂ। ਤੇ ਹੁਣ ਮੈਂ ਜਸਵੀਰ ਰਾਣਾ ਸਾਹਿਬ ਨੂੰ ਭੋਲਾ ਸਾਹਿਬ ਚਲਾਉਣ ਲੱਗੇ ਕਿ ਉਹਨਾਂ ਨੂੰ ਪੁੱਛਣੇ ਉਹਨਾਂ ਦੀ ਯਾਦਾਂ, ਫਿਰ ਆਖਰ ਤੇ ਭੋਲਾ ਸਿੰਘ ਹਰਾਂ ਦੀ ਯਾਦਾਂ ਸੀ। ਸਾਡੇ ਕੋਲ 15 ਮਿੰਟ ਹੈ ਪਿੱਛੇ ਜੀ। ਹਾਂਜੀ ਮਲਕ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਰਾਮ ਸਰੂਪ ਅਣਖੀ ਸਹਿ ਸਭਾ ਜਿਹੜੀ ਉਹਨਾਂ ਦੇ ਪਿੰਡ ਅਣਖੀ ਸਾਹਿਬ ਦਾ ਪਿੰਡ ਸੀ ਧੌਲਾ, ਉੱਥੇ ਬਣੀ ਹੋਈ ਹੈ। ਔਰ ਤੁਹਾਡਾ ਸ਼ੁਕਰੀਆ, ਤੁਸੀਂ ਸੰਚਾਲਕ ਹੋ ਇਸ ਪ੍ਰੋਗਰਾਮ ਦੇ। ਇਹਨਾਂ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਸ਼ੁਕਰੀਆ। ਬੇਅੰਤ ਬਾਜਵਾ ਜੀ ਨੇ, ਸਾਡੇ ਨੌਜਵਾਨ ਮਿੱਤਰ ਨੇ, ਬੜੀ ਮਿਹਨਤ ਕਰ ਰਹੇ ਨੇ। ਉਹ ਨਵੇਂ ਮੁੰਡਿਆਂ ਦੇ ਵਿੱਚ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਉਹਨਾਂ ਦਾ ਸਾਡੇ ਪੁਰਾਣੇ ਜਾਂ ਬਜ਼ੁਰਗ ਲੇਖਕਾਂ ਨੂੰ ਯਾਦ ਕਰਦੇ ਨੇ। ਅਣਖੀ ਸਾਹਿਬ ਬਾਰੇ ਆਪਾਂ ਚਾਹੇ ਰਾਣਾ ਸਾਹਿਬ ਬੈਠੇ ਜੇ, ਮਲਕ ਸਾਹਿਬ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ, ਕਿਉਂਕਿ ਸਾਨੂੰ ਉਹਨਾਂ ਦੇ ਬਹੁਤ ਨੇੜੇ ਰਹਿਣ ਦਾ ਮੌਕਾ ਮਿਲਿਆ। ਬਰਨਾਲੇ ਉਹਨਾਂ ਦੀ ਰਿਹਾਇਸ਼ ਸੀ ਤੇ ਉਹਨਾਂ ਦਾ ਪਿੰਡ ਵੀ ਨੇੜੇ ਸੀ। ਮੇਰਾ ਪਿੰਡ ਸੰਘੇੜਾ ਹੈ, ਉਹ ਵੀ ਨੇੜੇ ਹੈ। ਜਿਹੜਾ ਸਾਡਾ ਬਰਨਾਲਾ ਸ਼ਹਿਰ ਹੈ ਇਹ ਵੀ ਇੱਕ ਪਿੰਡ ਹੀ ਹੈ ਮਲਕ ਸਾਹਿਬ, ਛੋਟਾ ਜਿਹਨੂੰ ਆਪਾਂ ਕਹਿ ਲਈਏ, ਕਿਉਂਕਿ ਪਿੰਡਾਂ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਆ ਕੇ ਸ਼ਹਿਰ ਬਰਨਾਲਾ ਦੇ ਵਿੱਚ ਰਹਿੰਦੇ ਨੇ। ਪਿੰਡ ਵਾਂਗ ਹੀ ਹੈ, ਕੋਈ ਵੱਡਾ ਸ਼ਹਿਰ ਨਹੀਂ ਵੀ ਇੱਥੇ ਅਸੀਂ ਇੱਕ ਦੂਜੇ ਬਾਰੇ ਬਹੁਤਾ ਨਾ ਜਾਣਦੇ ਹੋਈਏ। ਜਿੰਨੇ ਵੀ ਲੇਖ ਹੈਗੇ ਨੇ ਬਰਨਾਲਾ ਸ਼ਹਿਰ ਦੇ, ਉਹ ਇੱਕ ਦੂਜੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ। ਔਰ ਅਣਖੀ ਸਾਹਿਬ ਦੀਆਂ ਕਈ ਖਾਸੀਅਤਾਂ ਜਿਹੜੀ ਮੈਂ ਗੱਲ ਕਹਾਂ ਕਿ ਦੂਸਰੇ ਲੇਖਕਾਂ ਨਾਲੋਂ ਕਿਵੇਂ ਉਹ ਵੱਖ ਸਨ ਜੀ, ਇਹ ਬਹੁਤ ਵੱਡੀ ਗੱਲ ਹੈ। ਆਮ ਕਰਕੇ ਦੇਖਿਆ ਜਾਂਦਾ, ਮੈਂ ਨਾ ਉਹਨਾਂ ਦਾ ਇੱਕ ਰੇਖਾ ਚਿੱਤਰ ਲਿਖਿਆ ਸੀ, ਉਹਦੇ ਵਿੱਚ ਇੱਕ ਮੈਂ ਲਾਈਨ ਲਿਖੀ ਸੀ ਕਿ ਅਣਖੀ ਰਾਮ ਸਰੂਪ ਅਣਖੀ ਜੀ ਛੋਟੇ ਸ਼ਹਿਰ 'ਚ ਰਹਿਣ ਵਾਲਾ ਵੱਡਾ ਲੇਖ ਸੀ। ਔਰ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਵੀ ਜਿਹੜੇ ਜਦੋਂ ਕਿਸੇ ਲੇਖ ਦੀ ਚੜ੍ਹਤ ਹੋ ਜਾਵੇ, ਨਾ ਹੋ ਜਾਵੇ, ਜਾਂ ਉਹ ਆਪਣਾ ਇਲਾਕਾ ਛੱਡ ਜਾਂਦੇ ਨੇ, ਪਿੰਡ ਛੱਡ ਜਾਂਦੇ ਨੇ, ਛੋਟਾ ਸ਼ਹਿਰ ਛੱਡ ਜਾਂਦੇ ਨੇ, ਵੱਡੇ ਸ਼ਹਿਰਾਂ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ। ਔਰ ਅਣਖੀ ਸਾਹਿਬ ਨੇ ਇਹ ਕੁਛ ਨਹੀਂ ਕੀਤਾ। ਹਾਲਾਂਕਿ ਉਹਨਾਂ ਦੇ ਕਈ ਮਿੱਤਰ ਪਿਆਰੇ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਹ ਕਹਿੰਦੇ ਰਹੇ ਵੀ ਤੁਸੀਂ ਐਡੇ ਵੱਡੇ ਲੇਖ ਹੋ, ਛੋਟੇ ਜਿਹੇ ਸ਼ਹਿਰ ਦੇ ਵਿੱਚ ਬੈਠੇ ਹੋ। ਅਮਰਦਾ ਪ੍ਰੀਤਮ ਜੀ ਵੀ ਕਹਿੰਦੇ ਹੁੰਦੇ, ਉਹ ਕਹਿੰਦਾ ਵੀ ਨਹੀਂ, ਮੈਂ ਆਪਣਾ ਜਿਹੜਾ ਖੇਤਰ ਹੈ ਉਹ ਨਹੀਂ ਛੱਡ ਸਕਦਾ। ਔਰ ਅਣਖੀ ਸਾਹਿਬ ਨੇ ਜਿੰਨੀ ਵੀ ਸਿਰਜਣਾ ਕੀਤੀ ਹੈ, ਕਹਾਣੀਆਂ ਲਿਖੀਆਂ, ਕਵਿਤਾਵਾਂ ਲਿਖੀਆਂ, ਨਾਵਲ ਲਿਖੇ, ਔਰ ਉਹਨਾਂ ਨੇ ਆਪਣੇ ਲੋਕਾਂ ਨੂੰ ਨੇੜੇ ਤੋਂ ਜਾਣਦੇ ਹੋਏ ਲਿਖੇ। ਕਿਉਂਕਿ ਨਹੀਂ ਤਾਂ ਜਦੋਂ ਲੇਖਕ ਨਾ ਆਪਣਾ ਖੇਤਰ ਛੱਡ ਜਾਵੇ, ਆਮ ਸਧਾਰਨ ਲੋਕਾਂ ਤੋਂ ਦੂਰ ਚਲਾ ਜਾਵੇ, ਇੱਕ ਗੈਪ, ਇੱਕ ਖੱਪਾ ਵਿੱਚ ਪੈ ਜਾਂਦਾ ਹੈ ਤੇ ਕਈ ਵਾਰੀ ਉਹ ਉਸ ਤਰ੍ਹਾਂ ਦੀ ਸਿਰਜਣਾ ਨਹੀਂ ਕਰ ਸਕਦਾ। ਅਣਖੀ ਸਾਹਿਬ ਕਿਉਂਕਿ ਪਿੰਡਾਂ ਜਦੋਂ ਵੀ ਲਿਖਦੇ ਸਨ, ਪਿੰਡਾਂ ਵਿੱਚ ਹੀ ਰਹਿੰਦੇ ਸਨ, ਪਿੰਡਾਂ 'ਚ ਆਲੇ ਦੁਆਲੇ ਉਹਨਾਂ ਨੇ ਜਾਣਕਾਰੀ ਇਕੱਠੀ ਕਰਨੀ, ਉਹਨਾਂ ਬਾਰੇ ਲਿਖਣਾ। ਸੋ ਅਣਖੀ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸੂੰਫ ਹੈ ਜਾਂ ਹਉਮੈ ਵਾਲੀ ਗੱਲ ਬਿਲਕੁਲ ਨਹੀਂ ਸੀ। ਔਰ ਨਵੇਂ ਲੇਖਕਾਂ ਨੂੰ ਤਾਂ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੇ ਸਨ ਤੇ ਬਹੁਤ ਸਾਰੇ ਲੇਖਕਾਂ ਨੇ, ਰਾਣਾ ਸਾਹਿਬ ਬੈਠੇ ਨੇ, ਮੈਂ ਬੈਠਾ, ਹੋਰ ਹਾਂਸ ਵਰਗੇ ਨੇ,
ਜਤਿੰਦਰ ਹਾਂਸ ਦੀ ਕਹਾਣੀ ਪਹਿਲੀ ਵਾਰ ਛਪੀ ਹੋਈ ਕਹਾਣੀ ਪੰਜਾਬ ਦੇ ਵਿੱਚ ਸੀ। ਤੇ ਇਸ ਤਰ੍ਹਾਂ ਮਤਲਬ ਨਵੇਂ ਲੇਖਕਾਂ ਨੂੰ ਬਹੁਤ ਉਤਸ਼ਾਹਿਤ ਕਰਦੇ ਸਨ। ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਜਿਹੜੀ ਵੀ ਕੋਈ ਘਟਨਾ ਵਾਪਰਦੀ, ਮਤਲਬ ਉਹਦੇ ਬਾਰੇ ਡੂੰਘਾਈ ਦੇ ਵਿੱਚ ਜਾਣਕਾਰੀ ਲੈਣੀ। ਉਹਨਾਂ ਦਾ ਇੱਕ ਨਾਵਲ ਹੈ ਕਣਕਾਂ ਦਾ ਕਤਲੇਆਮ। ਸਾਡੇ ਇੱਥੇ ਰਾਣਾ ਸਾਹਿਬ ਦੀ ਕਹਾਣੀ ਵਿੱਚ ਵੀ ਇਹ ਜ਼ਿਕਰ ਹੋਇਆ। ਉਹ ਜ਼ਮੀਨ ਉਕਾਰ ਕਰਨ ਵਾਲੀ ਜਿਹੜੀ ਫੈਕਟਰੀ ਵਾਲੀ ਗੱਲ ਹੈਗੀ, ਉਹ ਮੇਰੇ ਪਿੰਡ ਦੀ ਤੇ ਅਣਖੀ ਸਾਹਿਬ ਦੇ ਪਿੰਡ ਦੀ, ਧੌਲੇ ਤੇ ਸੰਘੇੜੇ ਪਿੰਡ ਦੀ ਜ਼ਮੀਨ ਉਕਾਰ ਹੋਈ ਸੀ। ਤੇ ਉਦੋਂ ਲੋਕਾਂ ਨੇ ਬੜਾ ਸੰਘਰਸ਼ ਕੀਤਾ ਸੀਗਾ। 300 ਏਕੜ ਜ਼ਮੀਨ, ਉਹਨਾਂ ਨੂੰ ਆਧਾਰ ਬਣਾ ਕੇ ਅਣਖੀ ਸਾਹਿਬ ਨੇ ਜਿਹੜਾ ਹੈ ਉਹ ਨਾਵਲ ਕਣਕਾਂ ਦਾ ਕਤਲੇਆਮ ਉਹ ਲਿਖਿਆ ਸੀਗਾ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਅਣਖੀ ਸਾਹਿਬ ਦੂਸਰੇ ਲੇਖਕਾਂ ਨਾਲੋਂ ਇਸ ਕਰਕੇ ਹੀ ਭਿੰਨ ਸਨ ਕਿ ਉਹ ਆਪਣੇ ਸਧਾਰਨ ਲੋਕਾਂ ਦੇ ਵਿੱਚ ਵਿਚਰਦੇ ਸਨ, ਸਧਾਰਨ ਤੋਂ ਸਧਾਰਨ ਲੋਕਾਂ ਬਾਰੇ ਜਾਣਦੇ ਸਨ। ਉਹੀਆਂ ਜਿਹੀਆਂ ਉਹਨਾਂ ਦੀ ਮਾਨਸਿਕਤਾ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਬਿਆਨ ਕਰਦੇ ਸਨ। ਸੋ ਮਲਕ ਸਾਹਿਬ, ਉਹਨਾਂ ਬਾਰੇ ਆਪਾਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰੀ ਜਾਈਏ। ਇੱਕ ਮੈਂ ਹੋਰ ਗੱਲ ਨਾਲ ਜੋੜਨੀ ਚਾਹੁੰਦਾ ਥੋੜੇ ਸ਼ਬਦਾਂ ਵਿੱਚ ਕਿ ਉਹਨਾਂ ਦੀ ਸਵੈ ਜੀਵਨੀ ਹੈਗੀ ਮਲੇ ਝਾੜੀਆਂ। ਮਲੇ ਝਾੜੀਆਂ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੀ ਪਤਨੀ, ਜਦੋਂ ਜਿਹੜੀ ਭਾਗਵੰਤੀ ਉਹਨਾਂ ਦੀ ਪਤਨੀ ਸ਼੍ਰੀਮਤੀ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਨੂੰ ਬਿਮਾਰੀ ਸੀਗੀ, ਉਹ ਬਿਮਾਰ ਮੰਜੇ ਤੇ ਪਏ ਹੁੰਦੇ। ਉਹਨਾਂ ਦਿਨਾਂ ਦੇ ਵਿੱਚ ਹੈਰਾਨੀ ਹੁੰਦੀ ਹੈ ਕਿ ਉਹ ਉਹਨਾਂ ਦੀ ਦੇਖਭਾਲ ਕਰਦੇ। ਰਾਤ ਨੂੰ ਪਤਾ ਨਹੀਂ ਲੱਗਦਾ ਸੀ ਕਦੋਂ ਉੱਠ ਖੜਨਾ, ਕਦੋਂ ਜਾਗਣਾ ਪੈ ਜਾਣਾ, ਕਦੋਂ ਦਵਾਈ ਬੂਟੀ ਦੇਣੀ। ਅਣਖੀ ਸਾਹਿਬ ਉਹਦੇ ਵਿੱਚ ਲਿਖਦੇ ਨੇ ਸਵੈ ਜੀਵਨੀ ਦੇ ਵਿੱਚ ਵੀ, ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਬਹੁਤ ਦੁਖੀ ਸੀ, ਬਹੁਤ ਦੁੱਖ ਹੰਢਾ ਰਿਹਾ ਸੀ, ਆਪਣੇ ਪਰਿਵਾਰ ਦਾ ਦੁੱਖ ਦੇਖ ਰਿਹਾ ਸੀ, ਮੈਂ ਸਿਰਜਣਾ ਬਹੁਤ ਕੀਤੀ। ਉਹਨਾਂ ਨੇ 2 ਨਾਵਲ ਲਿਖੇ 2.5 ਸਾਲਾਂ ਦੇ ਵਿੱਚ, 2 ਨਾਵਲ, 15 ਕਹਾਣੀਆਂ, 50 ਕਹਾਣੀਆਂ ਦਾ ਅਨੁਵਾਦ ਕੀਤਾ ਤੇ 10 ਨਾਵਲਾਂ ਦਾ ਅਨੁਵਾਦ ਕੀਤਾ। ਉਹਨਾਂ ਵਿੱਚੋਂ ਇੱਕ ਨਾਵਲ ਤਾਂ ਜਿਹੜਾ ਹੈਗਾ ਸੀਗਾ 500 ਸਫ਼ੇ ਦਾ ਸੀਗਾ, ਉਹ ਦਿਖਦੇ ਨੇ। ਔਰ ਇਹ ਪੜ੍ਹ ਕੇ ਹੈਰਾਨਗੀ ਹੁੰਦੀ ਹੈ ਮਲਕ ਸਾਹਿਬ ਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ, ਇਹੋ ਜਿਹੀ ਕੰਡੀਸ਼ਨ ਦੇ ਵਿੱਚ, ਹਾਲਤ ਦੇ ਵਿੱਚ ਅਣਖੀ ਸਾਹਿਬ ਇੰਨੀ ਸਿਰਜਣਾ ਕਰਕੇ ਉਹ ਹੈਰਾਨੀ ਨਹੀਂ ਹੁੰਦੀ, ਬਲਕਿ ਮੇਰੇ ਵਰਗਿਆਂ ਨੂੰ ਹੌਸਲਾ ਹੁੰਦਾ ਯਾਰ ਵੀ ਅਸੀਂ ਜਦੋਂ ਸਾਡੇ ਜੀਵਨ ਦੇ ਵਿੱਚ ਕੋਈ ਮਾੜੀ ਮੋਟੀ ਦੁੱਖ ਤਕਲੀਫ ਆਉਂਦੀ ਹੈ ਵੀ ਆਪਾਂ ਐਵੇਂ ਡੋਲ ਜਾਂਦੇ ਹਾਂ। ਤੇ ਅਣਖੀ ਸਾਹਿਬ ਤੇ ਐਡੇ ਵੱਡੇ ਦੁੱਖ ਆਏ, ਉਹਦੇ ਪਰਿਵਾਰਕ ਤੌਰ ਤੇ ਉਹਨਾਂ ਨੇ ਹੰਢਾਇਆ ਤੇ ਉਹਨਾਂ ਨੇ ਕਿੰਨੀ ਵੱਡੀ ਸਿਰਜਣਾ ਕੀਤੀ। ਸੋ ਬਾਕੀ ਗੱਲਾਂ ਮੈਂ ਜੇ ਸਮਾਂ ਹੋਇਆ ਤਾਂ ਬਾਅਦ ਦੇ ਵਿੱਚ ਆਪਾਂ ਕਰ ਲਾਂਗੇ। ਹੁਣ ਮੈਂ ਮਲਕ ਸਾਹਿਬ ਜਿਵੇਂ ਤੁਸੀਂ ਕਹੋਗੇ ਅੱਗੇ। ਜੀ ਰਾਣਾ ਸਾਹਿਬ ਸਾਡੇ ਕੋਲ 7 ਮਿੰਟ ਪਿੱਛੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ, ਬਲਕਿ ਮੈਂ ਵੀ ਦੱਸਦਾ ਜਾਵਾਂ, ਅਸੀਂ ਇਹ ਰਾਮ ਸਰੂਪ ਅਣਖੀ ਸਭਾ ਤੋਂ ਹੀ ਸਿੱਖਿਆ ਕਿ ਅਸੀਂ ਕੱਲ ਫੈਸਲਾ ਕੀਤਾ ਕਿ ਜਿਵੇਂ ਅਸੀਂ ਰਲ ਕੇ ਦੋਵੇਂ ਮੰਚ ਕਰ ਰਹੇ ਹਾਂ ਲਹਿੰਦੇ ਚੜ੍ਹਦੇ ਪੰਜਾਬ ਦੇ, ਅਸੀਂ ਆਨਲਾਈਨ ਅਗਲੇ ਮਹੀਨੇ ਅਫਜ਼ਲ ਹਸਨ ਰੰਧਾਵਾ ਮਰਹੂਮ, ਸਾਡਾ ਬੜਾ ਵੱਡਾ ਨਾਮ ਲਹਿੰਦੇ ਪੰਜਾਬ ਦਾ, ਉਹਨਾਂ ਤੇ ਇਸੇ ਤਰ੍ਹਾਂ ਹੀ ਅਸੀਂ 8 ਦਿਨ ਦੇ ਪ੍ਰੋਗਰਾਮ ਕਰਾਂਗੇ। ਤੁਹਾਡੇ ਪੈਰਾਂ ਤੇ ਨਿਸ਼ਾਨਾਂ ਤੇ ਪੈਰ ਰੱਖਦੇ ਆ ਤਾਂ ਕਿ ਪਤਾ ਲੱਗੇ, ਜਿਵੇਂ ਸਾਡੇ ਵੱਲ ਪਤਾ ਲੱਗਾ ਅਣਖੀ ਸਾਹਿਬ ਦਾ, ਤੇ ਉਹਨਾਂ ਦਾ ਵੀ ਉਧਰ ਪਤਾ ਲੱਗਣਾ ਹੱਕ ਹੈ ਕਿ ਏਡਾ ਵੱਡਾ ਰਾਈਟਰ ਇੱਧਰ ਸੀ। ਤੇ ਇਹ ਅੱਗੇ ਚੱਲਦਾ ਰਹੇਗਾ। ਹੁਣ ਰਾਣਾ ਸਾਹਿਬ ਨੂੰ ਮੈਂ ਦਰਖਾਸਤ ਕਰਾਂਗਾ ਕਿ ਉਹ ਵੀ ਕੁਝ ਯਾਦਾਂ ਆਪਣੀਆਂ ਸਾਂਝੀਆਂ ਕਰਨ। ਹਾਂਜੀ ਮਲਿਕ ਸਾਹਿਬ ਤੇ ਦੋਸਤੋ, ਰਾਮ ਸਰੂਪ ਅਣਖੀ, ਜਦੋਂ ਆਪਾਂ ਉਹਨਾਂ ਦਾ 99ਵਾਂ ਜਨਮ ਦਿਨ ਮਨਾ ਰਹੇ ਹਾਂ ਕਹਾਣੀਆਂ ਦੇ ਰਾਹੀਂ, ਤਾਂ ਮੈਨੂੰ ਡਾਕਟਰ ਕੁਸਮ ਖੁਮਾਨੀ ਹੋਣਾ ਦੀ ਇੱਕ ਕਥਨ ਹੈ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀ, ਉਹ ਯਾਦ ਆ ਰਿਹਾ ਹੈ। डॉक्टर कुसुम खुमानी ने उन्होंने बारे एक लाइन लिखी है, कहते जब सीधी और सरल बातें महाकाव्य बन जाएं तो समझ लें कि राम स्वरूप अणखी जी यहीं कहीं है। मैनू लगता हुंदा है कि जदों आपां गल्लां कर रहे हैं तो सचमुच राम स्वरूप अणखी जी इत्थे ही ने, किते नहीं गए। कहानियां दे राहीं साडे तुहाडे विचों ओह बोल रहे ने और सुन भी रहे ने। राम स्वरूप अणखी बहुत वड्डा पंजाबी गल्प दे विच नां है। ਉਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਠਕ ਪੈਦਾ ਕੀਤੇ। ਕੋਈ ਬੰਦਾ ਥੋੜਾ ਬਹੁਤ ਵੀ ਪੜ੍ਹਿਆ ਹੋਵੇ ਰਾਮ ਸਰੂਪ ਅਣਖੀ ਬਾਰੇ ਉਹ ਜ਼ਰੂਰ ਜਾਣਦਾ ਹੈ। 14 ਫਰਵਰੀ ਨੂੰ ਉਹਨਾਂ ਦੀ ਡੈਥ ਹੋਈ ਸੀ, ਉਹ ਸਾਡੇ ਵਿੱਚੋਂ ਰੁਖਸਤ ਹੋਏ ਸੀ। 13 ਫਰਵਰੀ ਨੂੰ ਜਲੰਧਰ ਰੇਡੀਓ ਦੇ ਉੱਤੇ ਮੈਂ ਇੱਕ ਕਹਾਣੀ ਪੜ੍ਹੀ ਸੀ, ਤੀਸਰੀ ਅੱਖ ਦਾ ਚਾਨਣ। ਸ਼ਾਮ ਦੇ 7 ਵਜੇ ਉਹ ਕਹਾਣੀ ਟੈਲੀਕਾਸਟ ਹੋਈ, ਬ੍ਰੌਡਕਾਸਟ ਹੋਈ। ਔਰ ਜਦੋਂ ਉਹ ਕਹਾਣੀ ਮੁੱਕੀ ਤਾਂ ਸਭ ਤੋਂ ਪਹਿਲਾਂ ਮੈਨੂੰ ਰਾਮ ਸਰੂਪ ਅਣਖੀ ਉਹਨਾਂ ਦਾ ਫੋਨ ਆਇਆ। ਕਹਿੰਦੇ ਜਸਵੀਰ, ਮੈਂ ਤੇਰੀ ਕਹਾਣੀ ਸੁਣੀ ਹੈ ਔਰ ਤੂੰ ਬਹੁਤ ਕਹਾਣੀ ਵਧੀਆ ਬੋਲੀ ਹੈ,
ਤੇ ਇਹ ਦੱਸ ਵੀ ਇਹ ਕਹਾਣੀ ਐਡੀ ਕੀ ਹੈ ਜਾਂ ਇਹ ਵੱਡੀ ਹੈ। ਮੈਂ ਰਾਮ ਸਰੂਪ ਅਣਖੀ ਜੀ ਨੂੰ ਕਿਹਾ ਕਿ ਇਹ ਕਹਾਣੀ ਬਹੁਤ ਵੱਡੀ ਹੈ, ਮੈਂ ਉਹਦੇ ਵਿੱਚੋਂ ਛੋਟੀ ਕਰਕੇ ਸੁਣਾਈ ਹੈ। ਕਹਿੰਦੇ ਸ਼ਾਬਾਸ਼, ਐਸੇ ਤਰ੍ਹਾਂ ਕਰਿਆ ਕਰ। ਔਰ ਉਹਨਾਂ ਦੀ ਉਹ ਜਿਹੜੀ ਗੱਲ ਹੈ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਸੂਖਮ ਰੂਪ ਦੇ ਵਿੱਚ ਸਿੱਖੀ ਹੈ ਕਿ ਜਦੋਂ ਤੁਹਾਡੇ ਕੋਲ ਟਾਈਮ ਘੱਟ ਹੋਵੇ, ਕਹਾਣੀ ਵੱਡੀ ਹੋਵੇ, ਤਾਂ ਉਸ ਨੂੰ ਕੱਟ ਵੱਢ ਕੇ ਛੋਟੀ ਕਰ ਲੈਂਦਾ ਹੈ। ਜਿਹੜੀ ਮੈਂ ਕਹਾਣੀ ਦੋਸਤੋ ਆਖਰੀ ਦ੍ਰਿਸ਼ ਤੋਂ ਪਹਿਲਾਂ ਪੜ੍ਹੀ ਸੀ, ਉਹ ਅਸਲ ਦੇ ਵਿੱਚ ਇੱਕ ਵੱਡੀ ਕਹਾਣੀ ਹੈ। ਛੋਟੀ ਕਰਕੇ, ਉਹ ਬਹੁਤ ਹੀ ਛੋਟੀ ਕਰਕੇ ਉਹਦੇ ਵਿੱਚੋਂ ਸੁਣਾਈ, ਮੇਨ ਉਹਦੇ ਜਿਹੜੇ ਦ੍ਰਿਸ਼ ਨੇ ਉਹ ਸੁਣਾਏ। ਇਹ ਜੁਗਤ ਹੈ ਜਿਹੜੀ ਕਹਾਣੀ ਨੂੰ ਵੱਡੀ ਤੋਂ ਛੋਟੀ ਕਰਨ ਵਾਲੀ, ਇਹ ਵੀ ਅਸੀਂ ਰਾਮ ਸਰੂਪ ਅਣਖੀ ਜੀ ਉਹਨਾਂ ਤੋਂ ਸਿੱਖੀ ਹੈ ਕਿ ਭਾਈ ਸਮੇਂ ਦੇ ਅਨੁਸਾਰ, ਸਥਿਤੀ ਦੇ ਅਨੁਸਾਰ ਕਹਾਣੀ ਹੈ ਜਿਹੜੀ ਉਹ ਵੱਡੀ ਛੋਟੀ ਕਰ ਲਿਆ ਕਰੋ। ਇੱਕ ਹੋਰ ਗੱਲ, ਰਾਮ ਸਰੂਪ ਅਣਖੀ ਉਹਨਾਂ ਦਾ ਜਿਹੜਾ ਨਾਮ ਹੈ ਅਣਖੀ, ਉਹ ਮੈਂ ਪਹਿਲਾਂ ਪਿਛਲੀ ਵਾਰ ਦੱਸਿਆ ਸੀ ਕਿ ਕਿਵੇਂ ਉਹਨਾਂ ਦੇ ਨਾਮ ਨਾਲ ਜੁੜਿਆ। ਹੁਣ ਅਣਖੀ ਸਾਹਿਤ ਸਭਾ ਧੌਲਾ ਜਿਹੜੀ ਚੜ੍ਹਦੇ ਲਹਿਦੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬਹੁਤ ਸੋਹਣਾ ਪੁਲ ਉਸਾਰਿਆ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ, ਇਹ ਅਣਖੀ ਨਾਂ ਦਾ ਮੈਗਜ਼ੀਨ ਸ਼ੁਰੂ ਕਰਨ ਜਾ ਰਹੇ ਨੇ। ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਇਸ ਮੈਗਜ਼ੀਨ ਦਾ ਸ਼ੁਰੂ ਕਰਨਾ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਟ੍ਰੈਂਡ ਸੈੱਟ ਵਰਗੀ ਗੱਲ ਹੁੰਦੀ ਆ। ਰਾਮ ਸਰੂਪ ਅਣਖੀ ਜੀ ਨੂੰ ਸਾਡਾ ਸਾਰਿਆਂ ਦਾ ਬਹੁਤ ਵੱਡਾ ਸਲਾਮ ਹੈ। ਮੱਲੇ ਝਾੜੀਆਂ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਜੇਕਰ ਮੈਂ ਸਾਹਿਤ ਦੇ ਨਾਲ ਨਾ ਜੁੜਿਆ ਹੁੰਦਾ ਤਾਂ ਕਦੋਂ ਦਾ ਖੁਦਕਸ਼ੀ ਕਰ ਗਿਆ ਹੁੰਦਾ। ਸਾਹਿਤ ਸਾਨੂੰ ਜਿਉਣਾ ਸਿਖਾਉਂਦਾ, ਸਾਹਿਤ ਸਾਨੂੰ ਮਾਰਦਾ ਨਹੀਂ, ਬਲਕਿ ਜਿਹੜਾ ਮਰਨ ਕਿਨਾਰੇ ਪਹੁੰਚਿਆ ਹੋਇਆ ਬੰਦਾ ਉਸ ਨੂੰ ਵੀ ਜ਼ਿੰਦਗੀ ਨਾਲ ਜਿਉਣ ਨਾਲ ਮੁਹੱਬਤ ਪੈਦਾ ਕਰਦਾ ਹੈ। ਬੜਾ ਕੁਛ ਅਣਖੀ ਜੀ ਤੋਂ ਸਿੱਖਿਆ, ਗੱਲਾਂ ਅਨੰਤ ਨੇ, ਸਮਾਂ ਆਪਣਾ ਮੈਨੂੰ ਲੱਗਦਾ ਘੱਟ ਹੈ, ਇਸ ਲਈ ਮੈਂ ਆਪਣੀ ਇੱਥੇ ਹੀ ਗੱਲ ਰੋਕਦਾ ਹੋਇਆ ਤੁਹਾਡੇ ਤੇ ਗੱਲ ਛੱਡਦਾ। ਮਲਿਕ ਸਾਹਿਬ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਜਸਵੀਰ ਰਾਣਾ ਜੀ, ਤੁਸੀਂ ਉਸ ਦਿਨ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਔਰ ਮੈਂ ਹੈਰਾਨ ਹਾਂ ਕਿ ਕਿੰਨੀ ਤਾਕਤ ਹੁੰਦੀ ਹੈ ਕਿਸੇ ਵੀ ਲੇਖਕ ਦੀ ਲਿਖਤ 'ਚ ਕਿ ਅਣਖੀ ਹਰੀ ਦੁਨੀਆ ਤੋਂ ਪਰਦਾ ਕਰ ਗਏ ਨੇ, ਲੇਕਿਨ ਉਹਨਾਂ ਦੀ ਲਿਖਤਾਂ ਅੱਜ ਵੀ ਜੋੜ ਰਹੀਆਂ ਸਾਨੂੰ ਆਪਸ 'ਚ ਦੁਨੀਆ ਭਰ ਦੇ ਪੰਜਾਬੀਆਂ ਨੂੰ। ਤੇ ਮੈਂ ਸਮਝਦਾ ਕਿ ਬੰਦਾ ਟੁੱਟ ਜਾਂਦਾ ਲੇਕਿਨ ਅੱਖਰ ਜਿਉਂਦੇ ਰਹਿੰਦੇ ਨੇ। ਤੇ ਤੁਸੀਂ ਜਿੱਡੇ ਸੋਹਣੇ ਤਰੀਕੇ ਨਾਲ 1 ਘੰਟੇ 'ਚ ਅੱਜ ਅਸੀਂ 3 ਕਹਾਣੀਆਂ ਵੀ ਸੁਣੀਆਂ, ਉਹਨਾਂ ਬਾਰੇ ਗੱਲਬਾਤ ਵੀ ਹੋਈ ਤੇ ਇਹ ਸਵਾਦ ਵੀ ਉਹਨਾਂ ਕੋਲ ਸਿੱਖਿਆ ਸੀ। ਤੇ ਮੁਦੱਸਰ ਬਸ਼ੀਰ ਭਰਾ ਨੇ ਵੀ ਕਦੋਂ ਸਿੱਖਿਆ ਕਿ ਅੱਜ ਸਾਰਿਆਂ ਨੇ ਸੀ ਛੋਟੀਆਂ ਕਹਾਣੀਆਂ ਪੜ੍ਹੀਆਂ ਲੇਕਿਨ ਪੂਰਾ ਪੈਗਾਮ ਸਾਡਾ। ਉਹ ਮੈਨੂੰ ਜਿਹੜੇ ਦੋਸਤ ਕਮੈਂਟ ਕਰ ਰਹੇ ਨੇ ਗੁਰਮੁਖੀ 'ਚ, ਮੈਂ ਉਹਨਾਂ ਕੋਲੋਂ ਮਾਫੀ ਚਾਹੁੰਦਾ, ਮੈਂ ਪੜ੍ਹ ਨਹੀਂ ਸਕਦਾ, ਲੇਕਿਨ ਰਾਤ ਮੈਨੂੰ ਮੁਦੱਸਰ ਬਸ਼ੀਰ ਨੇ ਹੌਸਲਾ ਦਿੱਤਾ ਹਮੇਸ਼ਾ ਦੀ ਤਰ੍ਹਾਂ। ਮੈਂ ਬਹੁਤ ਕੁਝ ਸਿੱਖਿਆ ਮੁਦੱਸਰ ਭਾਈ ਕੋਲ ਲਾ ਰਹਿੰਦੇ ਆ। ਤੇ ਜਿਹੜੇ ਮੇਰਾ ਕੰਮ ਨੇ ਸੰਜੀਦਾ, ਇਹ ਵੀ ਸੱਚੀ ਗੱਲ, ਇਹਨਾਂ ਨੇ ਮੈਨੂੰ ਗਾਈਡ ਕੀਤਾ ਸੀ ਕਿ ਸੰਜੀਦਾ ਕੰਮ ਬਾਕੀ ਰਹਿੰਦਾ ਹੈ ਤੇ ਮੈਂ ਗੁਰਮੁਖੀ ਵੀ ਸਿੱਖ ਲਾਂਗਾ ਇਹਨਾਂ 8-10 ਦਿਨਾਂ 'ਚ, ਤਾਂ ਕਿ ਜਿਹੜੇ ਲੋਕਾਂ ਨੂੰ ਪੜ੍ਹ ਸਕਦਾ ਇਹ ਵੀ ਰੋਕ ਜਿਹੜੀ ਖਤਮ ਹੋਵੇ। ਔਰ ਮੈਂ ਚਰਨ ਭਾਈ ਲੈਂਦਾ ਰਹਾਂਗਾ ਆਪਣੇ ਭਾਈ ਮੁਦੱਸਰ ਕੋਲੋਂ। ਤੇ ਜਿਹੜੇ ਦੋਸਤ ਸਾਨੂੰ ਸਾਡੇ ਨਾਲ ਨੇ, ਰਵਿੰਦਰ ਸਾਹਿਬ ਨੇ ਔਰ ਸਤੀਸ਼ ਸਿੰਘ ਨੇ, ਸੁਰਿੰਦਰਪ੍ਰੀਤ ਕਵੀਆਂ ਸਾਨੂੰ ਸੁਣ ਰਹੇ ਨੇ, ਪ੍ਰੀਤਮ ਕੌਰ ਸਾਡੀ ਭੈਣ ਇੱਧਰ ਲਿਖਾਰੀ ਨੇ ਚੜ੍ਹਦੇ ਪੰਜਾਬ ਦੇ, ਉਹ ਕਹਿ ਰਹੇ ਨੇ ਆਜ਼ਮ ਵੀਰ ਜੀ ਉਹ ਬਹੁਤ ਅੱਛਾ ਉਪਰਾਲਾ ਹੈ। ਤੇ ਭੈਣਾਂ ਨੂੰ ਤੇ ਵੀਰਾਂ ਦਾ ਕੰਮ ਚੰਗਾ ਹੀ ਲੱਗਦਾ ਹੈ, ਲੇਕਿਨ ਗੱਲ ਇਹ ਕਿ ਜਿਹੜਾ ਜਿਸੇ ਧਰਤੀ ਤੇ ਅਣਖੀ ਜੰਮੇ ਹੈ ਉਹ ਧਰਤੀ ਦਾ ਹਰ ਲਿਖਾਰੀ ਸਾਨੂੰ ਬੜਾ ਮਾਣਯੋਗ ਹੈ। ਤੇ ਤੁਹਾਨੂੰ ਵੀ ਧੰਨਵਾਦ ਕਿ ਜਿਹੜੇ ਸੁਣ ਰਹੇ ਨੇ ਸਾਰੇ ਦੋਸਤ। ਅਮਰਪ੍ਰੀਤ ਢੇਰ ਵੀ ਸੁਣ ਰਹੇ ਨੇ ਤੇ ਇਹਨਾਂ ਸਾਰੇ ਦੋਸਤਾਂ ਦੇ ਨਾਲ ਅਸੀਂ ਤੁਹਾਡੇ ਸਾਰੇ ਦੋਸਤਾਂ ਦਾ ਧੰਨਵਾਦੀ ਹਾਂ। ਮੈਂ ਖਾਸ ਤੌਰ ਤੇ ਪ੍ਰਾਹੁਣਿਆਂ ਦਾ ਜਿਨ੍ਹਾਂ ਨੇ ਅੱਜ ਦੀ ਰੌਣਕ ਲਾਈ, ਔਰ ਅਸੀਂ ਇਸ ਮਿਸ਼ਨ ਨੂੰ ਅੱਗੇ ਲੈ ਕੇ ਤੁਰਾਂਗੇ। ਅਣਖੀ ਵੀ ਛਪੇਗਾ ਔਰ ਅਣਖੀ ਦਾ ਕੋਸ਼ਿਸ਼ ਕਰਾਂਗੇ ਕਿ ਸ਼ਾਹਮੁਖੀ ਅਸੀਂ ਇੱਥੇ ਵੀ ਛਾਪੀਏ ਤਾਂ ਕਿ ਜੋ ਬਾਬਾ ਜੀ ਚਾਹੁੰਦੇ ਸਨ ਉਹ ਹੁੰਦਾ ਰਹੇ ਅਗਲੀ ਜ਼ਿੰਦਗੀ 'ਚ ਵੀ। ਤੇ ਮੈਂ ਬੇਅੰਤ ਬਾਜਵਾਰਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਇਹਨਾਂ ਨੇ ਇਸ ਸਭਾ ਦੇ ਪਲੇਟਫਾਰਮ ਤੇ ਬੜਾ ਸਾਥ ਦਿੱਤਾ ਔਰ ਅਸੀਂ ਮਿਲ ਕੇ ਇੱਕ ਐਸਾ ਕੰਮ ਕਰ ਪਾਏ ਕਿ ਦੁਨੀਆ ਭਰ 'ਚ ਇੱਕ ਸਿਲਿਆ ਗਿਆ ਕਿ ਪੰਜਾਬੀਅਤ ਉਹਦੇ 'ਚ ਲਿਖਿਆ ਹੋਇਆ ਅਦਬ ਜਿਹੜਾ ਹੈ ਉਹ ਦੁਨੀਆ ਦੇ ਕਿਸੇ ਵੀ ਸਾਥ ਦੇ ਮੁਕਾਬਲੇ ਤੇ ਰੱਖਿਆ ਜਾ ਸਕਦਾ ਹੈ। ਅੱਜ ਦੀਆਂ ਤਿੰਨੇ ਕਹਾਣੀਆਂ ਦੱਸਦੀਆਂ ਨੇ ਕਿ ਪੰਜਾਬੀ ਕਹਾਣੀ ਕਿਸੇ ਤਰ੍ਹਾਂ ਵੀ ਕਿਸੇ ਤੋਂ ਪਿੱਛੇ ਨਹੀਂ, ਉਹ ਪੂਰਾ ਆਪਣੇ ਮੁਆਸ਼ਰੇ ਨਾਲ ਜੁੜੀ ਹੋਈ ਹੈ ਔਰ ਪੂਰਾ ਸਾਡੇ ਸਮਾਜੀ ਮਸਾਇਲ ਵਿੱਚੋਂ ਉਹਨਾਂ ਦਾ ਹੱਲ ਵੀ ਦਿਸਦਾ ਹੈ ਔਰ ਮਸਲਿਆਂ ਦੀ ਨਿਸ਼ਾਨਦੇਹੀ ਸਾਡੇ ਲਿਖਾਰੀ ਕਰ ਰਹੇ ਨੇ। ਮੁਦੱਸਰ ਬਸ਼ੀਰ ਰੰਦਾਹਾ ਅਵਾਰਡ ਮਿਲਿਆ, ਸਾਨੂੰ ਬਹੁਤ ਚਾਅ ਚੜਿਆ ਔਰ ਅਸੀਂ ਚਾਹੁੰਦੇ ਹਾਂ ਕਿ ਬਾਕੀ ਦੋਸਤ ਵੀ ਇਹੋ ਜਿਹੇ ਅਵਾਰਡਾਂ 'ਚ ਜ਼ਰੂਰ ਆਪਣੀ ਲਿਖਤਾਂ ਭੇਜਿਆ ਕਰੋ। ਸਾਡਾ ਹੱਕ ਹੈ ਪੰਜਾਬੀਆਂ ਦਾ। ਮਲਿਕ ਸਾਹਿਬ, ਮੈਂ ਇੱਕ ਗੱਲ ਕਰਾਂਗਾ ਕਿ ਬਿਲਕੁਲ ਅਵਾਰਡ ਸਾਡਾ ਖੂਨ ਵਧਾਉਂਦੇ ਨੇ, ਸਭ ਕੁਛ ਤੁਹਾਡੀ એનર્ਜੀ ਵਧਾਉਂਦੇ ਨੇ, ਲੇਕਿਨ ਕੋਈ ਵੀ ਸ਼ੈ ਲਿਖਦੇ ਨਹੀਂ, ਕੋਈ ਕ੍ਰੀਏਸ਼ਨ ਕਰਦੇ ਨਹੀਂ, ਉਹ ਆਪਣੇ ਆਪ ਵਿੱਚ ਇੱਕ ਅਵਾਰਡ ਹੁੰਦਾ ਹੈਗਾ।
ਵਾਹ ਇਹ ਜਿਹੜੀ ਕਲਾ ਹੈਗੀ ਉਹ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ। ਜੇ 7 ਅਰਬ ਦੀ ਆਬਾਦੀ ਹੈ ਨਾ ਪੂਰੀ ਦੁਨੀਆ ਦੇ ਵਿੱਚ, ਤੇ ਤੁਸੀਂ ਉਹਦੇ 0.1% ਵਿੱਚ ਵੀ ਆਓ ਨਾ, ਤੇ 70 ਲੱਖ ਬੰਦੇ ਤੇ ਤੁਹਾਡੇ ਕੋਲ ਪੂਰੀ ਦੁਨੀਆ 'ਚ 70 ਲੱਖ ਰਾਈਟਰ ਨਹੀਂ ਹੈਗਾ ਸਰ। ਤੇ ਇਹ ਰੱਬ ਦਾ, ਪਰਮਾਤਮਾ ਦਾ, ਕੁਛ ਵੀ ਉਹਦਾ ਤੁਸੀਂ ਨਾਂ ਲੈ ਲਵੋ, ਕੁਦਰਤ ਕਹਿ ਲਵੋ, ਇਹ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਇੱਜ਼ਤ ਹੈ, ਆਨਰ ਹੈ ਕਿ ਤੁਸੀਂ ਕੁਛ ਨਾ ਕੁਛ ਸ਼ੈ ਰੀਕ੍ਰੀਏਟ ਕਰਦੇ ਹੋ ਸ਼ਬਦਾਂ ਦੇ ਰਾਹੀਂ, ਅੱਖਰ ਜੋੜਦੇ ਹੋ, ਸ਼ਬਦ ਬਣਦੇ ਨੇ, ਫਿਰ ਸ਼ਬਦਾਂ ਦੇ ਕਾਰਨ ਤੁਸੀਂ ਜੁਮਲੇ ਬਣਾ ਕੇ ਟੋੜਦੇ ਹੈਗੇ ਹੋ ਨਾ। ਵਾਹ ਵਾਹ ਵਾਹ, ਬਹੁਤ ਸ਼ੁਕਰੀਆ। ਬੇਅੰਤ ਬਾਜਵਾ ਸਾਹਿਬ, ਤੁਹਾਡੇ ਆਉਣ ਦਾ ਇਹ ਵੀ ਕਿ ਜਿਹੜੇ ਦੋਸਤਾਂ ਦੇ ਗੁਰਮੁਖੀ ਚ ਕਮੈਂਟ ਨੇ ਉਹ ਤੁਸੀਂ ਪੜ੍ਹ ਦਿਓ ਤਾਂ ਕਿ ਅੱਜ ਦਾ ਪ੍ਰੋਗਰਾਮ ਪੂਰਾ ਮੁਕੰਮਲ ਹੋ ਜਾਏ, ਕੋਈ ਕਮੀ ਰਹਿ ਨਾ ਜਾਵੇ। ਜੀ ਬਹੁਤ ਬਹੁਤ ਆਖਰੀ ਗੱਲ ਭੋਲਾ ਸਿੰਘ ਕਰਨਗੇ ਅੱਜ ਦੇ ਪ੍ਰਧਾਨ, ਫਿਰ ਅਸੀਂ ਇਜਾਜ਼ਤ ਲਵਾਂਗੇ। ਜੀ ਮੈਂ 1 ਮਿੰਟ ਗੱਲ ਕਰਨਾ ਚਾਹਣਾ ਜੀ। ਸਭ ਤੋਂ ਪਹਿਲਾਂ ਮੁਦਾਸ਼ਰ ਬਸ਼ੀਰ ਜੀ ਭਾਜੀ ਦਾ ਬਹੁਤ ਧੰਨਵਾਦ ਆ ਜੀ, ਜਿਨ੍ਹਾਂ ਨੇ ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ, ਜਿਹਨੂੰ ਨੌਜਵਾਨ ਰੀਪ੍ਰਜੈਂਟ ਕਰਦੇ ਆ ਜੀ, 18 ਤੋਂ 35 ਸਾਲ ਦੇ ਹੈਗੇ ਨੌਜਵਾਨ ਸਾਰੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ, ਸਮਰੱਥ ਕਹਾਣੀਕਾਰ ਜਸਵੀਰ ਰਾਣਾ ਜੀ, ਬਹੁਤ ਅੱਜ ਦੇ ਸਮੇਂ ਦੇ ਜੋਕੇ ਦੌਰ ਦੇ ਆਪਾਂ ਕਹਿ ਲਈਏ ਸਾਥੋਂ ਸੀਨੀਅਰ, ਬਹੁਤ ਵਧੀਆ ਕਹਾਣੀਕਾਰ ਨੇ। ਤੇ ਸਾਰੇ ਹੀ ਕਹਾਣੀਕਾਰਾਂ ਨੇ ਵੱਖਰੇ ਵੱਖਰੇ ਅੰਦਾਜ਼ ਦੇ ਵਿੱਚ ਬਹੁਤ ਵਧੀਆ ਕਹਾਣੀ ਅੱਜ ਇਸ ਮੰਚ ਤੇ ਸੁਣਾਈ ਹੈ। ਤੇ ਅਸੀਂ ਅੱਜ ਮੈਂ ਮਲਕ ਸਾਹਿਬ ਨਾਲ ਇਸ ਤੋਂ ਪਹਿਲਾਂ ਗੱਲਬਾਤ ਵੀ ਕੀਤੀ ਆ। ਅਸੀਂ 2 ਜਿਹੜੇ ਫੈਸਲੇ ਲਏ ਆ। ਇੱਕ ਤਾਂ ਇਹ ਹੈ ਵੀ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਕਹਾਣੀਆਂ ਨੂੰ ਸੰਪਾਦਿਤ ਕਰ ਰਹੇ ਹਾਂ ਸ਼ਾਹਮੁਖੀ ਦੇ ਵਿੱਚ। ਮੈਂ ਇੱਧਰੋਂ ਕਹਾਣੀਆਂ ਜਿਹੜੀਆਂ ਉਹ ਇਕੱਤਰ ਕਰ ਰਹੇ ਹਾਂ ਅਸੀਂ ਸਭਾ ਵੱਲੋਂ, ਜਿਹਦੇ ਵਿੱਚ ਸਾਰੇ ਕਹਾਣੀਕਾਰ ਹੋਣਗੇ ਤੇ ਕੁਝ ਲਹਿੰਦੇ ਪੰਜਾਬ ਦੇ ਕਹਾਣੀਕਾਰ ਹੋਣਗੇ, ਤਾਂ ਜੋ ਆਪਾਂ ਜਿਹੜੀ ਮੁਹੱਬਤ ਆ, ਜਿਹੜੀ ਇਹ ਸਾਂਝ ਆ ਆਪਣੀ, ਗੂੜੀ ਹੋ ਜੇ ਹੋਰ। ਮੇਨ ਮਕਸਦ ਸਾਡਾ ਪ੍ਰੋਗਰਾਮਾਂ ਦਾ ਇਹੀ ਸੀ ਵੀ ਸਾਡੇ ਦਿਲ 'ਚ ਇੱਕ ਕਹਿ ਲਈਏ ਵੀ ਸਾਡੇ ਜਜ਼ਬਾਤ ਸੀ ਵੀ ਅਸੀਂ ਤੁਹਾਡੇ ਨਾਲ ਮਿਲ ਕੇ, ਪ੍ਰੋਗਰਾਮ ਦਾ ਇੱਕ ਸਾਡਾ ਬਹਾਨਾ ਬਣ ਗਿਆ, ਚਲੋ ਇੱਕ ਪਲੇਟਫਾਰਮ ਬਣ ਗਿਆ, ਤੁਹਾਡੇ ਨਾਲ ਅਸੀਂ ਮੁਹੱਬਤੀ ਸਾਂਝ ਪਾਉਣੀ ਸੀ। ਤੇ ਉਹਦੇ ਵਿੱਚ ਅਸੀਂ ਇਹ ਸੋਚਿਆ ਵੀ ਇੱਕ ਅਣਖੀ ਜੀ ਦੀਆਂ ਅਸੀਂ ਕਹਾਣੀਆਂ ਸ਼ਾਹਮੁਖੀ 'ਚ ਲੈ ਕੇ ਆਉਣੀਆਂ ਨੇ, ਇੱਕ ਅਸੀਂ ਸਾਰੇ ਕਹਾਣੀਕਾਰਾਂ ਦੀਆਂ ਸਾਂਝੀ ਪੁਸਤਕ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ। ਇਸ ਪ੍ਰੋਗਰਾਮ ਤੋਂ ਬਾਅਦ ਸਾਡੀ ਤਿਆਰੀ ਹੈ। ਤੇ ਬਸ਼ੀਰ ਸਰ ਨੂੰ ਬਹੁਤ ਬਹੁਤ ਮੁਬਾਰਕਾਂ ਢਾਹਾ ਪੁਰਸਕਾਰ ਦੀਆਂ ਵੀ, ਤੇ ਇੰਨੇ ਸੀਨੀਅਰ ਵਿਚਾਰ ਸਾਨੂੰ ਸੁਣਨ ਨੂੰ ਮਿਲੇ, ਬਹੁਤ ਬਹੁਤ ਧੰਨਵਾਦ ਜੀ। ਜਿੰਨੇ ਵੀ ਦੋਸਤ ਮਿੱਤਰ ਜੁੜੇ, ਤ੍ਰਿਪਤਾ ਕੇ ਸਿੰਘ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਭੋਲਾ ਸਿੰਘ ਸੰਘੇੜਾ ਦੀ ਕਹਾਣੀ ਤੇ ਜਸਵੀਰ ਰਾਣਾ ਜੀ ਦੀ ਕਹਾਣੀ ਬਾਰੇ, ਬਸ਼ੀਰ ਭਾਈ ਦੀ ਕਹਾਣੀ ਬਾਰੇ ਬਹੁਤ ਵਧੀਆ ਬਿਆਨ ਕੀਤਾ ਉਹਨਾਂ ਨੇ ਕਮੈਂਟ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਭੈਣ ਦਾ, ਕਿਉਂਕਿ ਉਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਹਾਜ਼ਰੀ ਲਵਾਉਂਦੇ ਨੇ, ਵਧੀਆ ਕਹਾਣੀਕਾਰ ਨੇ ਉਹ ਵੀ। ਤੇ ਬਹੁਤ ਬਹੁਤ ਸ਼ੁਕਰੀਆ ਮਲਕ ਸਾਹਿਬ ਤੇ ਸਾਰੇ ਹੀ ਦੋਸਤ ਮਿੱਤਰਾਂ ਦਾ। ਅਸੀਂ ਉਮੀਦ ਕਰਦੇ ਹਾਂ ਕਿ ਰਾਮ ਸਰੂਪ ਅਣਖੀ ਸਾਹਿਤ ਸਭਾ ਜਦੋਂ ਵੀ ਸਮਾਗਮ ਕਰਾਏਗੀ ਤਾਂ ਤੁਸੀਂ ਸਾਨੂੰ ਆਸ਼ੀਰਵਾਦ ਦੇਣ ਜ਼ਰੂਰ ਆਵਾਂਗੇ। ਸ਼ੁਕਰੀਆ ਜੀ, ਜ਼ਰੂਰ ਬਸ ਹੁਣ ਭੋਲਾ ਸਿੰਘ ਮੇਰੀ ਆਖਰੀ ਗੱਲ ਕਰਕੇ ਤੇ ਅੱਜ ਦੇ ਸਮਾਗਮ ਨੂੰ ਫਾਈਨਲ ਕਰਨਗੇ। ਪ੍ਰਧਾਨ ਨੇ ਕੋਈ ਗੱਲ ਆਖਰੀ ਕਰੋ ਜਿਹੜੀ। ਹਾਂਜੀ, ਮੈਂ ਇੱਕ ਵਾਰੀ ਫੇਰ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਰਾਮ ਸਰੂਪ ਅਣਖੀ ਸਹਿਤ ਸਭਾ ਤੇ ਮਲਕ ਸਾਹਿਬ ਦਾ, ਰਾਣਾ ਸਾਹਿਬ ਦਾ, ਬਸ਼ੀਰ ਸਾਹਿਬ ਦਾ, ਕਿ ਤੁਸੀਂ ਆਪਣਾ ਸਮਾਂ ਦਿੱਤਾ ਤੇ ਮੇਰੇ ਵਰਗੇ ਨਮਾਣੇ ਜਿਹੇ ਕਹਾਣੀਕਾਰ ਨੂੰ ਮੌਕਾ ਮਿਲਿਆ ਇੱਥੇ ਕਹਾਣੀ ਪੇਸ਼ ਕਰਨ ਦਾ। ਔਰ ਬੇਅੰਤ ਬਾਜਵਾ, ਇਹਦੇ ਵਿੱਚ ਬਹੁਤ ਐਨਰਜੀ ਹੈ ਮੁੰਡੇ ਵਿੱਚ, ਇਹ ਖੁਦ ਵੀ ਲਿਖਦਾ, ਕਹਾਣੀ ਵੀ ਲਿਖਦਾ, ਨਾਵਲ ਵੀ ਆਇਆ ਇਹਦਾ। ਤੇ ਜਿਵੇਂ ਇਸ ਦੀ ਛੋਟੀ ਉਮਰ ਹੈ, ਕੰਮ ਬਹੁਤ ਕਰਦਾ ਇਹ ਤੋਂ ਬਹੁਤ ਉਮੀਦਾਂ ਨੇਗੀਆਂ। ਤੇ ਇਹ ਜਿਹੜਾ ਇਹਨਾਂ ਦਾ ਜਿਹੜੇ ਪ੍ਰੋਜੈਕਟ ਨੇ ਇਹਨਾਂ ਦੇ, ਅਣਖੀ ਜਿਹੜਾ ਮੈਗਜ਼ੀਨ ਇਹਨਾਂ ਨੇ ਸ਼ੁਰੂ ਕੀਤਾ ਨੌਜਵਾਨਾਂ ਵਾਸਤੇ, ਅਸੀਂ ਇਹਨਾਂ ਦਾ ਸਾਥ ਦੇਵਾਂਗੇ ਜੋ ਵੀ ਇਹਨਾਂ ਨੂੰ ਮਦਦ ਦੀ ਲੋੜ ਹੋਊਗੀ। ਸੋ ਮੈਂ ਇੱਕ ਵਾਰੀ ਫੇਰ ਸਾਰੇ ਮਿੱਤਰਾਂ ਦਾ, ਸੱਜਣਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਧੰਨਵਾਦ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ। ਅਸੀਂ ਵੀ ਪੰਜਾਬੀ ਅਕੈਡਮੀ ਵੱਲੋਂ ਪਾਕਿਸਤਾਨ ਵੱਲੋਂ ਇਹ ਕਹਿੰਦੇ ਆ ਕਿ ਜਿਹੜੇ ਵੀ ਪੰਜਾਬੀ ਤਨਜ਼ੀਮ ਨੂੰ ਕਿਸੇ ਕਿਸਮ ਦੀ ਕੋਈ ਟੈਕਨੀਕਲ ਸਪੋਰਟ, ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਏਗੀ, ਅਸੀਂ ਮਾਂ ਬੋਲੀ ਲਈ ਹਰ ਤਰ੍ਹਾਂ ਹਾਜ਼ਰ ਹਾਂ, ਹਰ ਵੇਲੇ। ਔਰ ਇੰਨਾ ਹੀ ਸ਼ੁਕਰਾਨੇ ਦੇ ਲਫ਼ਜ਼ਾਂ ਨਾਲ ਮੈਨੂੰ ਇਜਾਜ਼ਤ ਦਿਓ। ਆਪਣੇ ਮੇਜ਼ਬਾਨ ਨੂੰ ਫਿਰ ਇਨਸ਼ਾਅੱਲਾ ਛੇਤੀ ਇਕੱਠੇ ਹੋਵਾਂਗੇ। ਰੱਬ ਰਾਖਾ, ਅੱਲਾ ਬੇਲੀ, ਸਤਿ ਸ੍ਰੀ ਅਕਾਲ।